ਤੁਹਾਡਾ ਸਵਾਗਤ ਹੈ। ਨਿਊਜ਼ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਕੁਝ ਖਾਸ ਖਬਰਾਂ ਦੇ ਨਾਲ। ਇੱਕ ਨਿੱਜੀ ਹਸਪਤਾਲ 'ਚ ਹੋਈ ਔਰਤ ਦੀ ਮੌਤ, ਪਰਿਵਾਰ ਨੇ ਹਸਪਤਾਲ ਦੇ ਬਾਹਰ ਕੀਤਾ ਹੰਗਾਮਾ। ਮੈਡੀਕਲ ਸਟੋਰ ਵਾਲਿਆਂ ਨੇ ਲਗਾਇਆ ਗਲਤ ਟੀਕਾ, ਬੱਚੇ ਦੀ ਹੋਈ ਮੌਤ। ਵਿਆਹ ਵਾਲਾ ਮੁੰਡਾ ਆਪਣੇ ਹੀ ਵਿਆਹ ਤੇ ਮਾਰ ਰਿਹਾ ਸੀ ਫੁਕਰੀਆਂ, ਚਲਾਈਆਂ ਗੋਲੀਆਂ। ਖੇਤੀ ਬਿੱਲਾਂ ਤੋਂ ਬਾਅਦ ਹੁਣ ਕੇਂਦਰ ਸਰਕਾਰ ਨੇ 2020 ਦੀ ਸਿੱਖਿਆ ਨੀਤੀ ਕੀਤੀ ਲਾਗੂ। ਆਓ ਹੁਣ ਨਜ਼ਰ ਮਾਰ ਲੈਂਦੇ ਹਾਂ ਕੁਝ ਵਿਸਤਾਰ ਦੇ ਨਾਲ ਖਬਰਾਂ ਤੇ। ਅੰਮ੍ਰਿਤਸਰ ਦੇ ਮੁਸਤਫਾਬਾਦ ਇਲਾਕੇ ਦੇ ਵਿੱਚ ਇੱਕ ਪਲੇਟ ਦੇ ਕਾਰਨ ਸ਼ੱਕੀ ਪ੍ਰਸਥਿਤੀਆਂ ਦੇ ਵਿੱਚ ਇੱਕ ਔਰਤ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਭਾਂਡਿਆਂ ਦੇ ਆਦਾਨ ਪ੍ਰਦਾਨ ਨੂੰ ਲੈ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ, ਜਿਸ ਨੇ ਕਿ ਖੂਨੀ ਰੂਪ ਧਾਰ ਲਿਆ। ਅੰਮ੍ਰਿਤਸਰ ਦੇ ਮੁਸਤਫਾਬਾਦ ਇਲਾਕੇ ਵਿੱਚ ਇੱਕ ਪਲੇਟ ਦੇ ਕਾਰਨ ਸ਼ੱਕੀ ਹਾਲਾਤਾਂ ਦੇ ਵਿੱਚ ਇੱਕ ਔਰਤ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਕ ਘਰ ਦੇ ਅੰਦਰ ਕੁਝ ਲੋਕ ਕਿਰਾਏ ਦੇ ਉੱਤੇ ਰਹਿ ਰਹੇ ਸਨ। ਕੁਲਵਿੰਦਰ ਕੌਰ ਦੇ ਘਰ ਵਾਲਿਆਂ ਦਾ ਇਲਜ਼ਾਮ ਹੈ ਕਿ ਉਸ ਦੇ ਨਾਲ ਦੇ ਘਰ ਵਿੱਚ ਰਹਿਣ ਵਾਲੀ ਇੱਕ ਔਰਤ ਜੋ ਕਿ ਇੱਕ ਡਾਂਸਰ ਹੈ, ਉਸ ਦੇ ਘਰ ਵਿੱਚ ਅਕਸਰ ਲੋਕ ਆਇਆ ਜਾਇਆ ਕਰਦੇ ਸਨ, ਤਾਂ ਜਦੋਂ ਕੁਲਵਿੰਦਰ ਕੌਰ ਉਸ ਦਾ ਵਿਰੋਧ ਕਰਦੀ ਸੀ ਤਾਂ ਉਸ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਸੀ। ਇਸ ਦੇ ਬਾਅਦ ਕੱਲ੍ਹ ਵੀ ਅਜਿਹਾ ਹੀ ਹੋਇਆ। ਜਦੋਂ ਉਸ ਦੇ ਘਰ ਵਿੱਚ ਕੁਝ ਲੋਕ ਆਏ ਤਾਂ ਉਸ ਦਾ ਵਿਰੋਧ ਕੀਤਾ ਗਿਆ ਅਤੇ ਕੁਲਵਿੰਦਰ ਦੇ ਨਾਲ ਮਾਰਕੁੱਟ ਕੀਤੀ ਗਈ, ਜਿਸ ਦੇ ਨਾਲ ਉਸ ਦੀ ਮੌਤ ਹੋ ਗਈ। ਉੱਥੇ ਹੀ ਇਸ ਮਾਮਲੇ ਦੇ ਵਿੱਚ ਘਰ ਵਾਲੇ ਇਨਸਾਫ ਦੀ ਮੰਗ ਕਰ ਰਹੇ ਨੇ। ਦੂਜੇ ਪਾਸੇ ਪੁਲਿਸ ਜਾਂਚ ਵਿੱਚ ਜੁਟੀ ਹੈ। ਦੇਖੋ ਅੰਮ੍ਰਿਤਸਰ ਤੋਂ ਪੱਤਰਕਾਰ ਮੁਕੇਸ਼ ਮਹਿਰਾ ਦੀ ਰਿਪੋਰਟ। ਪੂਜਾ ਕਿੱਥੋਂ ਦੇ ਰਹਿਣ ਵਾਲੇ? ਵੇਲੀਆਂ ਦੇ। ਕੀ ਹੋਇਆ ਜੀ? ਆ ਪਲੇਟ ਤੋਂ ਹੀ ਆਇਆ ਝਗੜਾ ਤੇ ਇਹਨਾਂ ਨੂੰ ਅੰਦਰ ਲੈ ਗਿਆ ਤੇ ਕੁੱਟ ਮਾਰ ਕਰਨ ਡਿਆ ਵੀ ਜਾ ਕੇ। ਕੌਣ ਆ ਉਹ ਜਨਾਨੀ ਜਿਹਦੇ ਵੱਲੋਂ ਕੁੱਟਮਾਰ ਕੀਤੀ ਗਈ? ਰਾਜ ਹੈਗੀ ਜੇ, ਇੱਥੇ ਰਹਿੰਦੇ ਡਾਂਸਰ ਵਾ। ਤੇ ਕੁੱਟਮਾਰ ਦੀ ਵਜ੍ਹਾ ਕੀ ਰਹੀ? ਵਜ੍ਹਾ ਕੋਈ ਵੀ ਨਹੀਂ, ਇੱਦਾਂ ਕੁੱਟ ਮਾਰ ਜਾ ਪਏ ਕਰਨਾ। ਅਸੀਂ ਤੇ ਕੱਪੜੇ ਧੋਂਦੇ ਪਏ ਤੇ ਨਾਲ। ਇਕੱਠੇ ਕਿਰਾਏ ਤੇ ਰਹਿੰਦੇ ਹੋ? ਹਾਂਜੀ, ਕਿਰਾਏ ਤੇ ਰਹਿੰਦੇ ਜੀ। ਤਾਂ ਪਿੱਛੇ ਵੀ ਕੋਈ ਝਗੜਾ ਹੋਇਆ? ਨਹੀਂ, ਪਿੱਛੇ ਕੋਈ ਝਗੜਾ ਨਹੀਂ ਹੋਇਆ। ਸੁਖਵਿੰਦਰ ਸਿੰਘ ਜੀ ਕੀ ਲੱਗਦੇ ਨੇ ਤੁਹਾਡੇ? ਮੇਰੀ ਪਤਨੀ ਹੈ ਜੀ। ਕੀ ਕੰਮ ਕਰਦੇ ਸੀ ਤੁਸੀਂ? ਅਸੀਂ ਆਪਾਂ ਰਿਕਸ਼ਾ ਚਲਾਉਂਦੇ ਹਾਂ ਜੀ। ਤੇ ਹੋਇਆ ਕੀ ਸੀ? ਹੋਇਆ ਜੀ, ਗੱਲ ਹੈ ਵੀ ਕਿਤੇ ਬੱਚਿਆਂ ਦੇ ਉੱਤੋਂ ਹੀ ਜਾਂ ਲੜ ਪਏ ਤੇ ਜੋ ਭਾਂਡੇ ਭੁੰਡੇ ਚਲੇ ਇੱਕ ਦੂਸਰੇ ਤੇ ਲੈਂਦੇ ਹੀ ਹੈ ਨਾ, ਤੇ ਕੋਈ ਐਡੀ ਕੋਈ ਗੱਲ ਨਹੀਂ ਹੁੰਦੀ। ਜੋ ਇਹ ਚੀਜ਼ ਲੈ ਲਈ ਜਾਂ ਉਹਨਾਂ ਨੇ ਲੈ ਲਈ, ਉਹ ਤੇ ਬੱਚਿਆਂ ਦੀ ਚੱਲ ਗੱਲ ਚੱਲਣ ਦੀ। ਦੋਵੇਂ ਕਿਰਾਏ ਤੇ ਰਹਿੰਦੇ? ਉਹ ਵੀ ਕਿਰਾਏ ਤੇ ਰਹਿੰਦੇ, ਆਪਾਂ ਵੀ ਕਿਰਾਏ ਤੇ ਆਪਸ ਰਹਿੰਦੇ। ਚ ਲੈਣ ਦੇਣ ਚੱਲਦਾ ਸੀ? ਚੱਲਦਾ ਹੈ ਵੀ ਜਦੋਂ ਇੱਕ ਦੂਜੇ ਨਾਲ ਵੀ ਜਦੋਂ ਇਕੱਠੇ ਜੋ ਰਹਿੰਦੇ ਆ ਤੇ ਵਰਤਨ ਤੇ ਆਈ ਹੀ ਨਾ ਲੱਗੇ। ਤੇ ਪਰ ਇਹਨੇ ਬਹੁਤ ਜ਼ਿਆਦਾ ਵਜਨੀਕੀ ਕਰ ਦਿੱਤੀ ਕਿ ਉਦੋਂ ਤੇ ਅਸੀਂ ਵੀ ਚੱਲ ਗਏ, ਚਲੋ ਪਹਿਲੇ ਬੋਲੀਆਂ ਬੱਲੀਆਂ ਆਪਸ ਵਿੱਚ ਹੀ ਜਨਾਨੀਆਂ ਜੀ, ਤੇ ਅਸੀਂ ਸਾਰੇ ਕੰਮਾਂ ਤੇ ਆਪੋ ਆਪਣੇ ਚੱਲ ਗਏ ਵੀ ਚੱਲ ਜਨਾਨੀਆਂ ਦੀ ਗੱਲ ਹੈ, ਕੋਈ ਗੱਲ ਨਹੀਂ ਹੁੰਦੀ ਘਰ ਦੇ ਵਿੱਚ ਤੇ ਕੋਈ ਗੱਲ ਹੈ ਵੀ ਸਾਰੇ ਇਕੱਠੇ ਵਿਹੜੇ ਦੇ ਵਿੱਚ ਹੈਗੇ। ਉਹਨੇ ਅੰਦਰ ਲੈ ਗਈ, ਬਾਅਦ ਦੇ ਵਿੱਚ ਬੱਚੇ ਨੂੰ ਧੋ ਕੇ ਬਾਕੀ ਖੋਰ ਇਹ ਖਾਂਦੀ ਕਿ ਜਿਹੜੇ ਇਹਦੇ ਕੋਲ ਬਾਹਰ ਬੰਦੇ ਹੁੰਦੇ ਆਂਦੇ ਸੀ ਨਾ, ਤੇ ਅਸੀਂ ਆਖੀ ਦੇ ਵੀ ਸਾਡੀ ਧੀ ਆ ਤੇ ਅਸੀਂ ਇਹੋ ਜਿਹੇ ਕੰਮ ਨਹੀਂ ਹੋਣ ਦੇਣੇ। ਹਾਂ, ਤੇ ਉਹ ਆਂਦੇ ਜਾਂਦੇ ਤੇ ਇਹਨੂੰ ਇਹੋ ਖੋਰ ਹੀ ਇਹਦੇ ਨਾਲ ਰੱਖੀ। ਸਾਨੂੰ ਤੇ ਕੁਝ ਆਖ ਨਹੀਂ ਸਕਦੀ ਕਿ ਅਸੀਂ ਵੀ ਤਿੰਨ ਚਾਰ ਹੈਗੇ ਹਾਂ, ਅਸੀਂ ਕੋਈ ਇੱਕ ਅੱਧਾ ਥੋੜ੍ਹੀ ਆ। ਹੁਣ ਝਗੜਾ ਕਿਸ ਗੱਲ ਦਾ ਹੋਇਆ? ਤੇ ਗੱਲ ਇਹ ਕੱਲ੍ਹ ਦਾ ਹੋਇਆ ਨਾ ਇਹਨਾਂ ਦਾ। ਬਾਅਦ ਦੇ ਵਿੱਚ ਉਹ ਇੱਥੋਂ ਕਿਤੇ ਭਾਂਡੇ ਭੁੰਡੇ ਦਾ ਬਰਤਨਾਂ ਤੋਂ ਹੀ ਬਸ ਉਹ ਲੈ ਗਈ, ਧੋ ਕੇ ਲੈ ਗਈ ਤੇ ਅੰਦਰ ਜਾ ਕੇ ਸੱਟਾਂ ਮਾਰਤੀਆਂ। ਤੇ ਹੁਣ ਅਸੀਂ ਸਾਰੀ ਰਾਤ ਵੀ ਲੈ ਕੇ ਤੁਰੇ ਫਿਰਦੇ ਰਹੇ। ਕਿਸੇ ਡਾਕਟਰ ਨੇ ਵੀ ਨਹੀਂ ਮਦਦ ਕੀਤੀ ਵੀ ਚਲੋ ਇਹਦਾ ਇਲਾਜ ਹੀ ਕਰੀਏ। ਉਹ ਸਾਡੀ ਬਿਮਾਰੀ ਹੈ ਇਹੋ ਜਿਹੀ, ਉਹ ਤੋਂ ਡਰਦੇ ਨੇ, ਕਿਸੇ ਨੇ ਹੱਥ ਹੀ ਨਹੀਂ ਪਾਇਆ, ਡਾਕਟਰਾਂ ਨੇ ਵੀ ਨਹੀਂ। ਸਵੇਰੇ ਲੈ ਕੇ ਚੱਲੇ ਹਾਂ ਵੀ ਇੱਥੇ ਵਿਖਾਲਦੇ ਹਾਂ, ਤੇ ਰਸਤੇ ਦੇ ਵਿੱਚ ਉਹਨਾਂ ਨੇ। ਕੀ ਮੰਗ ਕਰਦੇ ਪ੍ਰਸ਼ਾਸਨ ਦੇ ਕੋਲ? ਆਪਾਂ ਕੋਈ ਮੰਗ ਨਹੀਂ ਕਰਦੇ, ਆਪਾਂ ਪਰਮੇਸ਼ਰ ਤੇ ਮੰਗ ਇਹੋ ਕਰਾਂਗੇ ਵੀ ਜਿਸ ਤਰ੍ਹਾਂ ਇਹਦੀ ਲਾਸ਼ ਲੈ ਚੱਲਿਆ ਨਾ, ਤੇ ਉਹ ਹੀ ਫਿਰ ਜਿਨ੍ਹਾਂ ਨੇ ਮਾਰਿਆ ਹੈ ਕਿ ਉਹਨਾਂ ਨੂੰ ਸਜ਼ਾ ਦਿਵਾਉਣ ਦੀ ਮੰਗ ਨਹੀਂ ਕਰਦੇ? ਹਾਂ ਜੀ, ਜ਼ਰੂਰ ਸਜ਼ਾ ਤੇ ਮੈਂ ਦਿਵਾਉਣੀ ਸਜ਼ਾ ਤੇ ਮੈਂ ਜੀ। ਮੇਰਾ ਕੋਈ ਕੀ ਨਾਮ ਹੈ ਉਸ ਲੇਡੀ ਦਾ ਜਿਹਨੇ ਵਾਰਦਾਤ ਕੀਤੀ ਹੈ? ਰਾਜ। ਉਹ ਕੀ ਕੰਮ ਕਰਦੀ? ਉਹ ਬਿਊਟੀ ਪਾਰਲਰ ਦਾ ਕੰਮ ਕਰਦੀ ਹੈ, ਤੇ ਜਿਹੜਾ ਉਹਦਾ ਘਰ ਵਾਲਾ ਉਹ ਫੋਟੋਗ੍ਰਾਫਰ ਹੈ ਜੀ। ਤੁਹਾਡੇ ਦੱਸਿਆ ਜਾ ਰਿਹਾ ਉਹ ਡਾਂਸਰ ਵੀ ਹੈ? ਹਾਂ, ਉਹ ਗਾਮੇ ਹੋਏ ਨਾ, ਮੈਨੂੰ ਉਹ ਗਾਮੇ ਕਿੱਦਾਂ ਕਰਦੀ ਹੈ, ਤੇ ਉਹ ਡਾਂਸਰ ਵੀ ਹੈਗੀ ਹੈ ਤੇ ਜਾਂਦੀ ਪੈਲਸਾਂ ਪੁਲਸਾਂ ਦੇ ਵਿੱਚ। ਮੇਰਾ ਨਾਮ ਗਗਨਦੀਪ ਸਿੰਘ, ਪਿੰਡ ਸਾੜੀ ਦਾ ਰਹਿਣ ਵਾਲਾ ਵਾਂ। ਮੇਰੇ ਮਾਸੀ ਜੀ ਆ। ਰਾਤੀ ਮੈਨੂੰ ਕਾਲ ਆਈ ਇਹਨਾਂ ਦੀ ਵੀ ਇਹ ਜ਼ਿਆਦਾ ਠੀਕ ਨਹੀਂ ਆ, ਦੱਸ ਨਹੀਂ ਰਹੇ ਰੀਜਨ ਕੀ ਆ। ਮਤਲਬ ਪੁੱਛਦਾ ਹਾਂ ਵੀ ਕੀ ਪ੍ਰੋਬਲਮ ਆ, ਨਹੀਂ ਮੇਰੇ ਦਰਦਾਂ ਹੁੰਦੀਆਂ ਇੱਦਾਂ ਕਰਕੇ। ਤੇ ਬਾਅਦ ਵਿੱਚ ਮੇਰੀ ਮਾਸੀ ਦੇ ਮੁੰਡੇ ਨੇ ਮੈਨੂੰ ਦੱਸਿਆ ਵੀ ਇਹਦੇ ਨਾਲ ਕੁੱਟਮਾਰ ਕੀਤੀ ਗਈ ਆ, ਵੀ ਬਹੁਤ ਇੰਨੀ ਕੁ ਕੁੱਟਮਾਰ ਕੀਤੀ ਗਈ ਆ ਵੀ ਜਾ ਕੇ ਉਹ ਮੂੰਹ ਆਪਣੇ ਬੋਲ ਵੀ ਨਹੀਂ ਸਕਦੇ। ਰਾਤੀ ਇੰਨੀ
ਤਕਲੀਫ ਹੋਈ ਇਹਨਾਂ ਨੂੰ, ਸਾਰੀ ਰਾਤ ਇਦਾਂ ਤਰਲੇ ਲੈਂਦੇ ਰਹੇ। ਮੈਂ ਇਹਨਾਂ ਨੂੰ ਕਿਹਾ ਹਸਪੀਟਲ ਖੜ ਕੇ ਦਾਖਲ ਕਰਾਓ, ਇਹਦੇ ਟੈਸਟ ਵਗੈਰਾ ਕਰਾਓ। ਰਾਤੀ ਇਹਨਾਂ ਨੇ ਟੈਸਟ ਵਗੈਰਾ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਡਾਕਟਰ ਨੇ ਵੀ ਹੱਥ ਨਹੀਂ ਪਾਇਆ। ਬਾਕੀ ਤੁਸੀਂ ਦੇ ਸਕਦੇ ਉਹਦੇ ਸੱਟਾਂ, ਕੁੱਟ ਮਾਰਨ ਦੀ ਵਜ੍ਹਾ ਇਹ ਪਤਾ ਲੱਗੀ ਆ ਵੀ ਇਹਨਾਂ ਦੇ ਕੋਈ ਬਰਤਨ ਤੋਂ ਝਗੜਾ ਹੋਇਆ ਵਾ ਤੇ ਇਹਨਾਂ ਦੇ ਘਰ ਕੋਈ ਬਾਹਰੋਂ ਬੰਦੇ ਆਉਂਦੇ ਆ। ਇਹ ਉਹਨਾਂ ਨੂੰ ਨਫ਼ਰਤ ਕਰਦੇ ਇਸ ਚੀਜ਼ ਤੋਂ ਵੀ ਮਤਲਬ ਸਾਡੀ ਜਵਾਨ ਬੇਟੀ ਰਹਿੰਦੀ ਆ, ਸਾਡਾ ਜਵਾਈ ਰਹਿੰਦਾ ਘਰ ਵਿੱਚ, ਮਤਲਬ ਵੀ ਅਸੀਂ ਇਦਾਂ ਦਾ ਕੰਮ ਨਹੀਂ ਗਾ ਹੋਣ ਦੇਣਾ। ਇਸ ਕਰਕੇ ਇਹਨਾਂ ਦਾ ਰੀਜ਼ਨ ਆ ਵੀ ਅਸੀਂ ਇਹਨੂੰ ਕੁੱਟਮਾਰ ਕਰ ਦਿੰਦੇ ਆ ਵੀ ਤਾਂ ਕਿ ਇਹ ਕਿਸੇ ਨੂੰ ਕੋਈ ਦੱਸੇ ਨਾ। ਤੇ ਪਰ ਇਹਨਾਂ ਨੇ ਇਹ ਗੱਲ ਨੂੰ ਦਬਾਇਆ ਵੀ ਅਸੀਂ ਨਹੀਂ ਦੱਸਣਾ ਕਿਸੇ ਨੂੰ। ਮਾਸੀ ਨੇ ਨਹੀਂ ਦੱਸਿਆ ਫਿਰ ਵੀ। ਬਰਤਨ ਦੀ ਸੀ ਜਾਂ ਕਹਾਣੀ ਕੁਝ ਹੋਰ? ਨਹੀਂ, ਗੱਲ ਬਰਤਨ ਤੋਂ ਹੋਈ ਇਹਨਾਂ ਦੀ। ਉਸ ਤੋਂ ਬਾਅਦ ਇਹਨਾਂ ਕੁੱਟਮਾਰ ਕੀਤੀ ਆ। ਵੇਖ ਸਕਦੇ ਜੋ ਕੁੱਟਮਾਰ ਕਰਨ ਨਾਲ ਇਹਨਾਂ ਦੀ ਮੌਤ ਹੋ ਗਈ ਆ। ਜਾ ਕੇ ਵੇਖ ਸਕਦੇ ਤੁਸੀਂ ਸੱਟਾਂ ਉਹਦੇ ਕਿੱਦਾਂ ਲੱਗੀਆਂ ਹੋਈਆਂ ਨੇ। ਤੇ ਬਰਤਨ ਜਿਹੜਾ ਸੀ ਉਸ ਲੇਡੀ ਕੋਲੋਂ ਲਿਆ ਗਿਆ ਸੀ, ਉਹਨੂੰ ਦਿੱਤਾ ਸੀ? ਉਹ ਇਧਰੋਂ ਆਪਸ ਵਿੱਚ ਲੈਣ ਦੇਣ ਕਰਦੇ ਕਿਰਾਏਦਾਰ। ਅੱਜ ਕਈ ਇਹਨਾਂ ਸਬਜ਼ੀ ਲੈ ਲਈ, ਕਦੀ ਉਹਨਾਂ ਲੈ ਕੇ ਵਰਤ ਲਈ, ਹਨਾ। ਇਹਦਾ ਕਰਕੇ ਚੱਲਦਾ ਵਾ। ਤੇ ਬਾਕੀ ਇਹ ਥੋੜਾ ਵੀ ਕਿਸੇ ਨੂੰ ਕੁੱਟਮਾਰ ਕਰਕੇ ਵੀ ਆਪ ਕਿਸ ਚੀਜ਼ ਨਾਲ ਕੀਤਾ ਗਿਆ? ਕਤਲ ਦਾ ਰੀਜ਼ਨ ਇਹੀ ਹੈ ਕਿ ਇਹਦੇ ਪੇਟ 'ਚ ਲੱਤਾਂ ਵੱਜੀਆਂ ਜੋ। ਬਾਕੀ ਤੁਸੀਂ ਉਹਦੇ ਵੇਖ ਸਕਦੇ ਜੋ ਸੱਟਾਂ ਜੋ ਵੀ ਸਰੀਰਕ ਸਾਹਮਣੇ ਸਾਰਾ ਕੁਝ ਸੱਚਾਈ ਸਾਹਮਣੇ ਆਉਂਦੀ। ਪੂਰੇ ਤਰੀਕੇ ਨਾਲ ਅੰਦਰ ਵਾੜ ਕੇ ਕੁੱਟਿਆ ਗਿਆ ਵਾ। ਬੇਟੀ ਨੂੰ ਧਮਕੀਆਂ ਮਿਲੀਆਂ ਵੀ ਸਾਡੇ ਕੋਲ ਪਿਸਟਲ ਵਾ, ਤੈਨੂੰ ਐਂ ਕਰ ਦਾਂਗੇ, ਜੇ ਕਰ ਦਾਂਗੇ ਤੈਨੂੰ ਬੰਦੇ ਪਵਾ ਦਾਂਗੇ। ਉਹ ਕੱਲੀ ਲੜਕੀ ਡਰ ਗਈ ਜਵਾੜੀ ਵੀ ਇੱਥੇ ਮੇਰਾ ਕੋਈ ਨਹੀਂ ਗਾ, ਕੋਈ ਲਾਗੇ ਰਹਿੰਦਾ ਨਹੀਂ ਗਾ। ਤਾਂ ਅਸੀਂ ਬਹੁਤ ਦੂਰ ਤੋਂ ਆਏ, ਧਾਰੀਵਾਲ ਤੋਂ ਆਣ ਕੇ। ਮੈਂ ਕੁੱਟਮਾਰ ਕਾਰਨ ਹੀ ਮੌਤ ਹੋਈ ਹੈ ਜਾਂ ਫਿਰ ਕੁੱਟ ਮਾਰਨ ਨਾਲ ਹੀ, ਹਥਿਆਰਾਂ ਦੇ ਨਾਲ ਕੁਝ? ਤੇਜ਼ਦਾਰ ਹਥਿਆਰਾਂ ਨਾਲ ਨਹੀਂ, ਕੁੱਟ ਮਾਰਨ ਨਾਲ ਮੌਤ ਹੋਈ ਆ। ਵੀ ਕੁੱਟਿਆ ਮਾਰਿਆ ਇੰਨਾ ਗਿਆ, ਸਰੀਰ ਦੇ ਇੰਨੇ ਕੁ ਕਮਜ਼ੋਰੀ ਵੀ ਉਹ ਹਿੱਲ ਹੀ ਨਹੀਂ ਸਕੇ। ਬਾਕੀ ਉਹ ਵੇਖ ਸਕਦੇ ਜੋ ਤੁਸੀਂ ਇਹਦੇ ਸੱਟਾਂ ਦੱਸਣਗੀਆਂ ਖੁਦ, ਉਹਦੇ ਪੇਟ ਦੇ ਉੱਤੇ ਕਿੱਦਾਂ ਜ਼ਖਮ ਆ ਤੇ ਉਹਦੇ ਲੱਤਾਂ ਦੇ ਉੱਤੇ ਕਿੱਦਾਂ ਨਿਸ਼ਾਨ ਪਏ ਹੋਏ ਆ। ਮੰਗ ਇਹੀ ਕਰਦੇ ਆ ਵੀ ਜਿੱਦਾਂ ਇਹਨੇ ਕੀਤਾ ਤਾਂ ਕਿ ਕਿਸੇ ਹੋਰ ਨਾਲ ਇਦਾਂ ਨਾ ਹੋਵੇ। ਇਹਨੂੰ ਜਿੰਨੀ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਂਦੀ ਆ ਉਹ ਦਿੱਤੀ ਜਾਵੇ। ਅੰਮ੍ਰਿਤਸਰ ਦੇ ਵਿੱਚ ਇੱਕ ਨਿੱਜੀ ਹਸਪਤਾਲ ਦੇ ਵਿੱਚ ਮਨਜੀਤ ਕੌਰ ਨਾਮ ਦੀ ਇੱਕ ਔਰਤ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਹਸਪਤਾਲ ਦੇ ਬਾਹਰ ਖੂਬ ਹੰਗਾਮਾ ਕੀਤਾ ਗਿਆ। ਜਾਣਕਾਰੀ ਦੇ ਮੁਤਾਬਕ ਮਨਜੀਤ ਕੌਰ ਨਾਮਕ ਔਰਤ ਦੇ ਲੀਵਰ ਦੇ ਵਿੱਚ ਦਰਦ ਹੋਣ ਕਰਕੇ ਉਸ ਨੂੰ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ। ਅੰਮ੍ਰਿਤਸਰ ਵਿੱਚ ਇੱਕ ਨਿੱਜੀ ਹਸਪਤਾਲ ਵਿੱਚ ਮਨਜੀਤ ਕੌਰ ਨਾਮਕ ਔਰਤ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਹਸਪਤਾਲ ਦੇ ਬਾਹਰ ਖੂਬ ਹੰਗਾਮਾ ਕੀਤਾ ਗਿਆ। ਜਾਣਕਾਰੀ ਅਨੁਸਾਰ ਮਨਜੀਤ ਕੌਰ ਨਾਮਕ ਔਰਤ ਦੇ ਲੀਵਰ ਵਿੱਚ ਦਰਦ ਹੋਣ ਕਰਕੇ ਉਸ ਨੂੰ ਇੱਥੋਂ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਹਸਪਤਾਲ ਦੇ ਡਾਕਟਰਾਂ ਵੱਲੋਂ ਉਸ ਨੂੰ ਇੱਕ ਇੰਜੈਕਸ਼ਨ ਲਗਾਇਆ ਗਿਆ, ਜਿਸ ਦੇ 10 ਮਿੰਟ ਬਾਅਦ ਹੀ ਔਰਤ ਦੀ ਮੌਤ ਹੋ ਗਈ। ਗੁੱਸੇ 'ਚ ਆਏ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਬਾਹਰ ਖੂਬ ਹੰਗਾਮਾ ਕੀਤਾ। ਦੇਖੋ ਅੰਮ੍ਰਿਤਸਰ ਤੋਂ ਪੱਤਰਕਾਰ ਮੁਕੇਸ਼ ਮਹਿਰਾ ਦੀ ਰਿਪੋਰਟ। ਨਾਮ ਤੁਹਾਡਾ? ਮੇਰਾ ਨਾਮ ਸੁਖਵਿੰਦਰ ਸਿੰਘ ਆ। ਭਾਜੀ ਕੁਛ ਨਹੀਂ ਹੋਇਆ, ਮਾੜੀ ਜੀ ਲੀਵਰ ਦੀ ਪ੍ਰੋਬਲਮ ਹੀ ਅੱਜ ਇੱਥੇ ਲੈ ਕੇ ਆਏ ਇਹਨਾਂ ਨੂੰ ਵਿਖਾਉਣ ਵਾਸਤੇ। ਪਹਿਲਾਂ ਉਹਨਾਂ ਨੂੰ ਲੈ ਗਏ, ਅੰਦਰ ਲੈ ਗਏ ਆਈਸੀਯੂ ਵਿੱਚ। ਸਾਨੂੰ ਕਿਸੇ ਨੂੰ ਨਹੀਂ ਖੜਿਆ, ਸਾਨੂੰ ਨਾਲ ਨਹੀਂ ਜਾਣ ਦਿੱਤਾ। ਉਹਨੂੰ ਇੰਜੈਕਸ਼ਨ ਲਾ ਕੇ ਬਾਅਦ 'ਚ ਕਹਿੰਦੇ ਆ ਜੀ ਇਹਨੂੰ ਇਹਦਾ ਅਕਸਰਾ ਬਾਹਰੋਂ ਕਰਾ ਕੇ ਲਿਆਓ। ਮਨਜੀਤ ਕੌਰ। ਕਿੰਨੀ ਉਮਰ ਸੀ? 42 ਸਾਲ। ਕੀ ਗੱਲ ਕੀ ਹੋਈ ਸੀ? ਭਾਜੀ ਕੁਛ ਨਹੀਂ, ਉਹਦੇ ਲੀਵਰ 'ਚ ਥੋੜੀ ਪ੍ਰੋਬਲਮ ਸੀ। ਇਹਨਾਂ ਨੇ ਕੁੜੀ ਹੋਇਆ 1 ਮਿੰਟ 'ਚ ਟੀਕਾ ਲਾਤਾ ਵੀਰ ਓਏ, ਬੱਚੇ ਦੇ ਨਿੱਕੇ ਨਿੱਕੇ ਓਏ। ਤੁਹਾਡੇ ਕੀ ਲੱਗਦੇ ਸੀ? ਆ ਮੇਰੀ ਵੱਡੀ ਭਰਜਾਈ ਸੀ ਓਏ, ਮਾਵਾ ਵਰਗੀ ਓਏ। ਸੰਸਰਾਤੀ ਕਰਾਉਣਾ ਚਾਹੁੰਦੇ ਚੰਗਾ ਸਾਡੀ ਨੌ ਆ। ਅਸੀਂ ਘਰੋਂ ਚੰਗੇ ਭਲੇ ਲੈ ਕੇ ਨਾ ਕੱਲੀ ਨੂੰ ਅੰਦਰ ਖੜ ਕੇ ਟੀਕਾ ਲਾਤਾ। 2 ਮਿੰਟ ਬਾਹਰ ਲੈਂਦਾ ਤੇ ਮਰ ਗਈ। ਨਿਬੜੀ ਕਿਤੇ ਤੁਹਾਡੀ ਕੀ ਨਿਬੜਿਆ ਜੀ? ਅਸੀਂ ਇਹਨਾਂ ਨਾਲ ਲਾਇਸੈਂਸ ਰੱਦ ਹੋਣਾ ਚਾਹੀਦਾ ਵਾ। ਨਹੀਂ ਨਿਬੜ ਤੁਸੀਂ ਕਿਉਂ ਲਾਸ਼ ਲੈ ਚਲੇ? ਤੁਹਾਡੀ ਅੰਦਰ ਗੱਲਬਾਤ ਹੋਈ ਆ, ਲਾਸ਼ ਕਿਉਂ ਲੈ ਚਲੇ? ਕਿੱਦਾਂ ਲੈ ਕੇ ਵਾਪਸ ਕਿਉਂ ਚੱਲੇ ਆ? ਤੁਸੀਂ ਲਾਸ਼ ਦਾ ਮੈਂ ਅੰਦਰ ਗਿਆ ਨਹੀਂ ਅੰਦਰ। ਉਹ ਮੈਂ ਪੁੱਛ ਕੇ ਦੱਸ ਦੇਣਾ। ਇਸ ਹਸਪਤਾਲ ਜੋ ਹਸਪਤਾਲ ਲੈ ਕੇ ਜਾਓਗੇ, ਲਾਸ਼ ਨੂੰ ਪੋਸਟਮਾਰਟਮ ਕਰਵਾਉਣਾ, ਟੀਕਾ ਲੱਗਾ, ਟੀਕਾ ਹੈ ਕਿਹੜਾ ਸੀ? ਕਿਉਂਕਿ ਦਹਿਸ਼ਤ ਬਹੁਤ ਹੁੰਦੀ ਆ। ਤੁਸੀਂ ਤਾਂ ਲਾਸ਼ ਲੈ ਚਲੇ ਹੋ। ਇਹਨਾਂ ਦੀ ਕਾਲ ਦਾ ਕਿ ਪੇਸ਼ੈਂਟ ਇੱਥੇ ਦਾਖਲ ਸੀ। ਹਾਂਜੀ। ਤੋ ਇਹ ਆਂਦੇ ਵੀ ਇਹਨਾਂ ਟੀਕਾ ਲਾ ਕੇ ਮਾਰਤਾ। ਉਹ ਆਂਦੇ ਆਪਣੇ ਆਪ ਪੂਰਾ ਆ। ਇਹਨਾਂ ਡੈਡੀ ਬੋਡੀ ਦੇਤੀ ਆ। ਇਹਨਾਂ ਦੇ ਬੰਦੇ ਵਿੱਚ ਆਏ ਸੀ, ਇਹਨਾਂ ਦੇ ਘਰ ਕੰਮ ਕਰਦੇ, ਉਹ ਆ ਗਏ, ਉਹ ਡੈਡ ਬੋਡੀ ਲੈ ਗਏ। ਕਿੰਨੇ 20 ਕਰਵਾਇਆ ਜਾ ਰਿਹਾ ਹੁਣ ਡੈਡ ਬੋਡੀ ਦਾ? ਇਹ ਨਹੀਂ ਸਾਨੂੰ ਦੱਸਿਆ ਨਾ ਜੀ। ਅਸੀਂ ਹੁਣ ਪੁੱਛਿਆ ਅੰਦਰੋਂ ਤੇ ਫਿਰ ਸਾਨੂੰ ਪਤਾ ਲੱਗਾ ਉਹ ਡੈਡ ਬੋਡੀ ਸਰ ਕਹਿੰਦੇ ਸਿਰਫ ਅੱਧੇ ਘੰਟੇ ਦੇ ਵਿੱਚ ਸਾਰਾ ਕੁਝ ਹੋ ਗਿਆ। ਪਹਿਲੇ ਸਹੀ ਸਲਾਮਤ ਆਏ ਸੀ ਤੇ ਇੱਥੇ ਹੋਇਆ ਜੀ। ਮੇਰੀ ਭੈਣ ਆ ਜੀ। ਸਰ ਇਹ ਹੁਣ ਡਾਕਟਰਾਂ ਨੂੰ ਪਤਾ ਹੋਊਗਾ ਜੀ ਜੀ ਤੇ ਸਾਨੂੰ ਥੋੜਾ ਪਤਾ ਹੋਣਾ ਕਿ ਅਸੀਂ ਡਾਕਟਰਾਂ ਨੂੰ ਪਤਾ। ਕੀ ਕਾਰਵਾਈ ਕੀਤੀ ਸਰ ਜਦੋਂ ਅਸੀਂ ਆਏ ਉਹਦੇ ਇੱਥੇ ਰੌਲਾ ਪੈਂਦਾ ਸੀ, ਰੌਲਾ ਢਾਇਆ ਕੇ ਡਾਕਟਰਾਂ ਤੇ ਲੱਖ ਲੈ ਲਿਆ ਜੀ। ਗੱਲ ਕੰਪਲੇਂਟ ਕੀਤੀ ਕੋਈ ਪਰਿਵਾਰ ਨੇ ਤੁਹਾਨੂੰ? ਸਾਨੂੰ ਕੋਈ ਕੰਪਲੇਂਟ ਨਹੀਂ ਕੀਤੀ ਸੀ, ਆਪਣੇ ਆਪ ਆਏ ਇੱਥੇ। ਮੈਂ ਰੌਲਾ ਦੇ ਕੇ ਆਏ ਜੀ ਤੁਸੀਂ? ਹਾਂਜੀ, ਡਿਊਟੀ ਮੇਰੀ 8 ਵਜੇ ਸੀ ਨਾਕੇ ਤੇ ਜੀ। ਮੈਂ ਪਿੰਡੋਂ ਆਉਂਦਾ, ਮੈਂ ਉੱਥੇ ਜਾ ਕੇ ਚੌਂਕੀ ਗੱਲ ਕੀਤੀ, ਫਿਰ ਇੱਥੇ ਆਏ ਹਾਂ। ਤੁਸੀਂ ਦੇਖਿਆ ਕਿ ਜਦੋਂ ਇੱਥੇ ਪਹੁੰਚੇ ਤੇ ਕਿਸ ਭਾਵ ਦੇ ਆਏ ਜੀ? ਅਸੀਂ ਇੱਥੇ ਰੌਲਾ ਪੈਣ ਦਾ ਇੱਥੇ ਖਲੋਤੇ ਸੀਗੇ, ਰੌਲਾ ਪੈਣ ਦਾ ਸੀ। ਸੜਕ ਜਾਮ ਕੀਤੀ ਸੀ ਇਹਨਾਂ ਨੇ? ਨਹੀਂ, ਸੜਕ ਨਹੀਂ ਜਾਮ ਕੀਤੀ। ਇੱਥੇ ਖਲੋਤੇ ਕਿੱਥੇ ਖਾਈ ਖੜੇ ਹੁਣ? ਇੱਥੇ ਖੜੇ ਆਪਣੇ ਡੇ ਰੌਲਾ ਪਾਉਣ। ਅਸੀਂ ਇਹ ਆਖਿਆ ਕਿਤੇ ਨੁਕਸਾਨ ਨਾ ਕਰਨ ਕਿਸੇ ਦਾ, ਕੋਈ ਨਾ ਉਧਰ ਉਧਰ ਹੀ।
ਹੁਣ ਸ਼ਾਂਤ ਹੈ ਸਾਰਾ? ਸਭ ਕੁਝ ਸ਼ਾਂਤ ਹੈ ਜੀ। ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਵਿਖੇ ਇੱਕ ਬੱਚੇ ਨੂੰ ਮੈਡੀਕਲ ਸਟੋਰ ਚਾਲਕ ਦੇ ਵੱਲੋਂ ਗਲਤ ਟੀਕਾ ਲਗਾ ਕੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਪਰਿਵਾਰ ਨੇ ਬੱਚੇ ਦੀ ਲਾਸ਼ ਨੂੰ ਅਜਨਾਲਾ ਦੇ ਮੇਨ ਚੌਂਕ ਦੇ ਵਿੱਚ ਰੱਖ ਕੇ ਮੈਡੀਕਲ ਸਟੋਰ ਚਾਲਕ ਦੇ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਤੇ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ ਹੈ। ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਵਿਖੇ ਇੱਕ ਬੱਚੇ ਨੂੰ ਮੈਡੀਕਲ ਸਟੋਰ ਚਾਲਕ ਵੱਲੋਂ ਗਲਤ ਟੀਕਾ ਲਗਾ ਕੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਪਰਿਵਾਰ ਨੇ ਬੱਚੇ ਦੀ ਲਾਸ਼ ਨੂੰ ਅਜਨਾਲਾ ਦੇ ਮੇਨ ਚੌਂਕ ਵਿੱਚ ਰੱਖ ਕੇ ਮੈਡੀਕਲ ਸਟੋਰ ਚਾਲਕ ਵਿਰੁੱਧ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ। ਦੇਖੋ ਅੰਮ੍ਰਿਤਸਰ ਤੋਂ ਪੱਤਰਕਾਰ ਮੁਕੇਸ਼ ਮਹਿਰਾ ਦੀ ਰਿਪੋਰਟ। ਮੇਰਾ ਨਾਮ ਅਮਰਜੀਤ ਸਿੰਘ ਆ, ਪਿੰਡ ਸਰਾਏ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ। ਮੈਂ ਆਪਣੇ ਬੱਚੇ ਦੀ ਦਵਾਈ ਲੈਣ ਆਇਆ ਮੈਡੀਕਲ ਸਟੋਰ, ਸਰਪਾਲ ਮੈਡੀਕਲ ਸਟੋਰ ਤੋਂ। ਉਹ ਕਹਿਣ ਲੱਗੇ ਵੀ ਮੈਂ ਵੀ ਦਵਾਈ ਦਿਓ ਬੱਚੇ ਨੂੰ ਖਾਰਸ਼ ਦੀ, ਕਹਿਣ ਲੱਗੇ ਵੀ ਟੀਕਾ ਲਾ ਦਿੰਨੇ। ਮੈਂ ਚੱਲ ਟੀਕਾ ਲਾ ਦਿਓ। ਟੀਕਾ ਲਾਤਾ ਤੇ 2-3 ਦਿਨ ਬਾਅਦ ਟੀਕਾ ਵੇਖਿਆ ਤੇ ਟੀਕਾ ਭਰ ਗਿਆ। ਉਹ ਫਿਰ ਮੈਂ ਆਇਆ ਕੱਲ ਇਹਨਾਂ ਕੋਲ ਤੇ ਕੱਲ ਫਿਰ ਇਹਨਾਂ ਨੇ ਖਾਰਸ਼ ਆਪਣਾ ਦਵਾਈ ਦਿੱਤੀ, ਪਤਾ ਨਹੀਂ ਕਿਹੜੀ ਗੋਲੀ ਦਿੱਤੀ ਆ, ਤੇ ਕੁਝ ਟੂਬ ਦੀ ਦਿੱਤੀ ਮਲਣ ਨੂੰ, ਵੀ ਆਹ ਟੀਕੇ ਤੇ ਮਲ ਲਈ ਠੀਕ ਹੋ ਜਾਣਾ। ਉਹ 10 ਮਿੰਟ ਬਾਅਦ ਗੋਲੀ ਦੇਣ ਦੇ 10 ਮਿੰਟ ਬਾਅਦ ਮੁੰਡਾ ਜਿਹੜਾ ਮੇਰਾ ਹੱਥ ਪੈਰ ਐਵੇਂ ਹਿਲਾਈ ਜਾਂਦਾ ਹੈ, ਨਿੰਮੋ ਝਾਣਾ ਹੋ ਗਿਆ, ਡਿੱਗਣ ਡਿਆ ਪਿਆ। ਤੇ ਬਾਅਦ 'ਚ ਮੈਂ ਸੋਚਿਆ ਵੀ ਹੋਰ ਕਿਸੇ ਨੂੰ ਕਿਉਂ ਨਾ ਵਿਖਾਵਾਂ। ਫਿਰ ਮੈਂ ਅਮਨਦੀਪ ਨੂੰ ਵਿਖਾਇਆ ਬੱਸ ਸਟੈਂਡ ਦੇ ਕੋਲ ਜਿਹੜਾ। ਉਹ ਕਹਿਣ ਲੱਗਾ ਵੀ ਇਹਨੂੰ ਇਨਫੈਕਸ਼ਨ ਹੋ ਗਈ ਆ, ਇਹਨੂੰ ਅੰਮ੍ਰਿਤਸਰ ਲੈ ਜਾ। ਫਿਰ ਮੈਂ ਇਹਨੂੰ ਅੰਮ੍ਰਿਤਸਰ ਲੈ ਗਿਆ ਵਾਂ। ਅੰਮ੍ਰਿਤਸਰ ਜਾਂਦਿਆਂ ਰਸਤੇ ਦੇ ਵਿੱਚ ਹੀ ਦਮ ਨਿਕਲ ਗਏ ਉਹਦੇ। ਧਰਨਾ ਕਿਉਂ ਲਾਇਆ? ਧਰਨਾ ਇਸੇ ਕਰਕੇ ਲਾਇਆ ਵੀ ਸਾਡੇ ਬੱਚੇ ਨੂੰ ਇਨਸਾਫ ਮਿਲੇ। ਇਹ ਜਿਹੜੇ ਮੈਡੀਕਲ ਸਟੋਰਾਂ ਵਾਲੇ ਨਜਾਇਜ਼ ਹੀ ਟੀਕੇ ਆ ਦਿੰਦੇ, ਲਾ ਲਓ, ਪਤਾ ਨਹੀਂ ਟੀਕਾ ਲਾਉਣ ਦਾ ਤੇ ਨਾ ਲਾਉਣ। ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ, ਜੋ ਵੀ ਕਾਰਵਾਈ ਇਹਨਾਂ ਤੇ ਬਣਦੀ ਹੋਣੀ ਚਾਹੀਦੀ ਆ। ਨਾਲਾ ਥਾਣੇ 'ਚ ਇੱਕ ਸਰਪਾਲ ਪਿੰਡ ਪੈਂਦਾ, ਉੱਥੋਂ ਦਾ ਅਮਰਜੀਤ ਸਿੰਘ ਲੜਕਾ ਹੈ, ਕਰੀਬ 9 ਸਾਲ ਉਮਰ ਹੈ। ਉਹ ਕੁਝ ਦਿਨਾਂ ਤੋਂ ਬਿਮਾਰ ਸੀ, ਉਹਨੂੰ ਜਿਹੜੀ ਸਕਿਨ ਇਨਫੈਕਸ਼ਨ ਦੀ ਪ੍ਰੋਬਲਮ ਆ ਰਹੀ ਸੀ। ਉਸ ਦੇ ਕਰਕੇ ਉਹ ਸਰਪਾਲ ਮੈਡੀਕਲ ਸਟੋਰ ਤੋਂ ਜਿਹੜੀ ਮੈਡੀਸਨ ਲੈ ਰਹੇ ਸੀਗਾ, ਔਰ ਉਸ ਦੇ ਦੌਰਾਨ ਉਹ ਟ੍ਰੀਟਮੈਂਟ ਦੇ ਦੌਰਾਨ ਕੋਈ ਇੰਜੈਕਸ਼ਨ ਵੀ ਉਹਨਾਂ ਵੱਲੋਂ ਲਗਾਇਆ ਗਿਆ। ਮੈਡੀਕਲ ਸਟੋਰ ਤੋਂ ਜਿਹੜੇ ਵੀ ਹੈਗੇ ਸੀ ਡਾਕਟਰ, ਇਹਨਾਂ ਨੇ ਕੰਪਲੇਂਟ ਕੀਤੀ ਹੈ। ਉਹ ਲੜਕੇ ਦੀ ਅੱਜ ਡੈਥ ਹੋ ਗਈ ਹੈ। ਇਹਨਾਂ ਨੇ ਕੰਪਲੇਂਟ ਕੀਤੀ ਹੈ ਕਿ ਜਿਹੜਾ ਇਹ ਮੈਡੀਕਲ ਸਟੋਰ ਤੇ ਡਾਕਟਰ ਹੈ, ਇਹਨੇ ਗਲਤ ਇੰਜੈਕਸ਼ਨ ਲਾਇਆ, ਜਿਸ ਨਾਲ ਇਹਦੀ ਮੌਤ ਹੋ ਗਈ ਹੈ। ਅਸੀਂ ਇਹਨਾਂ ਦਾ 174 ਦੀ ਜਿਹੜੀ ਕਾਰਵਾਈ ਕੀਤੀ ਹੈ, ਸਟੇਟਮੈਂਟ ਲੈ ਕੇ ਇਹਨਾਂ ਦੇ ਜਿਹੜੇ ਵਿਸਰੇ ਆ ਬਾਡੀ ਦੇ, ਉਹ ਭੇਜੇ ਹੋਏ ਆ ਕੈਮੀਕਲ ਐਗਜ਼ਾਮੀਨਰ ਕੋਲ ਚੰਡੀਗੜ੍ਹ, ਔਰ ਜੋ ਵੀ ਉਹਦੀ ਰਿਪੋਰਟ ਆਊਗੀ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ। ਇਹਨਾਂ ਦੇ ਅੱਜ ਧਰਨਾ ਲਗਾਇਆ ਕਿ ਉਸ ਦੇ ਖਿਲਾਫ ਜਿਹੜੀ ਹੈ FIR ਲੌਜ ਕਰੋ, ਬਟ ਵਿਦਆਊਟ ਕੈਮੀਕਲ ਐਗਜ਼ਾਮੀਨਰ ਜਿਹੜੀ ਰਿਪੋਰਟ ਹੈਗੀ ਉਸ ਤੋਂ ਬਗੈਰ ਅਸੀਂ ਪਰਚਾ ਦਰਜ ਨਹੀਂ ਕਰ ਸਕਦੇ। ਬੱਚਾ ਠੀਕ ਨਹੀਂ, ਇਹਨੂੰ ਖਾਂਸੀ ਦੀ ਪ੍ਰੋਬਲਮ ਹੀ ਥੋੜੀ ਜੀ, ਤੇ ਸਪਾਲ ਮੈਡੀਕਲ ਵਾਲਿਆਂ ਕੋਲ ਲਿਆਂਦਾ ਰਕੇਸ ਕੋਲ ਵੀ ਟੂਬ ਦੇ ਉਹਨੇ ਟੀਕਾ ਲਾਤਾ। ਟੀਕਾ ਜਿਹੜਾ ਰਿਐਕਸ਼ਨ ਕਰ ਗਿਆ, ਸਾਰਾ ਸਰੀਰ ਜਿਹੜਾ ਬੇਕਾਰ ਹੋ ਗਿਆ। ਬਾਅਦ 'ਚ ਲਿਆਏ, ਫਿਰ ਕੱਲ੍ਹ ਲਿਆਂਦਾ, ਕੱਲ੍ਹ ਵੀ ਦਵਾਈ ਦੇਤੀ। ਦਵਾਈ ਖਾਂਦਿਆਂ ਸਾਰੀ ਮੁੰਡਾ ਕੰਬਣ ਡਿਆ ਪਿਆ, ਤੇ ਇਹਨੇ ਜਵਾਬ ਦਿੱਤਾ, ਕਹਿੰਦਾ ਮੇਰੇ ਵੱਸ ਦੀ ਗੱਲ ਨਹੀਂ ਆ, ਅੰਮ੍ਰਿਤਸਰ ਲੈ ਜਾਓ। ਜਨਤਾ ਹਸਪਤਾਲ ਖੜਿਆ, ਹੇਰੀ ਜਾਂਦਾ ਪੂਰਾ ਹੋ ਗਿਆ, ਹੇਰੀ ਗਾਂ ਗਿਆ ਹੀ ਨਹੀਂ, ਹਸਪਤਾਲ ਗਿਆ ਹੀ ਨਹੀਂ ਗਾ। ਤੇ ਅਸੀਂ ਇਹਦੀ ਮੰਗ ਰੱਖੀ ਆ ਵੀ ਮਤਲਬ ਇਹਨਾਂ ਦੇ 302 ਲੱਗਣੀ ਚਾਹੀਦੀ ਆ। ਇਹਨਾਂ ਦਾ ਜਿਹੜਾ ਮੈਡੀਕਲ ਉਹ ਵੀ ਸੀਲ ਹੋਣਾ ਚਾਹੀਦਾ, ਕਿਉਂਕਿ ਇਹਨਾਂ ਨੂੰ ਅਥਾਰਟੀ ਨਹੀਂ ਹੈ ਟੀਕਾ ਲਾਉਣ ਦੀ। ਇਹ ਤਾਂ ਸਿਰਫ ਦਵਾਈ ਦੇ ਸਕਦੇ ਆ, ਕੋਈ ਇਲਾਜ ਕਰਨ ਦੇ ਇਹਨਾਂ ਦੇ ਕੋਲ ਲਾਇਸੈਂਸ ਨਹੀਂ ਹੈਗਾ। ਜੇ ਅਗਰ ਲੱਗਣੀ ਚਾਹੀਦੀ ਆ। ਇਹ ਬੱਚਾ 9 ਸਾਲ ਦਾ ਬੱਚਾ ਜਿਹਨੂੰ ਟੀਕਾ ਲਾ ਕੇ ਨਾ ਮਾਰਿਆ, ਤੇ ਅੱਜ ਵੇਖੋ ਸਾਡੇ ਬੱਚੇ ਨਾਲ ਇਹ ਗੱਲ ਕਿਸੇ ਨਾਲ ਵੀ ਹੋ ਸਕਦੀ ਹੈ। ਤੇ ਅੱਜ ਵੇਖੋ ਸਾਡਾ ਬੱਚਾ ਸੜਕ ਤੇ ਲਾਸ਼ ਪਈ ਆ, ਅਸੀਂ ਰੋਣ ਰਹੇ ਆ, ਉਹ ਦੁਕਾਨਾਂ ਖੋਲ੍ਹ ਕੇ ਦਵਾਈਆਂ ਵੇਚਣ ਰਹੇ। ਉਹਨਾਂ ਦਾ ਫਰਜ਼ ਬਣਦਾ ਸੀ ਅੱਜ ਚੱਲ ਉਹਨਾਂ ਦੇ ਕੋਲੋਂ ਟੀਕਾ ਲੱਗਾ, ਬੰਦਾ ਅੱਜ ਦਾ ਬੱਚਾ ਮਰਿਆ, ਅੱਜ ਦੀ ਦਿਹਾੜੀ ਤਾਂ ਬੰਦ ਕਰ ਦਿੰਦੇ। ਅੱਜ ਵੀ ਉਹਨਾਂ ਨੇ ਦੁਕਾਨ ਨਹੀਂ ਬੰਦ ਕੀਤੀ। ਇਹ ਕੰਮ ਕੀਤਾ ਕਿ ਸਾਡਾ ਬੱਚਾ ਮਰਿਆ, ਤੇ ਇਹ ਅਸੀਂ ਇੱਥੇ ਰੋਣ ਰਹੇ, ਹਸਪਤਾਲਾਂ 'ਚ ਫਿਰਨ ਰਹੇ, ਲਾਸ਼ਾਂ ਲੈ ਕੇ ਰੋਲ ਕੋਲ ਪਾਉਣ ਰਹੇ, ਤੇ ਇਹ ਦਵਾਈਆਂ ਵੇਚਣ ਰਹੇ ਨੇ। ਸਾਡਾ ਬੱਚਾ, ਮੇਰਾ ਮੁੰਡਾ ਖਾਰਸ਼ ਦੀ ਦਵਾਈ ਲੈਣਾ, ਇਹਨਾਂ ਟੀਕਾ ਲਾ ਦਿੱਤਾ, ਤੇ ਉਸੇ ਵੇਲੇ ਮੁੰਡਾ ਲੱਟ ਬਣਾਣਾ ਹੋ ਗਿਆ ਵਾ। ਬਾਅਦ 'ਚੋਂ ਫਿਰ ਦਵਾਈ ਲੈਣ ਆਏ, ਫਿਰ ਗੋਲੀ ਦਿੱਤੀ ਇੱਕ, ਉਹਦੇ ਨਾਲ ਫਰਕ ਹੀ ਫੇਰ ਪਿਆ, ਮੁੰਡਾ ਠੀਕ ਹੋਇਆ ਹੀ ਨਹੀਂ। ਬਾਅਦ 'ਚੋਂ ਸ਼ਹਿਰ ਲੈ ਕੇ ਆਈ, ਉੱਥੋਂ ਜਵਾਬ ਮਿਲ ਗਿਆ। ਮੁੰਡੇ ਨੇ ਜਿੰਨਾ ਮਾਰਿਆ ਸਾਫ਼ ਹੋਣਾ ਚਾਹੀਦਾ ਵਾ ਸਾਡੇ ਨਾਲ।
ਵਿਆਹ ਵਿੱਚ ਆਏ ਦਿਨ ਹੀ ਕੁਝ ਲੋਕਾਂ ਦੇ ਵੱਲੋਂ ਫੁਕਰੀਆਂ ਮਾਰੀਆਂ ਜਾਂਦੀਆਂ ਨੇ, ਹਵਾ ਦੇ ਵਿੱਚ ਹਵਾਈ ਫਾਇਰ ਕੀਤੇ ਜਾਂਦੇ ਨੇ। ਅਜਿਹੀਆਂ ਘਟਨਾਵਾਂ ਨੂੰ ਅੰਜਾਮ ਤਾਂ ਬੜੇ ਚਾਈ ਦਿੰਦੇ ਨੇ, ਪਰ ਕਈ ਵਾਰ ਛੋਟੇ ਬੱਚੇ ਜਾਂ ਫਿਰ ਕਈ ਹੋਰ ਬਜ਼ੁਰਗ ਵੀ ਇਸ ਦਾ ਸ਼ਿਕਾਰ ਹੋ ਜਾਂਦੇ ਨੇ, ਜਿਨ੍ਹਾਂ ਨੂੰ ਕਿ ਗੋਲੀਆਂ ਲੱਗਣ ਦੇ ਚਲਦੇ ਉਹਨਾਂ ਦੀ ਮੌਤ ਵੀ ਹੋ ਜਾਂਦੀ ਹੈ। ਅਜੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਅਤੇ ਇੱਕ ਵਾਰ ਫਿਰ ਅਜਿਹਾ ਹੀ ਮਾਮਲਾ ਅੰਮ੍ਰਿਤਸਰ ਦੇ ਹਲਕਾ ਅਟਾਰੀ ਤੋਂ ਸਾਹਮਣੇ ਆਇਆ ਹੈ। ਵਿਆਹਾਂ ਵਿੱਚ ਆਏ ਦਿਨ ਫੁਕਰਿਆਂ ਵੱਲੋਂ ਹਵਾ ਵਿੱਚ ਗੋਲੀਆਂ ਚਲਾ ਕੇ ਫੁਕਰੀ ਮਾਰੀ ਜਾਂਦੀ ਹੈ। ਇਸ ਫੁਕਰੀਬਾਜ਼ੀ ਦੇ ਵਿੱਚ ਕਈ ਵਾਰ ਵਿਆਹਾਂ ਦੇ ਵਿੱਚ ਕਈ ਮਾਸੂਮ ਤੇ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਨੇ, ਪਰ ਲੋਕ ਅਜੇ ਵੀ ਸੁਧਰਨ ਦਾ ਨਾਮ ਨਹੀਂ ਲੈ ਰਹੇ। ਤਾਜ਼ਾ ਮਾਮਲਾ ਹੈ ਅੰਮ੍ਰਿਤਸਰ ਦੇ ਅਟਾਰੀ ਦਾ, ਜਿੱਥੇ ਉਸ ਵੇਲੇ ਸਨਸਨੀ ਮਚ ਗਈ ਜਦੋਂ ਇੱਕ ਵਿਆਹ ਸਮਾਰੋਹ ਦੇ ਵਿੱਚ ਜਾਗੋ ਰਾਤ ਵੇਲੇ ਕੱਢੀ ਜਾ ਰਹੀ ਸੀ ਤਾਂ ਉੱਥੇ ਇੱਕ ਨੌਜਵਾਨ ਵੱਲੋਂ ਹਵਾ 'ਚ ਫਾਇਰ ਕੀਤੇ ਗਏ। ਜਦੋਂ ਹਵਾ ਵਿੱਚ ਫਾਇਰ ਕਰਦਿਆਂ ਦੀ ਵੀਡੀਓ ਫੋਟੋਗ੍ਰਾਫਰ ਵੱਲੋਂ ਬਣਾਉਣ ਤੋਂ ਮਨਾ ਕਰ ਦਿੱਤਾ ਗਿਆ ਤਾਂ ਵਿਆਹ ਵਾਲਿਆਂ ਦੇ ਵਿੱਚ ਅਤੇ ਫੋਟੋਗ੍ਰਾਫਰ ਦੇ ਵਿੱਚ ਕਾਫੀ ਤਕਰਾਰ ਹੋ ਗਈ, ਜਿਸ ਤੋਂ ਬਾਅਦ ਵਿਆਹ ਵਾਲਾ ਲੜਕਾ ਤੇ ਫੋਟੋਗ੍ਰਾਫਰ ਦੇ ਵਿੱਚ ਕਾਫੀ ਹੱਥੋਂ-ਪਾਈ ਹੋਈ। ਵਿਆਹ ਵਾਲੇ ਲੜਕੇ ਵੱਲੋਂ ਫੋਟੋਗ੍ਰਾਫਰ ਦੇ ਮੱਥੇ ਤੇ ਸਿੱਧੀ ਪਿਸਤੌਲ ਤਾਣ ਦਿੱਤੀ ਗਈ ਅਤੇ ਜਦੋਂ ਉਸ ਵੱਲੋਂ ਫਾਇਰ ਕੱਢਿਆ ਗਿਆ ਤਾਂ ਫੋਟੋਗ੍ਰਾਫਰ ਦੇ ਦੂਸਰੇ ਸਾਥੀ ਨੇ ਫੋਟੋਗ੍ਰਾਫਰ ਨੂੰ ਖੇਤ ਲੈ ਗਿਆ, ਜਿਸ ਦੇ ਨਾਲ ਕਿ ਫੋਟੋਗ੍ਰਾਫਰ ਦੀ ਬੜੀ ਮੁਸ਼ਕਿਲ ਦੇ ਨਾਲ ਜਾਨ ਬਚ ਗਈ। ਦੇਖੋ ਅੰਮ੍ਰਿਤਸਰ ਤੋਂ ਪੱਤਰਕਾਰ ਮੁਕੇਸ਼ ਮਹਿਰਾ ਦੀ ਰਿਪੋਰਟ। ਮੇਰਾ ਨਾਮ ਜੀ ਚਾਂਦ ਕੁਮਾਰ। ਹਾਂਜੀ, ਕੀ ਹੈ ਜੀ, ਕਿੱਥੇ ਗਏ ਸੀ ਸ਼ੂਟਿੰਗ ਕਰਨ? 18 ਤਰੀਕ ਰਾਤ ਦੀ ਹੈ ਨਾ ਜੀ, ਆਪਾਂ ਮੈਂ ਤੇ ਮੇਰਾ ਭਰਾ ਵੱਡਾ ਰੋੜਾ ਵਾਲੇ ਪਿੰਡ ਲਾਗੇ ਹੈ ਨਾ ਸਾਡੇ ਮਤਲਬ ਪੈਂਦਾ ਵਾ, ਤੇ ਉੱਥੇ ਆਪਾਂ ਜਾਗੋ ਖਿੱਚਣ ਗਏ ਸੀਗੇ। ਉਹ ਵੀ ਉਹਨਾਂ ਦੇ ਟਾਈਮ ਹੀ ਸਾਨੂੰ ਬੋਲਿਆ ਜਾਗੋ ਖਿੱਚਣ ਵਾਸਤੇ। ਅਸੀਂ ਉੱਥੇ ਗਏ ਤੇ ਜੀ ਇੱਕ ਮੁੰਡਾ ਸੀ ਉੱਥੇ, ਉਹਨੇ ਮਤਲਬ ਫਾਇਰ ਕੱਢਿਆ। ਵੱਡਾ ਵੀਰ ਮੇਰਾ ਵੀਡੀਓ ਬਣਾ ਰਿਹਾ ਸੀਗਾ ਤੇ ਵੀਡੀਓ ਬਣਾ ਰਿਹਾ ਸੀ ਤੇ ਇਹਨੇ ਉਹਨੂੰ ਵੀਰ ਨੂੰ ਕਿਹਾ ਵੀ ਤੂੰ ਮੇਰਾ ਵੀਰ ਨਾ ਥੋੜ੍ਹਾ ਸਾਈਡ 'ਤੇ ਹੋ ਕੇ ਫਾਇਰ ਕੱਢ ਲਾ ਜਿਹੜੇ ਕੱਢਣੇ ਆ। ਤੇ ਉਹਨੇ ਕੀ ਕੀਤਾ ਜੀ, ਉਹ ਕਹਿੰਦਾ ਤੂੰ ਆਪਣਾ ਕੈਮਰਾ ਬੰਦ ਕਰ ਤੇ ਘਰ ਨੂੰ ਜਾ। ਤੇ ਚਲੋ ਇਹਦੇ ਘਰ ਨੂੰ ਆਪਾਂ ਇਹਨੇ ਵੱਡੇ ਵੀਰ ਨੇ ਕੈਮਰਾ ਬੰਦ ਕਰ ਲਿਆ ਤੇ ਅਸੀਂ ਪਿੱਛੇ ਮੁੜ ਆਏ। ਤੇ ਜਿਹੜਾ ਅੱਗੋਂ ਵਿਆਹ ਵਾਲਾ ਮੁੰਡਾ ਸੀਗਾ ਤੇ ਉਹ ਪਿੱਛੇ ਆਇਆ, ਅਸੀਂ ਤੈਨੂੰ ਪੈਸੇ ਨਹੀਂ ਦਿੱਤੇ, ਨਾਲ ਮਾਂ ਭੈਣ ਦੀਆਂ ਗਾਲਾਂ ਕੱਢਣ ਲੱਗ ਪਿਆ। ਉਸ ਤੋਂ ਬਾਅਦ ਉਹਨੇ ਜੀ ਉਹ ਮੁੰਡੇ ਕੋਲ ਰਿਵੋਲਵਰ ਫੜ ਕੇ ਤੇ ਮੇਰੇ ਸਿਰ ਤੇ ਸਿੱਧਾ ਤਾਣਤਾ ਤੇ ਇਹਨੇ ਫਾਇਰ ਕੱਢਤਾ। ਤੇ ਇਹ ਸ਼ੁਕਰ ਇਹ ਆ ਵੀ ਭਰਾ ਮੇਰੇ ਨੇ ਮੈਨੂੰ ਖਿੱਚ ਲਿਆ, ਜਿਹਦੇ ਕਰਕੇ ਮੇਰਾ ਬਚਾਅ ਹੋ ਗਿਆ, ਨਹੀਂ ਤੇ ਔਨ ਦੀ ਸਪੋਟ ਮੇਰੀ ਰਾਤ ਡੈਥ ਹੋ ਸਕਦੀ ਸੀ। ਰਿਵਾਲਵਰ ਕਿੰਨੇ ਤਾਣੇ? ਵਿਆਹ ਵਾਲੇ ਮੁੰਡੇ। ਕੀ ਨਾਮ ਹੈ? ਨਾਂ ਦਾ ਅਮਰਤ ਆ ਸ਼ਾਇਦ। ਤਾਂ ਹੋਇਆ ਕੀ ਉਹ ਲਾਇਸੈਂਸੀ ਹੈ ਜਾਂ ਇਹਦਾ ਨਹੀਂ ਆਪਾਂ ਨੂੰ ਪਤਾ ਜੀ। ਕਿੰਨੇ ਫਾਇਰ ਕੱਢੇ ਸੀ ਉੱਥੇ? ਕਮ ਸੇ ਕਮ ਇਹਨਾਂ 5-6 ਫਾਇਰ ਤਾਂ ਕੱਢੇ ਹੋਣਗੇ। ਪਹਿਲਾਂ ਜਾਗੋ ਘਰ ਦੇ ਜਦੋਂ ਸ਼ੁਰੂ ਹੋਈ ਆ ਉਦੋਂ ਇੱਕ ਫਾਇਰ ਕੱਢਿਆ, ਉਸ ਤੋਂ ਬਾਅਦ ਹੋਰ ਦੂਜੇ ਪਾਸੇ ਜਾ ਕੇ। ਕੀ ਹੈ ਲੜਾਈ ਕਿਉਂ ਹੋਈ ਜੀ? ਕਾਰਨ ਜੀ ਦੇਖੋ, ਉਹਨੇ ਆਪਾਂ ਨੂੰ ਨਹੀਂ ਪਤਾ, ਇੱਕ ਮੁੰਡਾ ਗੋਪੀ ਕੋਈ ਹੈਗਾ ਡਾਕਟਰ ਆਪਣੇ ਆਪ ਨੂੰ ਕਹਿੰਦਾ ਹੈ ਨਾ ਜੀ, ਤੇ ਉਹਨੇ ਫਾਇਰ ਕੱਢਿਆ ਤੇ ਬਸ ਫਾਇਰ ਕੱਢਣ ਤੋਂ ਬਿਲਕੁਲ ਸਾਡੇ ਮਤਲਬ ਭਰਾ ਦੇ ਮੇਰੇ ਬਿਲਕੁਲ ਕੰਨ ਦੇ ਲਾਗੇ ਕੱਢਿਆ। ਤੇ ਵੱਡੇ ਵੀਰ ਨੇ ਬਸ ਉਹਨੂੰ ਇਹੀ ਗੱਲ ਬੋਲੀ ਆ ਵੀ ਮੇਰਾ ਵੀਰ ਸਾਈਡ 'ਤੇ ਹੋ ਕੇ ਤੂੰ ਆਪਣਾ ਜਿਹੜਾ ਵੀ ਕੱਢਣਾ ਫਾਇਰ ਤਾਂ ਸਾਈਡ 'ਤੇ ਹੋ ਕੇ ਕੱਢ ਲਾ। ਬਸ ਉਹਨੇ ਅੱਗੋਂ ਕਹਿੰਦਾ ਵੀ ਤੂੰ ਆਪਣਾ ਕੈਮਰਾ ਬੰਦ ਕਰ ਤੇ ਘਰ ਨੂੰ ਜਾ। ਵੱਡੇ ਵੀਰ ਨੇ ਕੈਮਰਾ ਬੰਦ ਕਰ ਲਿਆ ਤੇ ਇਹ ਆ ਗਿਆ। ਤੇ ਉਸ ਤੋਂ ਬਾਅਦ ਫਿਰ ਵਿਆਹ ਵਾਲੇ ਮੁੰਡੇ ਨਾਲ ਸਾਰੀ ਗੱਲਬਾਤ ਹੋਈ। ਤੇ ਜਦੋਂ ਆਪਾਂ ਵੱਡਾ ਵੀਰ ਥੋੜ੍ਹਾ ਜਿਹਾ ਅੱਗੇ ਚੱਲ ਗਿਆ ਕੈਮਰਾ ਬੰਦ ਕਰਕੇ, ਤੇ ਉਸ ਤੋਂ ਬਾਅਦ ਮੈਂ ਪਿੱਛੇ ਆਇਆ ਤੇ ਮੈਨੂੰ ਇਹ ਘੱਟ ਤੋਂ ਘੱਟ ਵੀ 10-15 ਜਾਣਿਆਂ ਨੇ ਮੈਨੂੰ ਫੜ ਲਿਆ ਤੇ ਮੇਰੇ ਨਾਲ ਮਾਰ ਕੁਟਾਈ ਕੀਤੀ ਆ। ਉਸ ਤੋਂ ਬਾਅਦ ਜੀ ਮੈਂ ਫਿਰ ਚਲੋ ਮਾੜਾ ਮੋਟਾ ਛੁੱਟ ਕੇ ਉਹਨਾਂ ਕੋਲੋਂ, ਤੇ ਮੈਂ ਵੱਡੇ ਵੀਰ ਨੂੰ ਕਿਹਾ ਮੈਂ ਕਿਹਾ ਮੋਟਰਸਾਈਕਲ ਫੜ ਆਪਣਾ ਚਲੀਏ ਘਰ ਨੂੰ। ਤੇ ਇਹਨੇ ਮੋਟਰਸਾਈਕਲ ਸਟਾਰਟ ਕੀਤਾ ਤੇ ਜਦ ਮੋਟਰਸਾਈਕਲ ਸਟਾਰਟ ਕੀਤਾ ਉਹਨਾਂ ਨੇ ਫਿਰ ਮਗਰ ਸਾਡੇ ਆਣ ਕੇ ਸਾਨੂੰ ਫਿਰ ਥੱਲੇ ਲਾ ਲਿਆ ਤੇ ਉੱਥੇ ਫਿਰ ਮੇਰੀ ਤੇ ਭਰਾ ਮੇਰੇ ਦੀ ਮਾਰ ਕੁਟਾਈ ਕੀਤੀ ਆ। ਤੇ ਵੱਡਾ ਵੀਰ ਥੋੜ੍ਹਾ ਜਿਹਾ ਫਿਰ ਅਗਲੇ ਪਾਸੇ ਸੀਗਾ, ਉਹ ਲਾਗੇ ਉੱਥੇ ਸਾਡੇ ਮੌਜੂਦਾ ਕੋਈ ਹੈਗੇ ਆਪਣੇ ਅੰਗਰੇਜ਼ ਸਿੰਘ ਜੀ, SHO ਸ਼ਾਇਦ ਸਬ ਇੰਸਪੈਕਟਰ ਹੈਗੇ ਆ, ਉਹਨਾਂ ਦਾ ਘਰ ਦਾ ਬੂਹਾ ਖੜਕਾਇਆ ਤੇ ਉਹਨਾਂ ਦੇ ਘਰ ਦਾ ਬੂਹਾ ਖੜਕਾ ਕੇ ਉਹਨਾਂ ਨੇ ਮਤਲਬ ਸਾਨੂੰ ਆਣ ਕੇ ਬਚਾਇਆ। ਸ਼ਿਕਾਇਤ ਅੱਜ ਕਰਾਈ ਨਹੀਂ ਹੁੰਦੀ? ਹਾਂਜੀ ਰਾਤੀ ਪੁਲਿਸ ਨੂੰ ਕਰਵਾਤੀ ਦਰਖਾਸਤ ਆਪਾਂ ਜੀ, ਤੇ ਕਾਰਵਾਈ ਕਰ ਰਹੇ ਆ। ਤੇ ਸਾਡੀ ਇਹੋ ਮੰਗ ਹੈ ਜੀ ਸਾਨੂੰ ਪ੍ਰਸ਼ਾਸਨ ਕੋਲੋਂ ਵੀ ਸਾਨੂੰ ਇਨਸਾਫ ਬਣਦਾ ਦਿਵਾਇਆ ਜਾਵੇ। ਸਾਡਾ ਕੈਮਰਾ ਵੀ ਉਹਨਾਂ ਨੇ ਤੋੜ ਦਿੱਤਾ, ਉਹਦਾ ਸਾਡਾ ਇਨਸਾਫ ਦਿਵਾਇਆ ਜਾਵੇ। ਇਸ ਤੋਂ ਪਹਿਲਾਂ ਕਈ ਫੋਟੋਗ੍ਰਾਫਰਾਂ ਦੇ ਗੋਲੀਆਂ ਲੱਗੀਆਂ ਨੇ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੇ ਵਿੱਚ? ਹਾਂਜੀ, ਬਥੇਰਾ ਕੁਛ ਹੁੰਦਾ ਜੀ। ਸਾਡੇ ਇੱਧਰ ਪਹਿਲਾਂ ਭਿੱਖੀਵਿੰਡ ਵਾਲੀ ਸ਼ਾਇਦ ਹੋਇਆ ਇਹ ਕੰਮ, ਤੇ ਇਸੇ ਕਰਕੇ ਜੀ ਸਿਰਫ ਕਿਹਾ ਵੀ ਉਹਨਾਂ ਨੂੰ ਵੀ ਸਾਈਡ 'ਤੇ ਹੋ ਕੇ ਤੁਸੀਂ ਗੋਲੀਆਂ ਚਲਾਓ, ਤੇ ਬਸ ਆਹੀ ਕੰਮ ਹੋਇਆ। ਵਿਆਹ 'ਚ ਲੋਕ ਕਿੰਨੇ ਸੀਗੇ? ਵਿਆਹ 'ਚ ਹੋਣਗੇ ਜੀ 60-70 ਦੇ ਕਰੀਬ ਤਾਂ ਲੋਕ ਹੋਣਗੇ ਜਾਗੋ ਦੇ ਵਿੱਚ ਜੀ। ਹਾਂਜੀ ਸਰ, ਕੀ ਮਾਮਲਾ ਜੀ? ਰਾਤ ਕਰੀਬ 10:30 ਵਜੇ ਇੱਕ ਟੈਲੀਫੋਨ ਚਾਂਦ ਕੁਮਾਰ ਪੁੱਤਰ ਵਿਸ਼ਵਿੰਦਰ ਨਾਥ ਵਾਸੀ ਅਟਾਰੀ ਨੇ ਫੋਨ ਕਰਕੇ ਮੈਨੂੰ ਦੱਸਿਆ ਕਿ ਉਧਾਰ ਕੇ ਸਟੂਡੀਓ ਅਟਾਰੀ ਵਿੱਚ ਤੇ ਉਹ ਇੱਕ ਵਿਆਹ ਦੇ ਪ੍ਰੋਗਰਾਮ ਵਿੱਚ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਲਈ ਗਿਆ ਵਾ, ਜਿੱਥੇ ਇੱਕ ਗੋਪੀ ਪੁੱਤਰ ਬੀਰਾ ਸਿੰਘ ਵਾਸੀ ਲੱਦੇਵਾਲ ਨਾਂ ਦੇ ਲੜਕਾ ਜਿਹੜਾ ਵਾ ਉਹਨੇ ਵਿਆਹ ਵਿੱਚ ਹਵਾਈ ਫਾਇਰ ਕੀਤੇ
ਤੇ ਜਿਹੜੀ ਉਹਦੇ ਕੈਮਰੇ ਵਿੱਚ ਉਸ ਦੀ ਹੋ ਸਕਦਾ ਵਾ ਸ਼ੂਟਿੰਗ ਹੋ ਗਈ ਹੋਵੇ, ਉਸ ਸ਼ੂਟਿੰਗ ਦੇ ਮੁਤਾਬਕ ਉਸ ਲੜਕੇ ਨੇ ਉਹਦੇ ਨਾਲ ਫੋਟੋਗ੍ਰਾਫਰ ਨਾਲ ਧੱਕਾ ਮੁੱਕੀ ਸ਼ੁਰੂ ਕਰ ਦਿੱਤੀ, ਜਿੱਥੋਂ ਦੋਵੇਂ ਜਣਿਆਂ ਦਾ ਝਗੜਾ ਹੋ ਗਿਆ ਆਪਸ ਵਿੱਚ। ਅਤੇ ਉਹ ਜਿਹੜਾ ਗੁਰਪ੍ਰੀਤ ਸਿੰਘ ਪੁੱਤਰ ਵੀਰਾ ਸਿੰਘ ਉੱਥੋਂ ਮੌਕੇ 'ਤੇ ਦੌੜ ਗਿਆ। ਅਤੇ ਅਸੀਂ ਜੋ ਵੀ ਉਹਨਾਂ ਦੇ ਚਾਂਦ ਕੁਮਾਰ ਦੀ ਇਨਫੋਰਮੇਸ਼ਨ ਮੁਤਾਬਕ ਮੌਕੇ 'ਤੇ ਪਹੁੰਚ ਕੇ ਤਫਤੀਸ਼ ਕਰ ਰਹੇ ਹਾਂ ਅਤੇ ਜਿਹੜਾ ਗੁਰਪ੍ਰੀਤ ਸਿੰਘ ਹੈ ਇਹਦੀ ਭਾਲ ਕਰ ਰਹੇ ਹਾਂ। ਨੁਕਸਾਨ ਕੀ ਹੋਇਆ ਸਰ ਉਹਦੇ ਵਿੱਚ? ਇਹਦੇ ਵਿੱਚ ਕਿਸੇ ਵੀ ਧਿਰ ਦਾ ਕੋਈ ਨੁਕਸਾਨ ਨਹੀਂ ਹੋਇਆ, ਹੱਥੋਂ ਪਾਈ ਹੋਏ ਨੇ। ਅਤੇ ਜਿਹੜਾ ਚਾਂਦ ਕੁਮਾਰ ਉਹਨੂੰ ਮੈਂ ਪੁੱਛਿਆ ਸੀ ਵੀ ਉਹਦੀ ਕੋਈ ਚੀਜ਼ ਉੱਥੇ ਮੌਕੇ ਦੇ ਵਿਆਹ ਵਿੱਚ ਕੋਈ ਗਵਾਚੀ ਜਾਂ ਕਿਸੇ ਨੇ ਕੋਈ ਲਈ ਹੋਵੇ, ਅਤੇ ਉਹ ਇਹੋ ਜਿਹੀ ਚੀਜ਼ ਅਜੇ ਉਹੋ ਜਿਹੀ ਨੋਟਿਸ 'ਚ ਨਹੀਂ ਆਈ ਵੀ ਕੋਈ ਉਹੋ ਜਿਹਾ ਨੁਕਸਾਨ ਹੋਇਆ। ਸਰ ਆਰਮ ਐਕਟ ਦੇ ਤਹਿਤ ਕੀ ਮਾਮਲਾ? ਇਹਦੇ ਵਿੱਚ ਸਾਰੀ ਗੱਲ ਤਸਦੀਕ ਹੋਣ ਤੋਂ ਬਾਅਦ ਜੋ ਵੀ ਧਾਰਾਵਾਂ ਬਣਦੀਆਂ ਨੇ ਕਾਨੂੰਨ ਤਹਿਤ ਉਹਨਾਂ ਤੇ ਮੁਕੱਦਮਾ ਦਰਜ ਕੀਤਾ। ਸਰ ਕੋ ਪਤਾ ਲੱਗਾ ਜਿਹੜਾ ਪਿਸਟਲ ਹੈ ਉਹ ਲਾਇਸੈਂਸੀ ਹੈ ਦੂਸਰਾ? ਇਹ ਵੈਰੀਫਾਈ ਕਰਦੇ ਪਏ ਆ, ਤਫਤੀਸ਼ ਪੜਤਾਲ ਕਰਦੇ ਪਏ ਆ ਵੀ ਗੁਰਪ੍ਰੀਤ ਸਿੰਘ ਦੇ ਜਾਂ ਬਾਪ ਦੇ ਜਾਂ ਕਿਸੇ ਦੇ ਨਾਮ 'ਤੇ ਕੋਈ ਲਾਇਸੈਂਸ ਜਾਂ ਗੁਰਪ੍ਰੀਤ ਸਿੰਘ ਦੇ ਖੁਦ ਨਾਮ 'ਤੇ ਕੋਈ ਲਾਇਸੈਂਸ ਹੈ ਆ। ਇਹਦੇ ਬਾਰੇ ਤਫਤੀਸ਼ ਜੋ ਮਦਈ ਦੇ ਦੱਸਣ ਮੁਤਾਬਕ 2 ਫਾਇਰ ਹੋਏ ਨੇ, ਇੱਕ ਕਿਸੇ ਜਾਣ ਲੱਗਿਆ ਹੋਇਆ ਵਾ ਅਤੇ ਇੱਕ ਉੱਥੇ ਉਹਨਾਂ ਨੇ ਜਦੋਂ ਜਾਗੋ ਵਗੈਰਾ ਦੇ ਵਿੱਚ ਚੱਲਦੀ ਪਈ ਸੀ ਉੱਥੇ ਹੋਇਆ। ਸਰ ਕੋਈ ਅਨਸੁਖਾਵੀ ਘਟਨਾ ਵੀ ਹੋ ਸਕਦੀ ਸੀ? ਹਾਂ, ਜੇਕਰ ਸਿੱਧੀ ਚੱਲ ਜਾਂਦੀ ਜਾਂ ਕਿਤੇ ਹੋਰ ਤੇ ਅਨਸੁਖਾਵੀ ਹੋ ਸਕਦੀ, ਪਰ ਜੋ ਮਦਈ ਦੇ ਦੱਸਣ ਮੁਤਾਬਕ ਹੈ ਵੀ ਹਵਾਈ ਫਾਇਰ ਹੋਏ ਉਹਦੇ ਮੁਤਾਬਕ ਅਸੀਂ ਕਰ ਰਹੇ। ਨਹੀਂ, ਉਹਨਾਂ ਨੇ ਕੋਈ ਪਰਮਿਸ਼ਨ ਨਹੀਂ ਸੀ ਲਈ। ਇਸ ਸੰਬੰਧੀ ਜਿਹੜਾ ਵਾ ਉਹ ਅਲੱਗ ਅਸੀਂ ਜਿਹੜੇ ਉਹਨਾਂ ਦੇ ਮੈਂਬਰ ਸੀਗੇ ਵੀਡੀਓ ਵਿੱਚ ਗਿਣਤੀ ਕਰ ਰਹੇ ਹਾਂ ਵੀ ਉਹ ਕਿੰਨੇ ਮੈਂਬਰ ਸੀ, ਪਰਿਵਾਰ ਤੋਂ ਬਾਹਰ ਦੇ ਸੀਗੇ ਜਾਂ ਕੋਈ ਰਿਸ਼ਤੇਦਾਰ ਆਏ ਸੀ ਜਾਂ ਜੋ, ਇਹ ਸਾਰੀ ਤਫਤੀਸ਼ ਕਰਕੇ ਜਿਹੜੀ ਕਾਰਵਾਈ ਅਮਲ 'ਚ ਲਿਆਵਾਂਗੇ। ਸਰ ਅੱਜ ਉੱਥੇ ਸਗਨ ਹੈ ਅਤੇ ਉੱਥੇ ਕੁਆਂਟੀਟੀ ਦੇਖੀ ਗਈ ਕਿੰਨੀ ਜਨਤਾ ਇਕੱਠੀ ਹੋਈ ਹੈ ਉੱਥੇ ਵਿਆਹ ਵਿੱਚ ਜਾਂ ਉੱਥੇ? ਸ਼ਗਨ ਕਿ ਅੱਜ ਸਾਡੇ ਨਾ ਤਾਂ ਕਿਸੇ ਕੋਲ ਪਰਮਿਸ਼ਨ ਲਈ ਗਈ ਹੈ, ਨਾ ਸ਼ਗਨ ਬਾਰੇ ਕੁਝ ਦੱਸਿਆ ਗਿਆ ਵਾ। ਫਿਰ ਵੀ ਅਸੀਂ ਪਤਾ ਕਰ ਲੈਂਦੇ ਕਿਹੜੇ ਪੈਲੇਸ 'ਚ ਕੋਈ ਸ਼ਗਨ ਹੈ। ਜੇ ਕਿਤੇ ਹੋਏਗਾ ਅਤੇ ਜੇ ਕਿਸੇ ਨੇ ਜੋ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਨਹੀਂ ਪਾਲਣਾ ਕੀਤੀ ਹੋਏਗੀ ਅਤੇ ਜੋ ਵੀ ਬਣਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਜਾਏਗਾ। ਜੇਕਰ ਜੋ ਸਰਕਾਰ ਵੱਲੋਂ ਆ ਉਹ ਗਾਈਡਲਾਈਨਸ ਉਹਨਾਂ ਦੀ ਪਾਲਣਾ ਨਹੀਂ ਹੋਏਗੀ ਅਤੇ ਫਿਰ ਉਹ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਜਾਏਗਾ। ਕੇਂਦਰ ਸਰਕਾਰ ਦੇ ਵੱਲੋਂ ਖੇਤੀਬਾੜੀ ਆਰਡੀਨੈਂਸ ਬਿੱਲ ਪਾਸ ਕਰਕੇ ਜਿੱਥੇ ਸੂਬੇ ਭਰ ਵਿੱਚ ਹਾਹਾਕਾਰ ਮਚਾ ਦਿੱਤੀ ਗਈ ਹੈ, ਉੱਥੇ ਹੀ ਕੇਂਦਰ ਸਰਕਾਰ ਦੇ ਵੱਲੋਂ ਹੁਣ ਚੁੱਪ-ਚੁਪੀਤੇ 2020 ਦੀ ਸਿੱਖਿਆ ਨੀਤੀ ਵੀ ਲਾਗੂ ਕਰ ਦਿੱਤੀ ਗਈ ਹੈ, ਜਿਸ ਦੇ ਤਹਿਤ ਨਾਭਾ ਵਿਖੇ ਸਿੱਖਿਆ ਵਿਕਾਸ ਮੰਚ ਪੰਜਾਬ ਅਤੇ ਬਾਲ ਮੇਲਾ ਆਯੋਜਿਤ ਕਮੇਟੀ ਦੇ ਵੱਲੋਂ ਵਿਚਾਰ ਚਰਚਾ ਵਿਸ਼ਾ ਸਿੱਖਿਆ ਨੀਤੀ 2020 ਤੇ ਪੈਣ ਵਾਲੇ ਪ੍ਰਭਾਵਾਂ ਦੇ ਸੰਬੰਧੀ ਵਿਸ਼ੇਸ਼ ਚਰਚਾ ਕੀਤੀ ਗਈ ਹੈ। ਵੇਖੋ ਇਹ ਰਿਪੋਰਟ। ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਆਰਡੀਨੈਂਸ ਬਿੱਲ ਪਾਸ ਕਰਕੇ ਜਿੱਥੇ ਪੂਰੇ ਸੂਬੇ ਭਰ ਵਿੱਚ ਹਾਹਾਕਾਰ ਮਚੀ ਹੋਈ ਹੈ, ਉੱਥੇ ਹੀ ਹੁਣ ਕੇਂਦਰ ਸਰਕਾਰ ਵੱਲੋਂ ਚੁੱਪ-ਚੁਪੀਤੇ 2020 ਸਿੱਖਿਆ ਨੀਤੀ ਲਾਗੂ ਕਰ ਦਿੱਤੀ ਗਈ, ਜਿਸ ਦੇ ਤਹਿਤ ਨਾਭਾ ਵਿਖੇ ਸਿੱਖਿਆ ਵਿਕਾਸ ਮੰਚ ਪੰਜਾਬ ਅਤੇ ਬਾਲ ਮੇਲਾ ਆਯੋਜਿਤ ਕਮੇਟੀ ਵੱਲੋਂ ਵਿਚਾਰ ਚਰਚਾ ਵਿਸ਼ਾ ਸਿੱਖਿਆ ਨੀਤੀ 2020 ਤੇ ਪੈਣ ਵਾਲੇ ਪ੍ਰਭਾਵਾਂ ਸੰਬੰਧੀ ਵਿਸ਼ੇਸ਼ ਚਰਚਾ ਕੀਤੀ ਗਈ। ਦੇਖੋ ਨਾਭਾ ਤੋਂ ਪੱਤਰਕਾਰ ਹਰਪਾਲ ਸਹਾਰਨ ਦੀ ਰਿਪੋਰਟ। ਜਿਹੜੀ ਨਵੀਂ ਸਿੱਖਿਆ ਨੀਤੀ ਕੇਂਦਰ ਸਰਕਾਰ ਨੇ ਜਾਰੀ ਕੀਤੀ ਹੈ, ਉਹਦੇ 'ਚ ਕਈ ਗੱਲਾਂ ਨੇ। ਇੱਕ ਤਾਂ ਇਹੀ ਹੈ ਕਿ ਤੁਰੰਤ ਜਾਰੀ ਕਰਨ ਦੀ ਲੋੜ ਨਹੀਂ ਸੀ, ਕਿਉਂਕਿ ਜਿੰਨਾ ਚਿਰ ਕਰੋਨਾ ਚੱਲਦਾ ਲੋਕ ਡਰ ਤੇ ਸਹਿਮ ਦੇ ਮਾਹੌਲ 'ਚ ਨੇ। ਇਹਦੇ 'ਤੇ ਹੋਰ ਖੁੱਲ੍ਹ ਕੇ ਚਰਚਾ ਹੋਣੀ ਚਾਹੀਦੀ ਹੈ। ਪਾਰਲੀਮੈਂਟ 'ਚ ਵੀ ਚਰਚਾ ਹੋਣੀ ਚਾਹੀਦੀ ਸੀ, ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਵਿੱਚ ਵੀ ਅਤੇ ਬਾਕੀ ਲੋਕਾਂ ਦੇ ਵਿੱਚ। ਇਹਦੇ ਨਾਲ ਤਾਕਤਾਂ ਦਾ ਕੇਂਦਰੀਕਰਨ ਹੋਰ ਜ਼ਿਆਦਾ ਬਹੁਤ ਜ਼ਿਆਦਾ ਹੋ ਜਾਣਾ ਹੈ ਔਰ ਸੂਬਿਆਂ ਦੀਆਂ ਤਾਕਤਾਂ ਹੋਰ ਘਟਣੀਆਂ ਨੇ। ਜਿਵੇਂ ਖੇਤੀ ਆਰਡੀਨੈਂਸ ਨੇ, ਉਵੇਂ ਸਿੱਖਿਆ ਦੀ ਨੀਤੀ ਵੀ ਤਾਕਤਾਂ ਦਾ ਕੇਂਦਰੀਕਰਨ ਦੀ ਗੱਲ ਕਰਦੀ ਹੈ। ਦੂਜੀ ਗੱਲ, ਇਸ ਨੀਤੀ ਨੇ ਜਿਹੜੇ ਮੌਜੂਦਾ ਹਾਲਾਤ ਨੇ ਉਹਨਾਂ ਨੂੰ ਧਿਆਨ ਦੇ ਵਿੱਚ ਨਹੀਂ ਰੱਖਿਆ। ਮੌਜੂਦਾ ਹਾਲਾਤ ਦੇ ਵਿੱਚ ਇਹ ਹੈ ਕਿ ਲੋਕਾਂ ਦਾ ਜਿਹੜੇ ਹਾਇਰ ਐਜੂਕੇਸ਼ਨ 'ਚ ਬੱਚੇ ਨੇ ਤਾਂ ਵੈਸੇ ਹੀ ਬਾਹਰ ਜਾ ਰਹੇ ਨੇ, ਆਈਲੈਟਸ ਕਰਕੇ ਸਾਰੇ ਇੱਥੇ ਬੰਦੇ ਹੀ ਨਹੀਂ ਬਚਦੇ। ਸਾਡੀਆਂ ਸਿੱਖਿਆ ਸੰਸਥਾਵਾਂ ਬੰਦ ਹੋ ਰਹੀਆਂ ਨੇ, ਪ੍ਰਾਈਵੇਟ ਵੀ ਕਿੰਨੀ ਟੈਕਨੀਕਲ ਐਜੂਕੇਸ਼ਨ ਬੰਦ ਹੋ ਗਈਆਂ। ਦੂਜਾ, ਜਿਹੜੀਆਂ ਸਰਕਾਰੀ ਯੂਨੀਵਰਸਿਟੀਆਂ ਜਾਂ ਸਕੂਲ ਵੀ ਨੇ, ਸਕੂਲਾਂ 'ਚ ਬੱਚੇ ਘੱਟ ਰਹੇ ਨੇ ਅਤੇ ਉਹ ਵੈਸੇ ਬੰਦ ਹੋ ਰਹੇ ਨੇ। ਉਸ ਪੱਧਰ ਦੇ ਉੱਤੇ ਸਰਕਾਰੀ ਤੌਰ ਦੇ ਉੱਤੇ ਜ਼ਿਆਦਾ ਖਰਚ ਕਰਕੇ ਇਸ ਪਾਸੇ ਵੱਲ ਇੱਕੋ ਜਿਹੀ ਸਿੱਖਿਆ ਕਿਵੇਂ ਦਿੱਤੀ ਜਾਵੇ, ਇਹ ਪਾਲਿਸੀ ਨੂੰ ਇੱਧਰ ਲਿਜਾਣਾ ਚਾਹੀਦਾ ਸੀ। ਇਹਨੇ ਬਲਕਿ ਨਿੱਜੀਕਰਨ ਨੂੰ ਛੋਟ ਦਿੱਤੀ। ਪ੍ਰਾਈਵੇਟ ਸਕੂਲਾਂ ਦੀਆਂ ਕਿੰਨੀਆਂ ਫੀਸਾਂ ਹੋਣਗੀਆਂ, ਇੱਥੇ ਕੋਈ ਕੰਟਰੋਲ ਹੋਵੇ, ਉਹ ਕੰਟਰੋਲ ਖਤਮ ਕਰਤਾ। ਸਗੋਂ ਉਦੋਂ ਵੀ ਪਹਿਲਾਂ ਹੀ ਲੋਕ ਉਹਨਾਂ ਲਈ ਲੜ ਰਹੇ ਨੇ ਆਪਣੇ ਬੱਚਿਆਂ ਲਈ ਕਿ ਪਹਿਲਾਂ ਫੀਸਾਂ ਜ਼ਿਆਦਾ ਨੇ। ਔਰ ਇਸੇ ਤਰੀਕੇ ਦੇ ਨਾਲ ਜਿਹੜਾ ਇੱਕੋ ਜਿਹੇ ਸਕੂਲ ਦਾ ਕੋਠਾਰੀ ਕਮਿਸ਼ਨ ਦਾ ਕਨਸੈਪਟ ਸੀ, ਜਾਂ ਇਲਾਹਾਬਾਦ ਹਾਈ ਕੋਰਟ ਦੀ ਜੱਜਮੈਂਟ ਹੈ 18 ਅਗਸਤ 2015 ਦੀ ਕਿ ਸਭ ਦੇ ਬੱਚੇ ਇੱਕੋ ਜਿਹੇ ਸਕੂਲ 'ਚ ਪੜ੍ਹਨਗੇ, ਇਹ ਪਾਲਿਸੀ ਉਹ ਤੋਂ ਉਲਟ ਹੈ। ਇਹ ਵਪਾਰਕ ਸਿੱਖਿਆ ਲਿਆ ਰਹੀ ਹੈ ਅਤੇ ਨਿੱਜੀਕਰਨ ਕਰ ਰਹੀ ਹੈ ਸਿੱਖਿਆ ਦਾ। ਇਸੇ ਕਰਕੇ ਇਹ ਆਮ ਲੋਕਾਂ ਦੇ ਹਿੱਤ ਦੇ ਵਿੱਚ ਨਹੀਂ ਕੀਤੀ ਜਾ ਸਕਦੀ। ਇੱਕ ਆਰਡੀਨੈਂਸ ਜਿਹੜਾ ਖੇਤੀਬਾੜੀ ਕੀਤਾ ਹੈ, ਵੀ ਜਿਹੜੇ ਕਿਸਾਨਾਂ ਦੀ ਰਾਏ ਲੈ ਕੇ ਕੀਤਾ ਗਿਆ, ਉਹ ਵੀ ਬਣਾਇਆ ਗਿਆ ਉੱਦਾਂ ਹੀ ਹੈ। ਬਿਲਕੁਲ, ਆਰਡੀਨੈਂਸ ਖੇਤੀ ਬਾਰੇ ਵੀ ਕੀਤਾ ਹੈ। 3 ਆਰਡੀਨੈਂਸ ਜਿਹੜੇ ਆਏ ਨੇ, ਇਸੇ ਕਰਕੇ ਕਿਸਾਨ ਸੜਕਾਂ 'ਤੇ ਨੇ।
ਤੇ ਇਸੇ ਤਰ੍ਹਾਂ ਵਾਤਾਵਰਣ ਦਾ ਇੱਕ ਨੋਟੀਫਿਕੇਸ਼ਨ ਜਾਰੀ ਕਰਤਾ। ਹੋਰ ਕਿੰਨੇ ਹੀ ਜਿਹੜੇ ਤੁਸੀਂ ਜਮਹੂਰੀਅਤ ਦੇ ਵਿੱਚ ਇਹ ਹੁੰਦਾ ਹੈ ਕਿ ਤੁਸੀਂ ਜਿਹੜੇ ਤਬਕਿਆਂ ਨੂੰ ਕੋਈ ਚੀਜ਼ ਪ੍ਰਭਾਵਿਤ ਕਰਦੀ ਹੈ ਉਹਨਾਂ ਦੀ ਰਾਏ ਲਓ, ਉਹਨਾਂ ਬਾਰੇ ਪੁੱਛੋ, ਜਿਹੜੀ ਗੱਲ ਉਹਨਾਂ ਦੇ ਮੁਤਾਬਕ ਉਹਨਾਂ ਦੇ ਜਿੰਨੇ ਖਦਸ਼ੇ ਨੇ ਜਾਂ ਜਿੰਨੇ ਉਹਨਾਂ ਦੇ ਹੋਰ ਪੁਆਇੰਟ ਨੇ ਉਹਨਾਂ ਨੂੰ ਉਹਦੇ ਵਿੱਚ ਸ਼ਾਮਲ ਕਰੋ, ਤਾਂ ਕਿ ਲਾਗੂ ਕਿੱਥੇ ਕਰਨੀ ਹੈ, ਲਾਗੂ ਤਾਂ ਲੋਕਾਂ 'ਤੇ ਹੀ ਕਰਨੀ ਹੈ। ਜੇ ਲੋਕਾਂ ਦੀ ਤੁਸੀਂ ਰਾਏ ਨਹੀਂ ਲੈ ਰਹੇ, ਇਹਦਾ ਮਤਲਬ ਤੁਸੀਂ ਕੀ ਕਰ ਰਹੇ ਹੋ ਕਿ ਤੁਸੀਂ ਕਾਰਪੋਰੇਟ ਘਰਾਣਿਆਂ ਦੀ ਜਿਹੜੇ ਮੁਨਾਫੇ ਲਈ ਕੇਵਲ ਕੰਮ ਕਰ ਰਹੇ ਹੋ। ਤੁਸੀਂ ਲੋਕਾਂ ਦੀ ਨੂੰ ਪੜ੍ਹੇ ਲਿਖੇ ਬਣਾਉਣ ਲਈ ਜਾਂ ਲੋਕਾਂ ਦੀ ਰੋਜੀ ਰੋਟੀ ਬਿਹਤਰ ਤਰੀਕੇ ਨਾਲ ਚੱਲੇ ਇਹਦੇ ਵਾਸਤੇ ਨਹੀਂ ਜਾ ਰਹੇ, ਤੁਸੀਂ ਕੁਝ ਖਾਸ ਘਰਾਣਿਆਂ ਦੇ ਲਈ ਕੰਮ ਕਰ ਰਹੇ ਹੋ। ਮੋਦੀ ਸਰਕਾਰ ਲੱਗਦਾ ਨਹੀਂ ਕਿਤੇ ਨਾ ਕਿਤੇ ਸੌਂਪ ਰਹੀ ਹੈ, ਬਿੱਲ ਪਾਸ ਨਹੀਂ ਕੀਤੇ ਜਾ ਰਹੇ, ਬਣਾ ਕੇ ਸੌਂਪੇ ਜਾ ਰਹੇ ਆ ਵੀ ਇਹ ਪਾਸ। ਕਰੋਨਾ ਦੀ ਆੜ ਦੇ ਵਿੱਚ ਵੀ ਇਹ ਸਾਰਾ ਉਹ ਚੀਜ਼ ਹੈ ਹੀ ਹੈ। ਪਹਿਲੀ ਗੱਲ ਤਾਂ ਇਸ ਲਈ ਸ਼ੱਕ ਕਰਨਾ ਬਹੁਤ ਜ਼ਰੂਰੀ ਹੈ। ਜਿਹੜੇ ਆਰਡੀਨੈਂਸ ਜਾਰੀ ਹੁੰਦੇ ਨੇ, ਆਰਡੀਨੈਂਸ ਦਾ ਅਧਿਕਾਰ ਹੈਗਾ ਗਵਰਨਮੈਂਟ ਨੂੰ, ਪਰ ਕਿਸੇ ਖਾਸ ਹਾਲਾਤ 'ਚ ਹੈ। ਮੰਨ ਲਓ ਜੇ ਖੇਤੀ ਦੇ 3 ਆਰਡੀਨੈਂਸ ਨਾ ਆਉਂਦੇ, ਕਿਹੜਾ ਕੋਈ ਪਹਾੜ ਡਿੱਗਣ ਲੱਗਿਆ ਸੀ, ਨਵਾਂ ਤਾਂ ਕੁਝ ਨਹੀਂ ਸੀ ਹੋਣਾ। ਉਹਨਾਂ ਨੂੰ ਤੁਸੀਂ ਪਾਰਲੀਮੈਂਟ ਚਰਚਾ ਕਰਾਉਂਦੇ, ਲੋਕਾਂ 'ਚ ਚਰਚਾ ਕਰਾਉਂਦੇ ਜੇ ਤੁਹਾਨੂੰ ਲੱਗਦਾ ਵੀ ਸੀ। ਦੂਜੀ ਗੱਲ ਇਹ ਹੈ ਕਿ ਵੈਸੇ ਹੀ ਗਲਤ ਨੇ, ਸੂਬਿਆਂ ਦੇ ਹੱਕ ਮਾਰ ਰਹੇ ਨੇ। ਮੰਡੀਕਰਨ ਦਾ ਜਿਹੜਾ ਮੁੱਦਾ ਸੀ ਪੰਜਾਬ ਦਾ, ਤਾਂ ਮੰਡੀਕਰਨ ਉੱਜੜ ਜਾਣਾ। ਪੰਜਾਬ ਤਾਂ ਸਾਰਾ ਸੂਬਿਆਂ ਦੇ ਅਧਿਕਾਰ ਖੇਤਰ ਸੀ, ਇੰਨੇ ਸਾਲਾਂ 'ਚ ਬਣਿਆ, ਤੇ ਜੇ ਇਹ ਟੁੱਟ ਜਾਂਦਾ ਪੂਰੀ ਤਰ੍ਹਾਂ ਹੀ ਤਾਂ ਪੰਜਾਬ ਦੀ ਅਰਥ ਵਿਵਸਥਾ ਬਰਬਾਦ ਹੋ ਜਾਣੀ ਹੈ ਟੋਟਲੀ। ਮੰਡੀਕਰਨ ਦੀ ਗੱਲ ਕੀਤੀ ਜਾਏ, ਮੰਡੀਕਰਨ ਜਿਹੜੀ ਸ਼ੁਰੂਆਤ ਉਹ ਨਾਭਾ ਰਿਆਸਤ ਤੋਂ ਹੀ ਹੋਈ ਸੀਗੀ। ਮੰਡੀਕਰਨ ਜਿਹੜਾ ਬਣਾਇਆ ਗਿਆ ਸੀ, ਤੁਹਾਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਤਬਾਹੀ ਦੇ ਮੰਤਰ ਨਹੀਂ ਹੋ ਜਾਏਗਾ ਜਦੋਂ ਹੁਣ ਸੂਬਾ ਸਰਕਾਰ ਦੇ ਕੰਟਰੋਲ 'ਚ ਨਹੀਂ। ਤੁਸੀਂ ਬਿਲਕੁਲ ਜ਼ੀਰੋ ਟੈਕਸ ਨਾਲ ਕਿਤੋਂ ਵੀ ਖਰੀਦਣ ਦਾ, ਮੰਡੀ ਦੀ ਕੋਈ ਲੋੜ ਹੀ ਨਹੀਂ, ਕਿਸੇ ਖੇਤ 'ਚੋਂ ਖਰੀਦ ਲਓ, ਸੜਕ ਤੋਂ ਖਰੀਦ ਲਓ, ਜਿੱਥੋਂ ਮਰਜ਼ੀ ਖਰੀਦ ਲਓ। ਫਿਰ ਕੋਈ ਵੀ ਖਰੀਦਦਾਰ, ਚਾਹੇ ਉਹ ਸਰਕਾਰੀ ਏਜੰਸੀ ਹੈ ਚਾਹੇ ਪ੍ਰਾਈਵੇਟ, ਉਹ ਇੱਥੇ 8.5% ਟੈਕਸ ਦੇ ਕੇ ਕਿਉਂ ਆਏਗਾ? ਜੇ ਉਹ 8.5% ਨਾ ਮਿਲਿਆ ਤਾਂ ਪਿੰਡਾਂ ਦੀਆਂ ਸੜਕਾਂ ਤੋਂ ਲੈ ਕੇ ਬਾਕੀ ਆੜ੍ਹਤੀਆਂ ਦੀਆਂ ਦੁਕਾਨਾਂ ਤੋਂ ਲੈ ਕੇ ਜਿੰਨੇ ਵਪਾਰੀ ਇੱਥੇ ਪੱਲੇਦਾਰ ਲੱਗਦੇ ਨੇ ਉਹਨਾਂ ਤੋਂ ਲੈ ਕੇ ਸਾਰੇ ਬੇਕਾਰ ਹੋ ਜਾਣਗੇ, ਕੋਈ ਵਿਕਾਸ ਦਾ ਕੰਮ ਨਹੀਂ ਹੋਵੇਗਾ। ਆੜ੍ਹਤੀ ਜਿਹੜੇ ਸੀਗੇ ਉਹ ਕਿਸਾਨ ਆ ਜਿਹੜਾ ਆੜ੍ਹਤੀ ਕੋਲ ਜਾਂਦਾ ਜਦੋਂ ਲੋੜ ਪੈਂਦੀ ਹੈ, ਕੋਈ ਵਿਆਹ ਕਰਨਾ, ਕੋਈ ਸ਼ਾਦੀ ਕਰਨੀ, ਕੋਈ ਦੁੱਖ ਆਉਂਦਾ, ਤਕਲੀਫ ਆਉਂਦਾ, ਉਹ ਖਤਮ ਹੋ ਜਾਊਗਾ। ਆੜ੍ਹਤੀ ਆ ਕਿਉਂ ਉਹਦੀ ਬਾਹ ਉਹਦੇ 'ਚੋਂ ਆੜ੍ਹਤੀ ਆ ਖਤਮ ਹੁਣ ਜਿਹੜਾ ਇਹ ਮੌਕਾ ਹੈ, ਇਹ ਮੌਕਾ ਸੈਲਰਾਂ ਵਾਲੇ ਹੋਣ, ਆੜ੍ਹਤੀਏ ਹੋਣ, ਦੁਕਾਨਦਾਰ ਹੋਣ, ਕਿਸਾਨ ਹੋਣ, ਪਿੰਡਾਂ ਦੇ ਮਜ਼ਦੂਰ ਹੋਣ, ਇਹ ਸਭ ਦਾ ਸਾਂਝਾ ਹੈ ਔਰ ਉਹਨਾਂ ਨੂੰ ਸਾਂਝੇ ਹੋਣਾ ਪਊਗਾ ਇਕੱਠੇ, ਕਿਉਂਕਿ ਇਹਦਾ ਸਾਰਿਆਂ 'ਤੇ ਅਸਰ ਹੋਣਾ, ਇਕੱਲੀ ਇੱਕ ਕਲਾਸ 'ਤੇ ਨਹੀਂ। ਇਹ ਠੀਕ ਹੈ ਕਿ ਆਪਣੇ ਵਖਰੇਵੇਂ ਵੀ ਹੋਣਗੇ, ਕਿਸਾਨਾਂ ਦਾ ਆੜ੍ਹਤੀਆਂ ਨਾਲ, ਆੜ੍ਹਤੀਆਂ ਦਾ ਕਿਸੇ ਹੋਰ ਨਾਲ, ਪਰ ਇਸ ਸਮੇਂ ਵਖਰੇਵੇਂ ਛੱਡ ਕੇ ਉਹਨਾਂ ਨੂੰ ਇਕਜੁੱਟ ਹੋਣਾ ਪਊਗਾ। ਦੇਖੋ ਸਿੱਖਿਆ ਨੀਤੀ 2020 ਅਸਲ 'ਚ ਤਾਂ ਇਹਦਾ ਡਰਾਫਟ ਆਇਆ ਸੀ 2019 'ਚ, ਪਰ ਜਦੋਂ ਜੂਨ 2020 ਨੂੰ ਵਰਲਡ ਬੈਂਕ ਦੇ ਨਾਲ ਟੀਚਿੰਗ ਲਰਨਿੰਗ ਦੇ ਮਸਲੇ ਤੇ 6 ਸਟੇਟਾਂ ਦਾ ਸਮਝੌਤਾ ਕਰਦੀ ਹੈ ਕੇਂਦਰੀ ਸਰਕਾਰ, ਇਹਦੇ 'ਚ ਕਿਉਂਕਿ ਬਹੁਤ ਵੱਡਾ ਗੂਗਲ ਤੇ ਹੋਰ ਵੱਡੇ ਜਿਹੜੇ ਅਦਾਰੇ ਨੇ ਉਹਨਾਂ ਨੂੰ ਲੱਗਿਆ ਕਿ ਆਨਲਾਈਨ ਐਜੂਕੇਸ਼ਨ ਦੇ ਨਾਂ 'ਤੇ ਬੜਾ ਵੱਡਾ ਬਿਜ਼ਨਸ ਜਿਹੜਾ ਆਉਣ ਵਾਲੇ 4 ਸਾਲਾਂ 'ਚ ਹੋਣਾ, ਉਹਦੇ ਪੈਰਾਮੀਟਰਾਂ ਦੇ ਆਧਾਰ 'ਤੇ ਇਹਨਾਂ ਨੇ ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਦਾ ਡਰਾਫਟ ਸੀ 2019 ਦਾ, ਉਹਦੇ 'ਚ ਵੀ ਤਬਦੀਲੀਆਂ ਕਰਕੇ ਜਿਹੜਾ ਮਹਾਮਾਰੀ ਬਾਅਦ 'ਚ ਆਉਂਦੀ ਆ ਉਹ ਕੰਪੋਨੈਂਟ ਪਾ ਕੇ ਐਜੂਕੇਸ਼ਨ ਪਾਲਿਸੀ ਹੈ ਜਿਹੜੀ ਜੁਲਾਈ ਦੇ ਵਿੱਚ ਇਹਨਾਂ ਨੇ ਹਿੰਦੁਸਤਾਨ ਸਰਕਾਰ ਦੇ ਕੈਬਨਿਟ ਨੇ ਪਾਸ ਕਰਤਾ। ਤੇ ਇਹਦਾ ਵੱਡਾ ਖਤਰਾ ਇਹ ਆ ਕਿ ਅਜੇ ਤੱਕ ਵੀ ਪਾਰਲੀਮੈਂਟ ਦੇ ਵਿੱਚ ਜਿਵੇਂ ਆ ਕਿਸਾਨੀ ਵਾਲੇ ਮਸਲੇ 'ਚ 3 ਬਿੱਲ ਤਾਂ ਪਾਸ ਕਰਤੇ, ਹਾਲਾਂਕਿ ਉਹਦਾ ਬਹੁਤ ਵੱਡਾ ਵਿਰੋਧ ਵੀ ਹੋ ਰਿਹਾ। ਈਵਨ ਕੌਮੀ ਸਿੱਖਿਆ ਨੀਤੀ ਆ ਪਾਰਲੀਮੈਂਟ ਦੇ ਵਿੱਚ ਵੀ ਨਹੀਂ ਰੱਖੀ, ਕਿਉਂਕਿ ਕੋਈ ਵੀ ਪਹਿਲਾਂ ਜਿਹੜੀਆਂ ਪਾਲਿਸੀਆਂ ਬਣੀਆਂ ਸੀ ਉਹ ਪਹਿਲਾਂ ਸਟੇਟਾਂ ਰਾਹੀਂ ਡਿਸਕਸ਼ਨ 'ਚ ਆਉਂਦੀਆਂ ਸੀ, ਫਿਰ ਪਾਰਲੀਮੈਂਟ 'ਚ ਡਿਸਕਸ ਹੁੰਦੀ ਸੀ, ਪਾਰਲੀਮੈਂਟ ਕਮੇਟੀ ਤੋਂ ਬਾਅਦ ਵੀ ਜੇ ਕੋਈ ਦਿੱਕਤ ਬਣਦੀ ਸੀ ਤਾਂ ਉਹਦੇ ਨਾਲ ਸ਼ੇਅਰ ਕੀਤਾ ਜਾਂਦਾ ਸੀ। ਤੁਹਾਨੂੰ ਲੱਗਦਾ ਕਿ ਸਰਕਾਰ ਕਰੋਨਾ ਦੀ ਆੜ ਦੇ ਵਿੱਚ ਨਵੇਂ ਨੀਤੀਆਂ ਲਾਗੂ ਕਰ ਰਹੀ ਹੈ, ਜਿਵੇਂ ਸਿੱਖਿਆ ਨੀਤੀ ਜਾਂ ਕਿਹਾ ਜਾਵੇ ਜਾਂ ਆਰਡੀਨੈਂਸ ਕਰ ਰਹੇ ਨੇ, ਕਿਸ ਤਰ੍ਹਾਂ ਦੇ? ਦੇਖੋ ਸਰਕਾਰ ਦੇ ਲਈ ਤਾਂ ਉਹਨਾਂ ਨੂੰ ਲੱਗਦਾ ਕਿ ਸਭ ਤੋਂ ਵੱਡਾ, ਕਿਉਂਕਿ ਇਹਨੂੰ ਬਹੁਤੇ ਤਾਂ ਕਹਿ ਰਹੇ ਨੇ ਕਿ ਨਵ ਉਦਾਰਵਾਦ ਦਾ ਦੂਸਰੇ ਪ੍ਰੋਜੈਕਟ ਲਈ ਕਰੋਨਾ ਬਹੁਤ ਇਹਨਾਂ ਲਈ ਸਾਬਤ ਹੋ ਰਿਹਾ, ਕਿਉਂਕਿ ਜਿਸ ਲੈਵਲ 'ਤੇ ਸਿਸਟਮ ਨੂੰ ਖਾਸ ਕਰ ਪ੍ਰਾਈਵੇਟਾਈਜੇਸ਼ਨ ਵੱਲ ਨੂੰ ਤੋਰਿਆ ਜਾ ਰਿਹਾ, ਇਹ ਇੱਕ ਕਿਸਮ ਨਾਲ ਆਮ ਲੋਕ ਆ ਜਿਹੜੇ ਇਹਦੇ 'ਚ ਬਹੁਤ ਵੱਡੀ ਪੱਧਰ 'ਤੇ ਬਾਹਰ ਨਿਕਲ ਰਹੇ ਨੇ। ਇਹ ਜੇ ਜਦੋਂ ਸੰਕਟ ਦੀ ਘੜੀ ਸੀ, ਲੋਕਾਂ ਦੇ ਆਰਥਿਕ ਮਦਵਾੜਾ ਸੀ, ਉਦੋਂ ਲੋੜ ਤਾਂ ਇਹ ਸੀ ਵੀ ਸਰਕਾਰੀ ਸਕੂਲਾਂ ਨੂੰ, ਸਰਕਾਰੀ ਸੰਸਥਾਵਾਂ ਨੂੰ ਸਪੋਰਟ ਦਿੱਤੀ ਜਾਂਦੀ ਤਾਂ ਕਿ ਸੰਸਥਾਵਾਂ 'ਚੋਂ ਬੱਚੇ ਜਾਂ ਜਿਹੜੇ ਕਾਲਜ ਯੂਨੀਵਰਸਿਟੀ 'ਚ ਪੜ੍ਹਨ ਵਾਲੇ ਸੀ ਉਹਨਾਂ ਲਈ ਕਿਤੇ ਉਹ ਹਾਲਾਤ ਬਣਦੇ, ਪਰ ਇਹਨਾਂ ਨੇ ਰੁੱਖ ਉਹਦਾ ਉਲਟ ਕਰ ਲਿਆ। ਈਵਨ ਜਿਹੜੀਆਂ ਪ੍ਰਾਈਵੇਟ ਸੰਸਥਾਵਾਂ ਵੀ ਨੇ ਬਹੁਤ ਅਰਬਨ ਏਰੀਏ 'ਚ ਨੇ, ਉਹਨਾਂ 'ਚ ਬੱਚੇ ਫੀਸ ਦੇਣ ਤੋਂ ਵੀ ਅਸਮਰੱਥ ਨੇ, ਕੋਰਟਾਂ 'ਚ ਫੈਸਲੇ ਜਾਣਾ ਪੈ ਰਿਹਾ ਲੋਕਾਂ ਨੂੰ। ਐਜੂਕੇਸ਼ਨ ਵਰਗੀ ਚੀਜ਼ ਆ ਜਿਹੜੀ ਸਾਰੀ ਦੁਨੀਆ ਮੰਨਦੀ ਆ ਕਿ ਪਹਿਲੀ ਤੋਂ 12ਵੀਂ ਤੱਕ ਸਟੇਟ ਦੀ ਰਿਸਪੌਂਸਿਬਿਲਟੀ ਆ ਉਹਨੂੰ ਦੇਣਾ,
ਰਾਜ ਇਹਦੇ 'ਚੋਂ ਭੱਜ ਰਿਹਾ। ਆਉਣ ਵਾਲੇ ਸਮੇਂ 'ਚ ਇਹਦੀਆਂ ਮਾੜੀਆਂ ਇੰਪਲੀਕੇਸ਼ਨਸ ਆ ਜਿਹੜੀਆਂ ਪੈਣਗੀਆਂ। ਹਿੰਦੁਸਤਾਨ ਵਰਗਾ ਮੁਲਕ ਜਿੱਥੇ ਲਗਭਗ ਐਜੂਕੇਸ਼ਨ ਵਾਲਾ ਪੋਟੈਂਸ਼ੀਅਲ ਵਾਲਾ ਯੂਥ 50 ਕਰੋੜ ਦੇ ਨੇੜ ਬਣਦਾ, ਉਹਦੇ ਲਈ ਐਜੂਕੇਸ਼ਨ ਬਹੁਤ ਮਹੱਤਵਪੂਰਨ ਆ। ਇਸ ਮਹੱਤਤਾ ਨੂੰ ਸਮਝ ਕੇ ਇਹਦੇ 'ਚ ਸਟੇਟ ਦੀ ਜਿਹੜੀ ਇੰਟਰਵੈਂਸ਼ਨ ਆ ਸਰ, ਖਾਸ ਕਰ ਫਾਈਨਾਂਸ ਦੇ ਮਸਲੇ ਤੇ ਉਹਨੂੰ ਸਪੋਰਟ ਕਰਨੀ ਚਾਹੀਦੀ ਸੀ। ਜੇ ਕੋਈ ਪਾਲਿਸੀਆਂ ਦੇ ਵਿੱਚ ਚੇਂਜਸ ਕਰਨੀਆਂ ਵੀ ਹੁੰਦੀਆਂ ਨੇ ਤਾਂ ਉਹਦੇ 'ਚ ਮਾਹਰਾਂ ਦੀ ਰਾਏ ਲੈਣੀ ਚਾਹੀਦੀ ਆ। ਪੰਜਾਬ ਦੇ ਵਿੱਚ ਵੀ ਅੱਜ ਤੱਕ ਪੰਜਾਬ ਸਰਕਾਰ ਨੇ ਇਹਦੇ ਬਾਰੇ ਕੋਈ ਵੀ ਬਿਆਨ ਨਹੀਂ ਦਿੱਤਾ। ਪੰਜਾਬ ਨੂੰ ਚਾਹੀਦਾ ਕਿ ਇਹਨਾਂ ਮਾਹਰਾਂ ਦੀਆਂ ਕੋਈ ਕਮੇਟੀ ਬਣਾ ਕੇ ਇਹਦਾ ਰਿਵਿਊ ਕਰਾਵੇ, ਜਿਵੇਂ ਤਾਮਿਲਨਾਡੂ ਨੇ ਕੀਤਾ। ਇਹਨਾਂ ਨੂੰ ਉਸ ਲੈਵਲ 'ਤੇ ਜਿਵੇਂ ਇਹਨਾਂ ਨੇ ਕਿਸਾਨੀ ਦੇ ਮਸਲਿਆਂ 'ਤੇ ਬਿੱਲਾਂ ਦਾ ਨੂੰ ਰਿਜੈਕਟ ਕੀਤਾ ਵਾ, ਉਸੇ ਤਰ੍ਹਾਂ ਇਹ ਪਾਲਿਸੀ ਵੀ ਰਿਜੈਕਟ ਕਰਨੀ ਚਾਹੀਦੀ। ਇੱਕ ਆਨਲਾਈਨ ਸਟੱਡੀਜ਼ ਨੂੰ ਕਿਸ ਤਰ੍ਹਾਂ ਜੱਜ ਕਰਦੇ ਹੋ, ਕਿਉਂਕਿ ਜਿਹੜੀ ਹੁਣ ਚੱਲ ਰਿਹਾ ਕਿ ਕਰੋਨਾ ਵਾਇਰਸ ਚੱਲ ਰਿਹਾ, ਜਿਸ ਕਰਕੇ ਆਨਲਾਈਨ ਸਟੱਡੀ ਕਰਦੇ ਸਕੂਲ ਬੰਦ ਪਏ ਨੇ, ਇਹਨਾਂ ਨੂੰ ਕਿਸ ਤਰ੍ਹਾਂ ਦੇਖੋ ਆਨਲਾਈਨ ਇੱਕ ਸਪੋਰਟ ਸਿਸਟਮ ਹੈਗਾ ਜਿਹੜਾ ਕਿਤੇ ਨਾ ਕਿਤੇ ਮਦਦਗਾਰ ਹੁੰਦਾ, ਪਰ ਆਨਲਾਈਨ ਐਜੂਕੇਸ਼ਨ ਸਾਰੀ ਦੀ ਸਾਰੀ ਛੋਟੇ ਬੱਚਿਆਂ ਲਈ ਆਨਲਾਈਨ ਐਜੂਕੇਸ਼ਨ ਕਰਦੇ ਹੋ। ਹੁਣ ਇਹ ਵਰਲਡ ਬੈਂਕ ਦੀ ਰਿਪੋਰਟ ਆਈ ਹੈ ਜੂਨ 2020 ਦੀ ਕਿ ਸਾਡੇ ਵਰਗੇ ਕੰਟਰੀਆਂ 'ਚ ਜਿੱਥੇ 5 ਲੱਖ ਤੋਂ ਵੱਧ ਪਿੰਡ ਨੇ, ਹਜ਼ਾਰਾਂ ਲੱਖਾਂ ਬੱਚੇ ਨੇ, ਉਹਨਾਂ ਕੋਲੇ 8% ਕੋਲੇ ਮੋਬਾਈਲ ਆ, 92% ਮੋਬਾਈਲ ਨਹੀਂ ਲੈਪਟਾਪ ਆ ਤੇ ਇੰਟਰਨੈਟ ਦੀ ਵਿਵਸਥਾ ਵਾ। ਵੱਡੇ ਪੱਧਰ ਤੇ ਦਿਹਾਤ ਏਰੀਏ 'ਚ ਐਜੂਕੇਸ਼ਨ ਦਾ ਸਿਸਟਮ ਹੀ ਨਹੀਂ ਰਨ ਹੋ ਰਿਹਾ, ਤੇ ਜਿਹੜਾ ਵੀ ਮਾੜਾ ਮੋਟਾ ਰਨ ਹੋ ਰਿਹਾ ਤੁਸੀਂ ਸਪੋਰਟ ਰਾਹੀਂ ਇਹਨੂੰ ਜਾਣਕਾਰੀ ਤਾਂ ਪ੍ਰਦਾਨ ਕਰ ਸਕਦੇ ਹੋ। ਟੋਟਲ ਦੀ ਟੋਟਲ ਐਜੂਕੇਸ਼ਨ ਚਲਾ ਲਓਗੇ, ਇਹ ਆਉਣ ਵਾਲੇ ਸਮੇਂ 'ਚ ਭਿਆਨਕ ਨਤੀਜੇ ਕੱਢੂਗੀ। ਤੇ ਜਿਹੜੇ ਬੱਚਿਆਂ ਦੀਆਂ ਮਨੋ ਵਿਗਿਆਨਕ ਸਥਿਤੀ ਬਣਦੀ ਜਾ ਰਹੀ ਆ, ਜੈ ਜੀ ਉਹਨਾਂ ਦੀ ਟੈਨਸ਼ਨ ਬਣਦੀ ਜਾ ਰਹੀ ਆ, ਜਿਸ ਕਿਸਮ ਦੀ ਕਲਾਸਰੂਮ ਤੋਂ ਬਿਨਾਂ ਉਹਨਾਂ ਦੀ ਲਰਨਿੰਗ ਟੀਚਿੰਗ 'ਤੇ ਮਾੜਾ ਅਸਰ ਪੈ ਰਿਹਾ, ਇਹ ਇਹਦਾ ਕੋਈ ਹਲੇ ਆਉਣ ਵਾਲੇ ਸਮੇਂ 'ਚ ਇਹਦੇ ਇੰਪੈਕਟ ਦੇਖੇ ਜਾ ਰਹੇ। ਪਿੰਡ ਦੇ ਸਰਪੰਚ ਦੇ ਵੱਲੋਂ ਪਿੰਡ 'ਚ ਨਸ਼ਾ ਵੇਚਿਆ ਜਾਂਦਾ ਹੈ। ਪਿੰਡ ਦੇ ਸਰਪੰਚ ਤੇ ਨਸ਼ਾ ਵੇਚਣ ਦੇ ਇਲਜ਼ਾਮ ਲੱਗ ਰਹੇ ਨੇ, ਪਰ ਦੂਜੇ ਪਾਸੇ ਜੇ ਪਿੰਡ ਦੇ ਲੋਕਾਂ ਦੀ ਗੱਲ ਕਰੀਏ ਤੇ ਉਹਨਾਂ ਦੇ ਵੱਲੋਂ ਸਰਪੰਚ ਦੇ ਵੱਲੋਂ ਜਿਹੜੇ ਵਿਕਾਸ ਕਾਰਜ ਕੀਤੇ ਗਏ ਨੇ ਉਹਨਾਂ ਦੀ ਤਾਰੀਫ ਕੀਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਪੁਰਾਣੀ ਰੰਜਿਸ਼ ਦੇ ਚੱਲਦੇ ਮੌਜੂਦਾ ਸਰਪੰਚ ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਨੇ। ਮਨੂਕ ਦੇ ਪਿੰਡ ਮਨਿਆਨ 'ਚ ਪਿੰਡ ਦੇ ਸਰਪੰਚ ਉੱਤੇ ਨਸ਼ਾ ਵੇਚਣ ਦੇ ਇਲਜ਼ਾਮ ਲੱਗ ਰਹੇ ਨੇ, ਜਿਸ ਤੇ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਸਰਪੰਚ ਦੇ ਵਿਕਾਸ ਦੇ ਕੰਮਾਂ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਜੋ ਪਿੰਡ ਦਾ ਪਿਛਲਾ ਸਰਪੰਚ ਸੀ ਉਹ ਮੌਜੂਦਾ ਸਰਪੰਚ ਤੋਂ ਖੁਸ਼ ਨਹੀਂ ਹੈ ਅਤੇ ਇਸ ਰੰਜਿਸ਼ ਦੇ ਚੱਲਦਿਆਂ ਉਹ ਮੌਜੂਦਾ ਸਰਪੰਚ ਉੱਤੇ ਝੂਠੇ ਇਲਜ਼ਾਮ ਲਗਾ ਰਿਹਾ ਹੈ, ਜਿਸ ਦਾ ਉਹ ਵਿਰੋਧ ਕਰਦੇ ਨੇ। ਨਾਲ ਹੀ ਉਹਨਾਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਇਹਨਾਂ ਦੋਨਾਂ ਵਿੱਚ ਆਪਸੀ ਲੜਾਈ ਹੋਈ ਸੀ, ਜਿਸ ਦੇ ਬਾਅਦ ਇਹ ਮਾਹੌਲ ਗਰਮਾ ਗਿਆ। ਦੇਖੋ ਟੋਨੀ ਸ਼ਰਮਾ ਦੀ ਰਿਪੋਰਟ। ਹਰਵਿੰਦਰ ਸਿੰਘ ਜੀ ਕੀ ਮਸਲਾ ਹੈ ਜਿਹੜਾ ਪਿੱਛੇ ਪਬਲਿਕ ਨਿਊਜ਼ ਲਗਾਈ ਗਈ ਸੀ ਵੀ ਪਿੰਡ ਦੇ ਵਿੱਚ ਸਰਪੰਚ ਵੱਲੋਂ ਨਸ਼ੇ ਵਿਕੇ ਜਾਂਦੇ ਨੇ ਤੇ ਪਿੰਡ ਦੇ ਵਿੱਚ ਪਾਰਟੀਆਂ ਆਉਂਦੀਆਂ ਨੇ, ਕੁਝ ਲੇਡੀਜ਼ ਵੀ ਬੋਲਦੇ ਸੀ ਵੀ ਨਸ਼ੇ ਵਿਕ ਰਹੇ ਨੇ, ਕਿਵੇਂ ਕੀ ਮਸਲਾ? ਇਹ ਸਾਰੀਆਂ ਗੱਲਾਂ ਵੀਰੇ ਫੇਕ ਨੇ, ਠੀਕ ਹੈ ਨਾ। ਇੱਕ ਬੰਦੇ ਤੇ ਦੂਸ਼ਣ ਲਾਉਣਾ ਉਹ ਗੱਲਾਂ ਨੇ। ਉਹ ਬੰਦਾ 3 ਸਾਲ ਪਹਿਲਾਂ ਖਾਲਸਾ ਕਾਲਜ ਦੇ ਵਿੱਚ ਪ੍ਰੈਜ਼ੀਡੈਂਟ ਰਿਹਾ, ਫਿਰ ਉਹ ਯੂਨੀਵਰਸਿਟੀ ਦੇ ਵਿੱਚ ਪ੍ਰੈਜ਼ੀਡੈਂਟ ਰਿਹਾ, ਸਟੂਡੈਂਟ ਯੂਨੀਅਨ ਦਾ ਲੀਡਰ ਰਿਹਾ ਉਹ ਮੁੰਡਾ। ਕਿਸੇ ਪ੍ਰਕਾਰ ਦਾ ਉਹਦੇ ਉੱਤੇ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ। ਉਹ ਵਧੀਆ ਪਿੰਡ ਦੇ ਕਾਰਜਕਾਰੀ ਕਰ ਰਿਹਾ ਸੀਗਾ। ਹੁਣ ਸਾਡੇ ਪਿੰਡ ਦੇ ਵਿੱਚ ਤੁਸੀਂ ਦੇਖ ਲਓ ਘੱਟੋ ਘੱਟ ਵੀ 250-300 ਮੁੰਡਾ ਤੇ 100-150 ਕੁੜੀ ਡੇਲੀ ਸਕੂਲ ਦੇ ਵਿੱਚ, ਸਰਕਾਰੀ ਸਕੂਲ ਦੇ ਪਿਛਲੇ ਪਾਸੇ ਸਟੇਡੀਅਮ ਹੈ, ਉੱਥੇ ਪ੍ਰੈਕਟਿਸ ਕਰਦੀ ਹੈ। ਉਹ ਆਪ ਸਰਪੰਚ ਨਾਲ ਜਾ ਕੇ ਡੇਲੀ ਉਹਨਾਂ ਨੂੰ ਪ੍ਰੈਕਟਿਸ ਕਰਾਉਂਦਾ ਹੈ। ਜੇਕਰ ਕੋਈ ਉਹ ਬੰਦਾ ਨਸ਼ੇੜੀ ਹੁੰਦਾ ਜਾਂ ਕੋਈ ਹੋਰ ਹੁੰਦਾ ਨਸ਼ੇ ਵੇਚਦਾ ਹੁੰਦਾ ਤਾਂ ਉਹ ਇਹੋ ਜਿਹੇ ਕੰਮ ਥੋੜ੍ਹੀ ਕਰਾਉਣੇ ਸੀਗੇ। ਕੀ ਇਹ ਪਿੰਡ ਵਾਸੀ ਸੀ ਉਹਨਾਂ ਵੱਲੋਂ ਕਿਉਂ ਕਿਹਾ ਗਿਆ? ਉਹ ਥੋੜ੍ਹੇ ਮੋਟੇ ਸ਼ਰਾਰਤੀ ਅਨਸਰ ਹੁੰਦੇ ਨੇ, ਜਾਂ ਲਾ ਲਓ ਵੀ ਜਿਹੜੇ ਥੋੜ੍ਹੇ ਮੋਟੇ ਕੋਈ ਪਿੰਡ 'ਚੋਂ ਕਹਿ ਦਿੰਦੇ ਆਪਾਂ 5-4% ਜਿਹੜੇ ਉਹਦੇ ਉੱਤੇ ਲੱਗਦੇ ਹੁੰਦੇ ਨੇ, ਉਹ ਗੱਲਾਂ ਇਹੋ ਜਿਹੀਆਂ ਅਫਵਾਹ ਉਡਾਰੇ ਨੇ, ਠੀਕ ਹੈ ਨਾ। ਤੇ ਉਹ ਇਸੇ ਪ੍ਰਕਾਰ ਦਾ ਕੋਈ ਨਹੀਂ ਹੈਗਾ, ਉਹ ਪੂਰਾ ਇੱਕ ਸੱਚਾ ਸੁੱਚਾ ਬੰਦਾ ਹੈ। ਸਾਰਾ ਪਿੰਡ ਅੱਜ ਉਹਦੇ ਨਾਲ ਖੜੇ। ਹੁਣ ਕੀ ਲੱਗ ਰਿਹਾ ਵੀ ਕੀ ਮਸਲਾ ਹੈ ਸਾਰਾ, ਕਿਉਂ ਕੀਤਾ ਜਾ ਰਿਹਾ? ਇਹ ਤਾਂ ਜੀ ਹੁਣ ਸਾਨੂੰ ਲਾ ਲਓ ਵੀ ਗੌਰਮੈਂਟ ਵੱਲੋਂ ਆਏ ਸੀ, ਉੱਚ ਅਧਿਕਾਰੀ ਦੇ ਅਫਸਰ ਆਏ ਸੀ, ਉਹਨਾਂ ਨੇ ਵੀ ਸਾਨੂੰ ਯਕੀਨ ਦਿਵਾਇਆ ਵੀ ਜਿਹੜੀ ਸਹੀ ਗੱਲ ਹੈ ਉਹ ਕੀਤੀ ਜਾਊਗੀ। ਤੇ ਕੁਛ ਜਿਵੇਂ ਜਿਹੜੇ ਸ਼ਰਾਰਤੀ ਅਨਸਰ ਸੀਗੇ ਉਹ ਹਜੇ ਵੀ ਨਹੀਂ ਛੇੜਖਾਨੀਆਂ ਕਰਨੋਂ ਹਟਦੇ, ਉਹ ਹਜੇ ਵੀ ਪੰਗੇ ਲੈ ਰਹੇ ਨੇ ਤੇ ਉਹਨਾਂ ਵੱਲ ਕੋਈ ਵੀ ਹਜੇ ਕਾਰਵਾਈ ਨਹੀਂ ਹੋਈ। ਉਹਨਾਂ ਦੀ ਬਿਆਨਬਾਜ਼ੀ ਕੀਤੀ ਗਈ ਹੈ ਕਿ ਲੱਗਦਾ ਵੀ ਉਹ ਸਹੀ ਹੈ ਜਾਂ ਸਰਪੰਚ ਸਹੀ ਹੈ? ਨਹੀਂ, ਜਿਹੜੀ ਗੁਰਸੇਵਕ ਸਰਪੰਚ ਤੇ ਜਿਹੜੀ ਬਿਆਨਬਾਜ਼ੀ ਕੀਤੀ ਗਈ ਉਹ ਬਿਲਕੁਲ ਗਲਤ ਕੀਤੀ ਗਈ ਹੈ। ਕਿਸੇ ਪ੍ਰਕਾਰ ਦਾ ਤਾਂ ਕੋਈ ਤੁੱਕਬੰਦੀ ਹੀ ਨਹੀਂ ਬਣਦੀ ਹੈਗੀ, ਉਹ ਬਿਲਕੁਲ ਨਜਾਇਜ਼ ਕੀਤੀ ਗਈ ਹੈ। ਠੀਕ ਹੈ।
ਕੀ ਨਾਮ ਹੈ ਤੁਹਾਡਾ ਜੀ? ਮੇਰਾ ਨਾਮ ਵਿੱਕੀ ਸਿੰਘ ਹੈ ਜੀ। ਮੈਂ ਪਿੰਡ 'ਚ ਮਰੂਜੀ ਦਾ ਨੰਬਰਦਾਰ ਹਾਂ ਜੀ। ਇਹ ਜਿਹੜੀ ਪਰਸੋਂ ਜਿੱਥੇ ਨਿਊਜ਼ ਲੱਗੀ ਸੀ ਇੱਕ ਗੁਰਸੇਵਕ ਸਰਪੰਚ ਦੇ ਖਿਲਾਫ ਵੀ ਉਹ ਪਿੰਡ 'ਚ ਨਸ਼ੇ ਉਹ ਕਰਦਾ ਹੈ ਵੀ ਯਾਨੀ ਕਿ ਬਕਿਆਉਂਦਾ ਹੈ ਤੇ ਨਾਲੇ ਪਿੰਡ 'ਚ ਪਾਰਟੀਆਂ ਆਉਂਦੀਆਂ ਨੇ, ਕੀ ਮਸਲਾ ਹੈ? ਨਾ ਜੀ ਇਹ ਜੀ ਕੋਈ ਗੱਲ ਨਹੀਂ। ਗੁਰਸੇਵ ਵਧੀਆ ਸਰਪੰਚ ਹੈ ਜੀ। ਪਾਰਕ ਬਣਾਏ ਨੇ ਪਿੰਡ 'ਚ, ਸਕੂਲ 'ਚ ਵਧੀਆ ਕੰਮ ਕਰਿਆ ਜੀ। ਜਵਾਕਾਂ ਨੂੰ ਨਸ਼ਿਆਂ ਤੋਂ ਦੂਰ ਖੇਡਾਂ ਵਿੱਚ ਹੈ ਜੀ। ਹੋਰ ਜੀ ਗਲੀਆਂ ਨਾਲੀਆਂ ਦੇ ਵਧੀਆ ਕੰਮ ਕੀਤੇ ਨੇ ਜੀ। ਇਹੋ ਜੀ ਕੋਈ ਗੱਲ ਨਹੀਂ ਜੀ। ਇਹ ਤਾਂ ਕੁਛ ਰਾਜਨੀਤੀ ਨਾਲ ਜ਼ਿਆਦਾ ਕਰਕੇ ਪੰਗੇ ਲੈਂਦੇ ਨੇ ਜੀ। ਕੀ ਕਾਰਨ ਹੈ ਜਾਂ ਕੀ ਮਸਲਾ ਹੈ ਜਿਹੜਾ ਕਿਉਂ ਇਹ ਮਸਲਾ ਤਾਂ ਜੀ ਸਰਪੰਚ ਹਾਰ ਗਿਆ ਜੀ। ਜਿਹੜਾ ਉਹ ਹਾਰਨ ਕਰਕੇ ਜੀ ਥੋੜ੍ਹਾ ਜਿਹਾ ਆਪਣੀ ਉਹ ਕਰ ਰਿਹਾ ਜੀ ਬਈ ਸਰਪੰਚੀ ਨਹੀਂ ਕਰਨ ਦੇਣੀ ਇਹਨਾਂ ਨੂੰ, ਕੰਮ ਨਹੀਂ ਕਰਨ ਦੇਣੇ ਇਹਨਾਂ ਨੂੰ। ਉਹਦੇ ਕਰਕੇ ਅੜਿੱਕੇ ਲਾਉਂਦੇ ਨੇ ਜੀ ਵਿੱਚ ਉਹ ਤਾਂ ਆਪਦੇ ਘਰੇ ਜਾ ਰਿਹਾ ਸੀ ਸਰਪੰਚ ਜੀ, ਮੌਜੂਦਾ ਸਰਪੰਚ। ਰਾਹ 'ਚ ਉਹਦੀ ਗੱਡੀ ਦੇ ਮੂਹਰੇ ਮੋਟਰਸਾਈਕਲ ਲਾ ਕੇ ਜੀ ਉਹਨੂੰ ਘੇਰਿਆ ਜੀ। ਫਿਰ ਉਹਦੇ ਨਾਲ ਗਾਲੀ ਗਲੋਚ ਕੀਤੀ ਹੈ ਜੀ। ਫਿਰ ਹੱਥਾ ਪਾਈ ਹੋਏ ਨੇ ਜੀ। ਫਿਰ ਉਹਨਾਂ ਦੇ ਖੇਤ 'ਚ ਆ ਕੇ ਜੀ ਫਾਇਰ ਕੀਤਾ ਹੈ। ਇਹ ਜੀ ਕੋਈ ਗੱਲ ਨਹੀਂ ਹੈਗੀ। ਹੁਣ ਕੀ ਲੱਗ ਰਿਹਾ ਵੀ ਪਿੰਡ 'ਚ ਕਿਸ ਤਰ੍ਹਾਂ ਦਾ ਕੀ ਇਸ ਤਰ੍ਹਾਂ ਇਹ ਪਿੰਡ 'ਚ ਜੀ ਇਹੀ ਗੱਲ ਹੈ ਜੀ ਵੀ ਸਾਰਾ ਪਿੰਡ ਦਾ ਸਮਰਥਨ ਹੋ ਕੇ ਸਾਡੇ ਨਾਲ ਇਨਸਾਫ ਕੀਤਾ ਜਾਵੇ ਬਈ ਗੌਰਮੈਂਟ ਇਹਦੇ ਉੱਤੇ ਸਾਡੇ ਨਾਲ ਖੜੇ ਤੇ ਸਾਨੂੰ ਇਨਸਾਫ ਦਿਵਾਵੇ। ਸਿੰਘ ਜੀ। ਮਗਰ ਸਿੰਘ ਜੀ ਕੀ ਮਸਲਾ ਜਿਹੜਾ ਤੁਹਾਡੇ ਪਿੰਡ ਦੇ ਵਿੱਚ ਗੁਰਸੇਵਕ ਸਰਪੰਚ ਦੇ ਕਿਸ ਤਰੀਕੇ ਦੇ ਕੰਮ ਕੀਤੇ ਜਾ ਰਹੇ ਨੇ ਪਿੰਡ ਦੇ ਵਿੱਚ? ਕੰਮ ਤਾਂ ਬਹੁਤ ਵਧੀਆ ਨੇ। ਤੁਸੀਂ ਪਿੰਡ ਦੇ ਵਿੱਚ ਆਏ ਹੋਣੇ ਜੀ, ਸਾਰੇ ਕਿਤੇ ਦੇਖਿਆ ਹੁਣ, ਸਾਰੀਆਂ ਗਲੀਆਂ ਪੱਕੀਆਂ ਜੀ। ਬਾਕੀ ਕੰਮ ਚੱਲ ਰਿਹਾ ਜੀ, CCTV ਲੱਗ ਰਹੇ ਨੇ, ਤੁਸੀਂ ਦੇਖਿਆ ਹੋਣਾ ਬਾਕੀ ਪਿੰਡ। ਕਿਉਂ ਕਿਹਾ ਗਿਆ ਸਰਪੰਚ ਬਾਰੇ ਵੀ ਨਸ਼ਾ ਬਕਿਆਉਂਦਾ ਜਾਂ ਇਹ ਕੁਝ? ਨਹੀਂ ਜੀ, ਤੁਸੀਂ ਕਿਸੇ ਪੁੱਛ ਲਓ ਸਾਰੇ ਪਿੰਡ ਜੀ, ਕੋਈ ਨਸ਼ਾ ਨਹੀਂ ਹੈਗਾ ਜੀ। ਬਸ ਉਹੀ ਉਹਨਾਂ ਖਿਲਾਫ ਇੱਕ ਧਾਰਨਾ ਬਣਾ ਰੱਖੀ ਹੈ ਜੀ ਬਦਨਾਮ ਕਰਨ ਦੀ। ਨੌਜਵਾਨਾਂ ਪ੍ਰਤੀ ਕੀ ਜੀ ਸੋਚ ਹੈ? ਵਧੀਆ ਜੀ, ਸਾਡੇ ਨਾਲ ਗਰਾਊਂਡ 'ਚ ਵੀ ਜਾਂਦੇ ਨੇ, ਖੇਡਦੇ ਨੇ ਜੀ ਵਾਲੀਬਾਲ, ਪਿੱਛੇ ਵੀ ਜਾਂਦੇ ਨੇ ਰੇਸ ਲਾਉਣ ਦੀ। ਫਿਰ ਕਿਉਂ ਗਿਆ ਇਹ ਜੇ ਗੱਲ ਕਿਉਂ ਗਈ ਸਰਪੰਚ ਕੀ ਕਰਨਾ ਹੈ? ਬਸ ਜੀ ਉਹੀ ਬਦਨਾਮ ਕਰਨਾ ਹੈ ਜੀ, ਹੋਰ ਕੋਈ ਚੱਕਰ ਨਹੀਂ। ਕੀ ਲੱਗਦਾ ਕੁਛ ਇਹ ਜਿਹਾ ਹੁਣ ਕੀ ਮੰਗ ਕਰਦੇ ਪੰਜਾਬ ਸਰਕਾਰ ਤੋਂ? ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਇਨਸਾਫ ਹੋਵੇ ਸਾਡੇ ਨਾਲ, ਦੋਸ਼ੀਆਂ ਖਿਲਾਫ ਕਾਰਵਾਈ ਹੋਵੇ ਜੀ, ਨਿਰਪੱਖ ਜਾਂਚ ਹੋਵੇ ਜੀ। ਸਾਡਾ ਰਾਦਾ ਜੀ ਅਸੀਂ ਚਾਹੁੰਦੇ ਸਰਕਾਰ ਵੱਲੋਂ ਵੀ ਸਾਡਾ ਫੈਸਲਾ ਸਹੀ ਸਲਾਮਤ ਹੋਵੇ। ਕੀ ਹੈ ਜੇ ਕੰਮ ਕਰਦੇ ਪਿੰਡ ਸਰਪੰਚ? ਵਧੀਆ ਕੰਮ ਕਰਦਾ, ਕਿਸੇ ਤੋਂ ਪੁੱਛ ਸਕਦੇ ਹੋ। ਸਾਡਾ ਪਿੰਡ ਸਾਡੇ ਨਾਲ ਖੜਿਆ ਸਾਰਾ, ਜੇ ਇਹੋ ਜਿਹੇ ਕੰਮ ਕਰੂਗਾ ਕੋਈ ਨਾਲ ਨਹੀਂ ਖੜਦਾ। ਕਿਉਂ ਕਿਹਾ ਗਿਆ ਫਿਰ? ਪਹਿਲਾਂ ਨਿਊਜ਼ ਚੱਲੀ ਸੀ, ਉਹਦੇ ਵਿੱਚ ਕਿਹਾ ਗਿਆ ਵੀ ਸਰਪੰਚ ਨਸ਼ੇ ਵਿਕਾਉਂਦਾ ਹੈ ਤੇ ਪਾਰਟੀ ਕੁਝ ਨਹੀਂ ਕਰ ਰਿਹਾ ਜੀ। ਇਹ ਸਭ ਸਾਰਾ ਝੂਠ ਹੈ। ਇਹੋ ਜਿਹੇ ਕੋਈ ਕੰਮ ਨਹੀਂ ਕਰਦਾ ਹੈਗਾ ਸਹੀ ਸਲਾਮ। ਜਮਾ ਆਪ ਨਸ਼ੇ ਨਹੀਂ ਕਰਦਾ ਜਦੋਂ ਹੋਰਾਂ ਨੂੰ ਕਿਵੇਂ ਲਾਊਗਾ ਜੀ? ਕੀ ਕਾਰਨ ਹੈ, ਕਿਉਂ ਕਹਿ ਰਹੇ ਨੇ ਜੀ? ਕੀ ਪਤਾ, ਇਹ ਤਾਂ ਇਹ ਆਪਣੇ ਲੋਕਾਂ ਦੀ ਗੱਲ ਹੈ ਜੀ ਕਿਵੇਂ ਕਹਿ ਰਹੇ ਨੇ। ਤੇ ਸਰਪੰਚ ਵੱਲੋਂ ਤਾਂ ਜਮਾ ਸਹੀ ਹੋਇਆ ਜੀ। ਕੋਈ ਵੀ ਨਸ਼ਾ ਨਾ ਕੋਈ ਕੰਮ 'ਚ ਦਿੱਕਤ ਲਾਉਂਦੇ ਨੇ ਸਾਰੀ 'ਚ, ਕੋਈ ਨਹੀਂ ਕੁਛ ਕਹਿ ਰਿਹਾ ਹੈਗਾ। ਉਹਦੀ ਸੁਣਦੀ ਨਹੀਂ ਹੈਗਾ ਕੋਈ। ਜੇ ਕੋਈ ਕੰਮ ਕਰਦਾ ਜੀ ਸਰਕਾਰ ਦੇ ਉੱਤੇ ਵਗ ਜਾਂਦੇ ਨੇ, ਬੰਦ ਕਰਾ ਦਿੰਦੇ ਨੇ, ਉਹ ਫਿਰ ਚੱਲ ਜਾਂਦਾ। ਹੁਣ ਕੀ ਮੰਗ ਕਰਦੇ ਹੋ? ਮੰਗ ਅਸੀਂ ਇਹੀ ਕਰਦੇ ਹਾਂ ਜੀ ਵੀ ਫੈਸਲਾ ਸਹੀ ਹੋਵੇ। ਕੋਈ ਸਾਡੇ 'ਚ ਸਰਪੰਚ 'ਚ ਕੋਈ ਕਮੀ ਨਹੀਂ ਹੈਗੀ, ਠੀਕ ਹੈ। ਜੇ ਕੋਈ ਜਿਵੇਂ ਡਰਾਬੇ ਦੇਊਗਾ, ਕੋਈ ਰਾਹ ਰੋਕੂਗਾ, ਉਹ ਤਾਂ ਸਭ ਹੀ ਦੇਖ ਕੋਈ ਵੀ ਨਹੀਂ ਉਹ ਕਰਦਾ। ਤੇ ਫਿਰ ਇਹਨੇ ਕੁਛ ਕਿਹਾ ਵੀ ਨਹੀਂ। ਜਦੋਂ ਰਾਹ 'ਚ ਮੋਟਰਸਾਈਕਲ ਲਾਇਆ ਉਹਨੇ ਕਿਹਾ ਹੈਗਾ ਵੀ ਸਰਪੰਚ ਸਾਹਿਬ ਪਰਾਂ ਹੋ ਜਾਓ। ਸੋਨੂੰ ਹੈ ਜੀ। ਸੋਨੂੰ ਜੀ ਕੀ ਮਸਲਾ ਇਹ ਪਿੰਡ ਦੇ ਵਿੱਚ ਸਰਪੰਚ ਦਾ? ਕੀ ਕਾਰਨ, ਕਿਉਂ ਐਲੀਗੇਸ਼ਨ ਲੱਗ ਰਹੇ ਸਰਪੰਚ ਤੇ? ਇਹ ਤਾਂ ਜੀ ਆਪਣਾ ਸਰਪੰਚ ਬਹੁਤ ਵਧੀਆ ਕੰਮ ਲੱਗ ਰਿਹਾ ਜੀ ਕਰਨ। ਕੰਮਾਂ ਤੋਂ ਜਿਵੇਂ CCTV ਕੈਮਰੇ ਲਾਏ, ਇੱਕ ਜੀ ਨਸ਼ੇ ਕਹਿੰਦੇ ਨੇ ਵੀ ਨਸ਼ੇ ਆਪਣਾ ਸਰਪੰਚ ਸਾਹਿਬ ਨਸ਼ਿਆਂ ਨੂੰ ਬਚਾਉਂਦਾ ਹੈ, ਕਰਦਾ ਹੈ। ਇਹਨੂੰ ਗੁਰਦੁਆਰੇ 'ਚ ਨਾ ਇਕੱਠ ਕਰਕੇ ਪਹਿਲਾਂ ਬਣਨ ਤੋਂ ਆਪਣੇ ਨਸ਼ੇ ਛਟਾਏ ਆ ਬਾਈ ਜੀ। SHO ਸਾਹਿਬ ਆਏ ਹੋਏ ਸੀ, ਉਹਨੂੰ ਪੁੱਛ ਲਿਓ, ਕਿਸੇ ਨੂੰ ਪੁੱਛ ਲਿਓ। ਉਹਨੂੰ ਦਾਰੂ ਵਿਕਦੀ ਸੀ ਸਾਡੇ ਪਿੰਡ 'ਚ। ਦਾਰੂ ਸਾਰੇ ਪਿੰਡ ਦੀ ਗਲੀ ਵਿੱਚ ਦਾਰੂ ਵਿਕਦੀ ਸੀ, ਜੋ ਇਹਨੂੰ ਬੰਦ ਕਰਾਈ ਹੈ। ਵਧੀਆ ਕੰਮ ਕਰਨ ਲੱਗ ਰਿਹਾ, ਬਹੁਤ ਵਧੀਆ ਕੰਮ ਕੀਤੇ ਨੇ। ਪਾਰਕ ਬਣਾਈ, ਹੁਣ CCTV ਕੈਮਰੇ 'ਚ ਗਲੀ ਨਾਲੀਆਂ ਦਾ ਚੱਲ ਭਾਈ ਬਣਦੀ ਰਹਿੰਦੀਆਂ ਨੇ ਆਪਣੇ। ਹੁਣ ਇਹ ਸੀਸੇ ਲਾਏ ਨੇ ਵੀ ਐਕਸੀਡੈਂਟ ਨਾ ਹੋਵੇ। ਬਹੁਤ ਵਧੀਆ ਕੰਮ ਕਰਨਾ ਚਾਹੀਦਾ। ਕੀ ਮੰਗ ਕਰਨਾ ਚਾਹੁੰਦੇ ਜਿਹੜਾ ਸਿਸਟਮ? ਮੰਗ ਇਹ ਕਰਦੇ ਹਾਂ ਬਾਈ, ਜਿਹਦੀ ਵੀ ਗਲਤੀ ਹੈ ਇਨਸਾਫ ਸਹੀ ਤਰੀਕੇ ਨਾਲ ਹੋਵੇ, ਇਹੀ ਮੰਗ ਕਰਦੇ ਹਾਂ। ਆਓ ਤੁਹਾਨੂੰ ਹੁਣ ਇੱਕ ਅਜਿਹੇ ਸ਼ਖਸ ਦੇ ਨਾਲ ਮਿਲਵਾਉਂਦੇ ਹਾਂ ਜੋ ਕਿ 1986 ਚ ਰਾਜੀਵ ਗਾਂਧੀ ਨੂੰ ਗੋਲੀ ਮਾਰਨ ਦੀ ਯੋਜਨਾ 'ਚ ਸ਼ਾਮਲ ਸੀ। ਜੀ ਹਾਂ, ਗੱਲ ਕਰ ਰਹੇ ਹਾਂ ਨਰਿੰਦਰ ਸਿੰਘ ਦੀ। ਰਾਜੀਵ ਗਾਂਧੀ ਕਤਲ ਕੇਸ 'ਚ ਉਹ ਤਿਹਾੜ ਜੇਲ੍ਹ 'ਚ 8 ਸਾਲਾਂ ਦੀ ਸਜ਼ਾ ਕੱਟ ਚੁੱਕੇ ਨੇ। ਸਾਡੇ ਪੱਤਰਕਾਰ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ, ਵੇਖੋ ਇਹ ਰਿਪੋਰਟ। ਕਿ ਪੈਲੀਆਂ ਦੇ ਵਿੱਚ 2-2 4-4 ਘਰ ਸੀਗੇ, ਉਹਨਾਂ ਤੇ ਕਾਫੀ ਅਤਿਆਚਾਰ ਕੀਤਾ ਗਿਆ ਸੀਗਾ ਉਹਦੇ ਵੱਲੋਂ। ਸੋ ਉਹਨੂੰ ਨਾ ਸਹਾਰਦੇ ਹੋਏ 1985 ਦੇ ਵਿੱਚ ਮੈਂ 2 ਸਾਥੀਆਂ ਨੂੰ ਨਾਲ ਲਿਜਾ ਕੇ ਉਹਨੂੰ ਮਾਰ ਕੇ ਆਏ ਸੀਗੇ। ਸੋ ਇੱਥੇ ਦੱਸਣਾ ਚਾਹੂੰਗਾ ਕਿ ਉਸ ਟਾਈਮ ਮੇਰੀ ਉਮਰ 15 ਸਾਲ ਦੀ ਸੀਗੀ। ਇਸ ਦੌਰਾਨ ਮੇਰੀ ਆਰਥਿਕ ਹਾਲਤ ਕਾਫੀ ਖਰਾਬ ਹੋਣ ਕਾਰਨ ਸੋ ਮੈਂ SGPC ਨੂੰ ਮਿਲ ਕੇ ਅਤੇ ਆਪਣੀਆਂ ਕੁਰਬਾਨੀਆਂ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੂੰ ਕਿਹਾ ਕਿ ਮੈਨੂੰ ਕੁਝ
ਗੁਰੂ ਘਰ ਦੇ ਵਿੱਚੋਂ ਆਰਥਿਕ ਸਹਾਇਤਾ ਕੀਤੀ ਜਾਏ ਤਾਂ ਕਿ ਕੋਈ ਆਟੋ ਵਗੈਰਾ ਜਾਂ ਹੋਰ ਕੋਈ ਰੋਜ਼ਗਾਰ ਦੇ ਸਾਧਨ ਪੈਦਾ ਕਰਕੇ ਮੈਂ ਆਪਣੇ ਬੱਚਿਆਂ ਦੀ ਪਰਵਰਿਸ਼ ਕਰ ਸਕਾਂ। 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦਾ ਮਾਮਲਾ ਇੰਨੇ ਦਿਨੀ ਪੂਰੇ ਪੰਜਾਬ ਵਿੱਚ ਗਰਮਾਇਆ ਹੋਇਆ ਹੈ ਤੇ ਸਿੱਖ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਡਟ ਕੇ ਵਿਰੋਧ ਕੀਤਾ ਜਾ ਰਿਹਾ ਹੈ, ਤਾਂ ਜਿਸ ਦੇ ਚਲਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਟਾਈਮ ਤੇ ਵਿਵਾਦਾਂ 'ਚ ਘਿਰੀ ਹੋਈ ਹੈ। ਹਜੇ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦਾ ਮਾਮਲਾ ਸ਼੍ਰੋਮਣੀ ਕਮੇਟੀ ਦੇ ਸਿਰ ਤੋਂ ਲੱਥਾ ਹੀ ਨਹੀਂ ਸੀ ਕਿ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਇੱਕ ਹੋਰ ਜਿਹੜਾ ਇਲਜ਼ਾਮ ਹੈ ਉਹ ਲੱਗਦਾ ਦਿਖਾਈ ਦੇ ਰਿਹਾ ਹੈ। ਉਸ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਨਰਿੰਦਰ ਸਿੰਘ ਕਾਲਾ ਮੌਜੂਦ ਨੇ, ਜਿਨ੍ਹਾਂ ਵੱਲੋਂ ਇਹ ਸਾਰੇ ਇਲਜ਼ਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਲਗਾਏ ਜਾ ਰਹੇ। ਅਸੀਂ ਗੱਲਬਾਤ ਕਰਦੇ ਹਾਂ। ਨਰਿੰਦਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੇ ਸਿੱਖ ਪੰਥ ਨੂੰ ਦਾਸ ਨਰਿੰਦਰ ਸਿੰਘ ਕਾਲੇ ਦੀ ਫਤਿਹ ਪ੍ਰਵਾਨ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਰਿੰਦਰ ਸਿੰਘ ਜੀ, ਕੀ ਇਲਜ਼ਾਮਾਤ ਆ ਜਿਹੜੇ ਤੁਹਾਡੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਲਗਾਏ ਜਾ ਰਹੇ ਆ? ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਵੀ ਰਹੇ ਜੇ, ਫਿਰ ਵੀ ਤੁਹਾਡੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ, ਕੀ ਗੱਲ ਹੈ? ਵੇਖੋ ਜੀ, ਸ਼੍ਰੋਮਣੀ ਕਮੇਟੀ ਦੀਆਂ ਜੋ ਕਾਲੀਆਂ ਕਰਤੂਤਾਂ ਉਹ ਜੱਗ ਜ਼ਾਹਰ ਹੋ ਰਹੀਆਂ, ਸੋ ਇਸ ਦੇ ਵਿੱਚ ਵਿਚਰਦੇ ਹੋਏ ਮੈਂ ਵੀ ਕੁਛ ਇਹਨਾਂ ਦੀਆਂ ਸ਼ਿਕਾਇਤਾਂ ਵੇਖੀਆਂ ਸੀ। ਸੋ ਜੋ ਮੇਰਾ ਪਿਛੋਕੜ ਰਿਹਾ ਕੁਰਬਾਨੀ ਵਾਲਾ ਰਿਹਾ ਹੈ। ਕਿਸ ਤਰ੍ਹਾਂ ਦੀਆਂ ਕੁਰਬਾਨੀਆਂ ਰਹੀਆਂ ਤੁਹਾਡੇ ਪਿਛੋਕੜ 'ਚ, ਥੋੜਾ ਵਿਸਥਾਰ 'ਚ ਦੱਸਿਓ। ਸੋ ਮੈਂ ਸਿੱਖ ਪੰਥ ਨੂੰ ਦੱਸਣਾ ਚਾਹੂੰਗਾ ਕਿ ਜੋ 1984 ਦੇ ਨਰਸੰਹਾਰ ਨੂੰ ਦੇਖਦੇ ਹੋਏ, ਕਤਲੇਆਮ ਨੂੰ ਦੇਖਦੇ ਹੋਏ, ਜਿਨ੍ਹਾਂ ਦੇ ਵਿੱਚ ਕਿ ਮੇਨ ਸਿੱਖ ਜਥੇਬੰਦੀ ਸਿੱਖ ਕੌਮ ਨੂੰ ਹੀ ਠਹਿਰਾਇਆ ਗਿਆ ਸੀਗਾ ਅਤੇ ਸਿੱਖ ਕੌਮ ਦਾ ਹੀ ਨਰਸੰਹਾਰ ਕੀਤਾ ਗਿਆ ਜ਼ਿਆਦਾ। ਸੋ ਉਸ ਨੂੰ ਮੁੱਖ ਰੱਖਦੇ ਹੋਇਆਂ ਜੋ ਕਿ ਹਰਿਆਣੇ ਕਸਬਾ ਰਤੀਆ ਦਾ ਜਗਦੀਸ਼ ਰਾਏ ਬਿਸ਼ਨੋਈ ਸੀ, ਜਿਸ ਨੇ ਕਿ ਉਧਰ ਦੇ ਰਹਿਣ ਵਾਲੇ ਸਿੱਖ ਭਾਈਚਾਰੇ 'ਤੇ ਜੋ ਕਿ ਪੈਲੀਆਂ ਦੇ ਵਿੱਚ 2-2 4-4 ਘਰ ਸੀਗੇ, ਉਹਨਾਂ 'ਤੇ ਕਾਫੀ ਅਤਿਆਚਾਰ ਕੀਤਾ ਗਿਆ ਸੀਗਾ ਉਹਦੇ ਵੱਲੋਂ। ਸੋ ਉਹਨੂੰ ਨਾ ਸਹਾਰਦੇ ਹੋਏ 1985 ਦੇ ਵਿੱਚ ਮੈਂ 2 ਸਾਥੀਆਂ ਨੂੰ ਨਾਲ ਲਿਜਾ ਕੇ ਉਹਨੂੰ ਮਾਰ ਕੇ ਆਏ ਸੀਗੇ। ਸੋ ਇੱਥੇ ਦੱਸਣਾ ਚਾਹੂੰਗਾ ਕਿ ਉਸ ਟਾਈਮ ਮੇਰੀ ਉਮਰ 15 ਸਾਲ ਦੀ ਸੀਗੀ। ਸੋ 1986 ਦੇ ਵਿੱਚ ਜੋ ਕਰਮਜੀਤ ਸਿੰਘ ਸੁਨਾਮ ਨੇ ਇੱਕ ਬਦਲੇ ਦੀ ਭਾਵਨਾ ਨੂੰ ਦੇਖਦੇ ਹੋਏ ਸਿੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਉੱਤੇ ਗੋਲੀ ਚਲਾ ਕੇ ਜਾਨਲੇਵਾ ਹਮਲਾ ਕੀਤਾ ਸੀ ਰਾਜਘਾਟ ਦੇ ਵਿੱਚ, ਜਿਸ ਦੀ ਮੈਂ ਕਿ ਸਹਾਇਤਾ ਕੀਤੀ ਸੀਗੀ, ਜਿਸ ਨੂੰ ਕਰਮਜੀਤ ਸਿੰਘ ਨੂੰ ਮੈਂ 5 ਕਾਰਤੂਸ ਦਿੱਤੇ ਸੀਗੇ 12 ਬੋਰ ਦੇ, ਜੋ ਕਿ ਰਾਜਘਾਟ ਵਿਖੇ ਲੈ ਕੇ ਗਿਆ ਸੀਗਾ ਅਤੇ ਉਹਨਾਂ 'ਚੋਂ 3 ਕਾਰਤੂਸ ਉਹਨੇ ਯੂਜ਼ ਕੀਤੇ ਸਨ। ਸੋ ਇਸ ਤੋਂ ਬਾਅਦ ਕਰਮਜੀਤ ਸਿੰਘ ਨੂੰ ਮੌਕੇ 'ਤੇ ਫੜ ਲਿਆ ਗਿਆ ਅਤੇ ਜਿਸ ਨੇ ਰਿਮਾਂਡ ਦੇ ਦੌਰਾਨ ਸਾਡਾ ਵੀ ਨਾਂ ਲਿਆ, ਜਿਸ ਦੇ ਵਿੱਚ ਮੈਂ ਕਰਮਜੀਤ ਸਿੰਘ ਸਹਾਇਤਾ ਦੇਣ ਦੇ ਸਬੰਧ ਦੇ ਵਿੱਚ ਸੀਗਾ। ਸੋ ਅਮਰਜੀਤ ਸਿੰਘ, ਪ੍ਰੇਮ ਸਿੰਘ ਅਤੇ ਬਲਦੇਵ ਸਿੰਘ ਮਸਤਾਨਾ, ਇਸ ਕੇਸ ਦੇ ਵਿੱਚ ਪਲਾਨਿੰਗ 'ਚ ਅਸੀਂ 5 ਜਣੇ ਮੌਜੂਦ ਸੀਗੇ ਅਤੇ 4 ਜਣਿਆਂ ਨੂੰ ਮੇਰੇ ਤੋਂ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀਗਾ, ਜੋ ਕਿ 1987 ਜਨਵਰੀ 9 ਜਨਵਰੀ ਨੂੰ ਮੈਨੂੰ ਵੀ CBI ਨੇ ਗ੍ਰਿਫਤਾਰ ਕੀਤਾ ਸੀਗਾ, ਜਿਸ ਦੇ ਚੱਲਦੇ ਹੋਏ ਮੈਨੂੰ ਲਗਭਗ 8 ਸਾਲ ਦਿੱਲੀ ਤਿਹਾੜ ਜੇਲ੍ਹ ਦੇ ਵਿੱਚ ਬਿਤਾਉਣੇ ਪਏ। ਸੋ 1995 ਦੇ ਵਿੱਚ ਜੇਲ੍ਹ ਤੋਂ ਬਾਹਰ ਆ ਕੇ ਮੈਂ ਆਪਣੀ ਸ਼ਾਦੀ ਕਰਾਈ ਹੈ ਅਤੇ 4 ਮੇਰੇ ਬੱਚੇ ਹਨ। ਸੋ ਆਪਣਾ ਰੋਜ਼ਗਾਰ ਦਾ ਸਾਧਨ ਪੈਦਾ ਕਰਕੇ ਕਿਸ ਤਰ੍ਹਾਂ ਕਰਕੇ ਬੱਚਿਆਂ ਦੀ ਪਰਵਰਿਸ਼ ਕਰ ਰਿਹਾ ਸੀਗਾ। ਸੋ ਲਗਭਗ 2013-14 ਦੇ ਦੌਰਾਨ ਮੇਰੀ ਆਰਥਿਕ ਹਾਲਤ ਕਾਫੀ ਖਰਾਬ ਹੋਣ ਕਾਰਨ ਸੋ ਮੈਂ SGPC ਨੂੰ ਮਿਲ ਕੇ ਅਤੇ ਆਪਣੀਆਂ ਕੁਰਬਾਨੀਆਂ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੂੰ ਕਿਹਾ ਕਿ ਮੈਨੂੰ ਕੁਛ ਗੁਰੂ ਘਰ ਦੇ ਵਿੱਚੋਂ ਆਰਥਿਕ ਸਹਾਇਤਾ ਕੀਤੀ ਜਾਏ ਤਾਂ ਕਿ ਕੋਈ ਆਟੋ ਵਗੈਰਾ ਜਾਂ ਹੋਰ ਕੋਈ ਰੋਜ਼ਗਾਰ ਦੇ ਸਾਧਨ ਪੈਦਾ ਕਰਕੇ ਮੈਂ ਆਪਣੇ ਬੱਚਿਆਂ ਦੀ ਪਰਵਰਿਸ਼ ਕਰ ਸਕਾਂ। ਸੋ ਇਸ ਨੂੰ ਚੱਲਦਿਆਂ ਹੋਇਆਂ ਸ਼੍ਰੋਮਣੀ ਕਮੇਟੀ ਜੋ ਕਿ ਪਹਿਲਾਂ ਤੋਂ ਹੀ ਭ੍ਰਿਸ਼ਟ ਰਹੀ ਆ, ਸੋ ਇਹਨਾਂ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ। ਸੋ ਮੈਨੂੰ ਕਹਿੰਦੇ ਵੀ ਅਸੀਂ ਤੈਨੂੰ ਨਹੀਂ ਜਾਣਦੇ, ਤੂੰ ਕੌਣ ਹੈ ਕੌਣ ਨਹੀਂ, ਅਗਰ ਤੇਰੇ ਕੋਲ ਕੋਈ ਠੋਸ ਸਬੂਤ ਹੈ ਸੋ ਸਾਨੂੰ ਲਿਆ ਕੇ ਦੇ। ਸੋ ਇਸ ਨੂੰ ਚੱਲਦਿਆਂ ਹੋਇਆਂ ਮੈਂ ਸਿੱਖ ਪੰਥ ਨੂੰ ਦੱਸਣਾ ਚਾਹੂੰਗਾ ਕਿ ਲਗਭਗ 19 ਸਾਲ ਬਾਅਦ ਮੈਂ
ਦਿੱਲੀ ਤਿਹਾੜ ਜੇਲ੍ਹ ਦੇ ਵਿੱਚੋਂ ਆਪਣਾ ਕਸਟਡੀ ਸਰਟੀਫਿਕੇਟ ਕਢਵਾ ਕੇ ਲਿਆਇਆ ਅਤੇ SGPC ਉੱਚ ਅਧਿਕਾਰੀਆਂ ਦੇ ਸਾਹਮਣੇ ਰੱਖਿਆ, ਜਿਸ ਨੂੰ ਚੱਲਦੇ ਦੇਖਦੇ ਹੋਏ ਇਹਨਾਂ ਦੀਆਂ ਕੁਛ ਅੱਖਾਂ ਖੋਲ੍ਹੀਆਂ, ਕੁਛ ਜ਼ਮੀਰ ਜਾਗੀ। ਸੋ ਮੈਨੂੰ ਕਹਿੰਦੇ ਕਿ ਅਸੀਂ ਤੈਨੂੰ ਨੌਕਰੀ ਦੇ ਦਿੰਦੇ ਹਾਂ। ਸੋ ਮੈਂ ਨੌਕਰੀ ਨਹੀਂ ਸੀ ਕਰਨਾ ਚਾਹੁੰਦਾ, ਲੇਕਿਨ ਮਜਬੂਰ ਹੋ ਕੇ ਬੱਚਿਆਂ ਦੇ ਭਵਿੱਖ ਨੂੰ ਵੇਖਦੇ ਹੋਏ ਸੋ ਇਹਨਾਂ ਦੀ ਨੌਕਰੀ ਕਰਨੀ ਪਈ। ਸੋ 2015 ਦੇ ਵਿੱਚ ਇਹਨਾਂ ਨੇ ਮੈਨੂੰ ਨੌਕਰੀ ਦਿੱਤੀ, ਜੋ ਕਿ ਇਸ ਨੂੰ ਚੱਲਦੇ ਹੋਏ ਪਹਿਲਾਂ ਦੱਸ ਚੁੱਕਾ ਕਿ ਬਹੁਤ ਗਲਤ ਕੰਮ ਇਹਨਾਂ ਦੇ ਵਿੱਚ ਮੈਂ ਵੇਖੇ ਸੀਗੇ। ਸੋ ਇਸੇ ਨੂੰ ਚੱਲਦੇ ਹੋਏ ਗੁਰਦੁਆਰਾ ਛਾਟਾ ਸਾਹਿਬ ਨੌਕਰੀ ਡਿਊਟੀ ਦੌਰਾਨ, ਜੋ ਕਿ ਇੱਥੋਂ ਦਾ ਦਿਲਬਾਗ ਸਿੰਘ ਸਟੋਰ ਕੀਪਰ ਹੈ, ਉਸ ਨੂੰ ਗੁਰਦੁਆਰਾ ਛਾਟਾ ਸਾਹਿਬ ਸਰਾਂ ਨਿਵਾਸ ਵਿਖੇ ਕਿਸੇ ਗੈਰ ਜਨਾਨੀ ਨਾਲ ਗਲਤ ਕਰਮ ਕਰਨ ਦੇ ਸੰਬੰਧ ਵਿੱਚ ਉਹਨੂੰ ਫੜਿਆ ਸੀਗਾ, ਜਿਸ ਦੀ ਸ਼ਿਕਾਇਤ ਮੈਂ ਮੌਜੂਦਾ ਮੈਨੇਜਰ ਤੁਸੀਂ ਰੰਗੇ ਹੱਥੀ ਫੜਿਆ ਸੀ ਉਸ ਨੂੰ, ਦਿਲਬਾਗ ਸਿੰਘ ਨੂੰ? ਹਾਂਜੀ, ਉਹਨੂੰ ਕਮਰੇ ਵਿੱਚੋਂ ਮੈਂ ਕੱਢਿਆ ਸੀਗਾ, ਜੋ ਕਿ ਯਾਤਰੂ ਜਨਾਨੀ ਨੂੰ ਕਮਰੇ ਵਿੱਚ ਜ਼ਬਰਦਸਤੀ ਲਿਜਾ ਰਿਹਾ ਸੀਗਾ। ਸੋ ਉਸ ਨੂੰ ਮੈਂ ਕੱਢਿਆ। ਸੋ ਉਸ 'ਤੇ ਕਾਫੀ ਇਹਨੇ ਗਿੱਲਾ ਸ਼ਿਕਵਾ ਵੀ ਕੀਤਾ ਮੇਰੇ ਨਾਲ। ਔਰਤ ਵੱਲੋਂ ਕੋਈ ਕੰਪਲੇਂਟ ਨਹੀਂ ਕੀਤੀ ਗਈ ਉਸ ਦਿਲਬਾਗ ਸਿੰਘ ਦੇ ਖਿਲਾਫ? ਨਹੀਂ ਜੀ, ਔਰਤ ਵੱਲੋਂ ਕੋਈ ਕੰਪਲੇਂਟ ਨਹੀਂ ਕੀਤੀ ਗਈ, ਤਾਂ ਕਿ ਕਿਉਂਕਿ ਇਹ ਉਸ ਟਾਈਮ ਰੌਲਾ ਪਾ ਕੇ ਭੱਜ ਗਿਆ ਸੀਗਾ। ਸੋ ਔਰਤ ਵੀ ਉਸ ਤੋਂ ਉੱਥੋਂ ਚਲੇ ਗਈ ਸੀਗੀ, ਉਸ ਨੂੰ ਮੈਂ ਇਹ ਤੋਂ ਬਚਾ ਕੇ ਕੱਢ ਦਿੱਤਾ ਸੀਗਾ, ਜਿਸ ਦੀ ਕਿ ਸ਼ਿਕਾਇਤ ਮੈਂ ਦੂਸਰੇ ਦਿਨ ਮੌਜੂਦਾ ਮੈਨੇਜਰ ਜਗਤਾਰ ਸਿੰਘ ਸ਼ੂਰਾ ਨੂੰ ਕੀਤੀ, ਜਿਸ ਨੇ ਕਿ ਕਈ ਦਿਨਾਂ ਤੱਕ ਇੱਥੇ ਕੋਈ ਕਾਰਵਾਈ ਨਹੀਂ ਕੀਤੀ। ਫਿਰ ਹਲਫੀਆ ਬਿਆਨ ਟੈਸਟ ਕਰਾ ਕੇ ਤਹਿਸੀਲ ਵਿੱਚੋਂ ਸੋ ਮੈਂ SGPC ਦੇ ਉੱਚ ਅਧਿਕਾਰੀਆਂ ਨੂੰ ਦਿੱਤੇ, ਜਿਸ 'ਤੇ ਇਹਨਾਂ ਨੇ ਕਈ ਵਾਰ ਉੱਚ ਅਧਿਕਾਰੀਆਂ ਨੇ ਇਨਕੁਆਇਰੀ ਕੀਤੀ, ਕਈ ਕੁਛ ਕੀਤਾ ਅਤੇ ਦਿਲਬਾਗ ਸਿੰਘ ਨੇ ਪਿੰਡ ਦੇ ਮੋਹਦਵਾਰ ਬੰਦੇ ਇਕੱਠੇ ਕਰਕੇ ਅਤੇ ਕਿਹਾ ਕਿ ਤੂੰ ਮੇਰੇ ਨਾਲ ਸਮਝੌਤਾ ਕਰ ਲਾ, ਮੇਰੇ ਨਾਲ ਰਾਜੀਨਾਮਾ ਕਰ ਲਾ। ਸੋ ਉਸ ਨੂੰ ਮੈਂ ਕਿਹਾ ਕਿ ਤੇਰਾ ਮੇਰਾ ਕੋਈ ਜਾਤੀ ਤੌਰ 'ਤੇ ਕੋਈ ਦੁਸ਼ਮਣੀ ਨਹੀਂ, ਕੁਛ ਨਹੀਂ ਗਾ, ਸੋ ਤੇਰਾ ਮੇਰਾ ਕੋਈ ਸਮਝੌਤਾ ਨਹੀਂ ਬਣਦਾ। ਸੋ ਤੂੰ ਗੁਰੂ ਘਰ ਦੀ ਮਰਿਆਦਾ ਨੂੰ ਠੇਸ ਪਹੁੰਚਾਈ ਆ, ਮਰਿਆਦਾ ਦੇ ਖਿਲਾਫ ਚੱਲਿਆ। ਸੋ ਤੂੰ ਆਪਣੀ ਗਲਤੀ ਮਹਿਸੂਸ ਕਰ, 4 ਅੱਖਰ ਲਿਖ ਕੇ ਦੇ ਦੇ ਕੇ ਦੁਬਾਰੇ ਇਹੋ ਜਿਹੀ ਗਲਤੀ ਨਹੀਂ ਹੋਊਗੀ। ਸੋ ਇਸ ਨੇ ਨਹੀਂ ਲਿਖ ਕੇ ਦਿੱਤਾ, ਵਾਰ-ਵਾਰ ਬੰਦੇ ਇਕੱਠੇ ਕਰਦਾ ਰਿਹਾ। ਸੋ ਉਹਨਾਂ ਦੇ ਦੌਰਾਨ ਹੀ ਮੋਹਦਵਾਰ ਬੰਦਿਆਂ ਦੇ ਵਿੱਚ ਹੀ ਇਸ ਦੇ ਛੋਟੇ ਭਰਾ ਨੇ ਇੱਥੋਂ ਤੱਕ ਕਿਹਾ ਕਿ ਜਿੰਨੀਆਂ ਕਹੋ ਮੈਂ ਆਪਣੇ ਭਰਾ ਵਾਸਤੇ ਸਹੁੰ ਖਾ ਸਕਦਾ। ਕਹਿੰਦਾ ਕਿ ਤੁਸੀਂ ਸਹੁੰ ਦੀ ਗੱਲ ਕਰਦੇ ਹੋ, ਕਹਿੰਦਾ ਮੈਂ ਇੱਦਾਂ ਦਾ ਬੰਦਾ ਤੁਹਾਡੇ ਸਾਹਮਣੇ ਪੇਸ਼ ਕਰ ਦੇਣਾ ਜਿਹਨੂੰ ਕਿ 10 ਲੱਖ ਰੁਪਈਆ ਦਿਓ, ਗੁਰੂ ਗ੍ਰੰਥ ਸਾਹਿਬ ਨੂੰ ਅੱਗ ਲਾ ਦਿੰਦਾ। ਇਹ ਕਦੋਂ ਦੀ ਗੱਲ ਹੈ, ਕੀ ਵਾਕਿਆ? ਕਿਉਂਕਿ ਬਹੁਤ ਵੱਡੀ ਗੱਲ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਸਮੁੱਚੀ ਸੰਗਤ ਗੁਰੂ ਮੰਨਦੀ ਹੈ ਅਤੇ ਕੋਰਟ ਨੇ ਵੀ ਉਹਨਾਂ ਨੂੰ ਜਿਹੜਾ ਜਿੰਦਾ ਗੁਰੂ ਦਾ ਦਰਜਾ ਦਿੱਤਾ, ਤੇ ਤੁਸੀਂ ਉਹਨਾਂ ਨੂੰ ਅੱਗ ਲਾਉਣ ਦੀ ਗੱਲ ਦੀ ਜ਼ਿੰਮੇਵਾਰੀ ਕਹਿੰਦੇ। ਵੇਖੋ ਜੀ, ਪਹਿਲਾਂ ਵੀ ਜਿਹੜਾ ਬੜਗਾੜੀ ਕਾਂਡ ਹੋਇਆ, ਜੋ ਵੀ ਹੋਇਆ, ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਕੀਤੀ ਗਈ। ਉੱਥੇ ਵੀ ਜਿਹੜੇ 5 ਬੰਦੇ ਬੈਠੇ ਸੀ, ਉਹਨਾਂ ਨੇ ਵੀ ਇਸ ਦਾ ਬੜਾ ਰੋਸ ਪ੍ਰਗਟ ਕੀਤਾ ਤੇ ਇਹਨੂੰ ਬੜੀ ਲਾਹਨਤਾਂ ਵੀ ਪਾਈਆਂ। ਵੀ ਤੁਹਾਡੇ ਕੋਲ ਕੋਈ ਪ੍ਰੂਫ ਹੈਗਾ ਇਸ ਗੱਲ ਦਾ ਕਿ ਉਸ ਬੰਦੇ ਨੇ ਇਹ ਗੱਲ ਬੋਲੀ ਹੋਵੇ? ਵੇਖੋ ਜੀ, ਮੇਰੇ ਕੋਲ ਗਵਾਹ ਵੀ ਹੈਗੇ ਆ, ਉਸ ਸਮੇਂ ਦੀਆਂ ਕਾਲ ਰਿਕਾਰਡਿੰਗਾਂ ਵੀ ਮੇਰੇ ਕੋਲ ਮੌਜੂਦ ਹੈ, ਹਰ ਤਰ੍ਹਾਂ ਦਾ ਮੇਰੇ ਕੋਲ ਸਬੂਤ ਹੈ। ਸੋ ਇਸ ਨੂੰ ਚੱਲਦੇ ਹੋਏ ਵਾਰ-ਵਾਰ ਸ਼੍ਰੋਮਣੀ ਕਮੇਟੀ ਵਾਲੇ ਵੀ ਉੱਚ ਅਧਿਕਾਰੀ ਆਪਣੇ ਇਨਕੁਆਇਰੀਆਂ ਕਰਦੇ ਰਹੇ, ਵਾਰ-ਵਾਰ ਮੇਰੇ ਕੋਲੋਂ ਬਿਆਨ ਲੈਂਦੇ ਰਹੇ, ਜਿਸ 'ਤੇ ਚੱਲਦੇ ਹੋਏ ਇਹਨਾਂ ਨੇ 16 ਮਾਰਚ 2017 ਨੂੰ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੀਟਿੰਗ ਹਾਲ ਦੇ ਵਿੱਚ ਮੀਟਿੰਗ ਰੱਖੀ, ਜਿੱਥੇ ਕਿ ਇਹਨਾਂ ਨੇ ਮੈਨੂੰ ਵੀ ਚਿੱਠੀ ਭੇਜੀ ਕਿ ਤੁਹਾਡੀ ਸ਼ਿਕਾਇਤ ਦੇ ਆਧਾਰ 'ਤੇ ਮੀਟਿੰਗ ਰੱਖੀ ਗਈ ਹੈ, ਸੋ ਆਪਣਾ ਪੱਖ ਰੱਖੋ। ਸੋ ਉੱਥੇ ਇਹਨਾਂ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ, ਮੈਨੂੰ ਬੁਲਾਇਆ ਤੇ ਗਿਆ, ਲੇਕਿਨ ਮੇਰੀ ਕਾਫੀ ਇਹਨਾਂ ਨੇ ਬਦਤਮੀਜ਼ੀ ਨਾਲ ਪੇਸ਼ ਆਏ ਅਤੇ ਮੈਨੂੰ ਕਹਿਣ ਲੱਗੇ ਤੂੰ ਸਾਡੀ ਸੰਸਥਾ ਦੇ ਖਿਲਾਫ ਚੱਲ ਰਿਹਾ ਹੈ, ਸਾਡੇ ਮੁਲਾਜ਼ਮਾਂ 'ਤੇ ਇਲਜ਼ਾਮ ਲਾਇਆ, ਆਪਣੀ ਜਿਹੜੀ ਦਰਖਾਸਤ ਦਿੱਤੀ ਹੈ ਸੋ ਵਾਪਸ ਲੈ। ਮੈਂ ਇਹਨਾਂ ਨੂੰ ਕਿਹਾ ਕਿ ਮੈਂ ਕੋਈ ਝੂਠੀ ਦਰਖਾਸਤ ਨਹੀਂ ਦਿੱਤੀ, ਮੇਰੇ ਕੋਲ ਸਬੂਤ ਮੌਜੂਦ ਹੈ, ਸਭ ਕੁਝ ਗਵਾਹ ਮੌਜੂਦ ਹਨ, ਸੋ ਉਹਨਾਂ 'ਤੇ ਬਣਦੀ ਕਾਰਵਾਈ ਕੀਤੀ ਜਾਏ। ਜਿਸ ਦੇ ਰੰਜਿਸ਼ ਰੱਖਦੇ ਹੋਏ ਮੈਂ ਦੱਸਣਾ ਚਾਹੂੰਗਾ ਕਿ ਮੈਂ 5/9/2017 ਨੂੰ ਦਿੱਲੀ ਗਿਆ ਹੋਇਆ ਸੀਗਾ। ਸੋ ਉਸ 'ਤੇ ਚੱਲਦਿਆਂ ਹੋਇਆ ਪਹਿਲਾਂ ਤਾਂ ਇਹਨਾਂ ਨੇ 2 ਜਨਵਰੀ 2017 ਨੂੰ ਮੇਰੀ ਗੁਰਦੁਆਰਾ ਛਾਟਾ ਸਾਹਿਬ ਤੋਂ ਬਦਲੀ ਕਰਕੇ ਸੁਲਤਾਨਪੁਰ ਲੋਧੀ ਭੇਜਿਆ। ਸੋ ਉੱਥੋਂ ਇਹਨਾਂ ਨੂੰ ਮੈਂ ਲਿਖ ਕੇ ਦੇ ਦਿੱਤਾ ਕਿ ਜਿੰਨਾ ਚਿਰ ਦਿਲਬਾਗ ਸਿੰਘ, ਜਗਤਾਰ ਸਿੰਘ ਮੈਨੇਜਰ ਅਤੇ ਸਿਮਰਪਾਲ ਜੋ ਸਰਾਂ ਇੰਚਾਰਜ ਸੀ, ਉਹਨਾਂ 'ਤੇ ਕੋਈ ਕਾਨੂੰਨੀ ਬਣਦੀ ਕਾਰਵਾਈ ਨਹੀਂ ਹੁੰਦੀ ਜਾਂ ਮਹਿਕਮਾ ਕਾਰਵਾਈ ਨਹੀਂ ਹੁੰਦੀ, ਉਦੋਂ ਤੱਕ ਮੈਨੂੰ ਬਿਨਾਂ ਤਨਖਾਹ ਤੋਂ ਛੁੱਟੀ ਦਿੱਤੀ ਜਾਵੇ।
ਸੋ ਮੈਂ ਛੁੱਟੀ ਦੀ ਐਪਲੀਕੇਸ਼ਨ ਲਿਖ ਕੇ ਦਿੱਤੀ। ਸੋ ਇਹ ਸਾਰੇ ਮਸਲੇ ਨੂੰ ਰੱਖਦਿਆਂ ਹੋਇਆ ਇੱਕ ਜਾਤੀ ਤੌਰ ਤੇ ਕਹਿ ਲਓ ਜਾਂ ਮਤਲਬ ਕਿ ਇੱਕ ਸਾਜ਼ਿਸ਼ ਬਦਲੇ ਦੀ ਭਾਵਨਾ ਰੱਖਦੇ ਹੋਏ ਇਹਨਾਂ ਨੇ ਮੇਰੇ ਤੇ ਬੜੀ ਭੱਦੀ ਕਾਰਵਾਈ ਕੀਤੀ ਅਤੇ ਝੂਠੀ FIR ਦਰਜ ਕਰਾਈ ਥਾਣਾ ਛਾਟਾ ਵਿਖੇ। ਕੀ ਮਾਮਲਾ ਕੀ ਦਰਜ ਹੋਇਆ ਤੁਹਾਡੇ ਤੇ? ਸੋ ਇਹਨਾਂ ਨੇ ਮੇਰੇ ਤੇ ਦੋਸ਼ ਲਾਇਆ 5/9/2017 ਨੂੰ FIR ਦਰਜ ਕਰਾਈ ਕਿ ਦਿਲਬਾਗ ਸਿੰਘ ਦੇ ਲਾਗੇ ਘਰ ਪਰਿਵਾਰ ਇੱਕ ਰਹਿ ਰਿਹਾ ਜਿਹਦੀ ਕਿ ਛੋਟੀ ਬੱਚੀ ਨੂੰ ਲੈ ਕੇ ਮੇਰੇ ਤੇ ਦੋਸ਼ ਲਾਏ ਗਏ ਕਿ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ, ਅਸ਼ਲੀਲ ਵੀਡੀਓ ਦਿਖਾਈਆਂ, ਜਦ ਕਿ ਜਿਸ ਦਿਨ ਦੀ ਸ਼ਿਕਾਇਤ ਮੇਰੇ ਖਿਲਾਫ ਕੀਤੀ ਜਾ ਰਹੀ ਹੈ ਉਸ ਟਾਈਮ ਦੌਰਾਨ ਮੈਂ ਦਿੱਲੀ ਗਿਆ ਹੋਇਆ ਸੀ, ਪੰਜਾਬ ਦੇ ਵਿੱਚ ਵੀ ਮੌਜੂਦ ਨਹੀਂ ਸੀਗਾ, ਜੋ ਕਿ ਮੇਰੇ ਨਾਂ ਤੇ ਗੁਰਦੁਆਰਾ ਸੀਸਗੰਜ ਵਿਖੇ 5, 6, 7 ਤਰੀਕ ਤੱਕ ਕਮਰੇ ਮੌਜੂਦ ਹਨ। ਮੇਰੀ ਐਂਟਰੀ ਪਈ ਹੈ, ਮੇਰਾ ਆਧਾਰ ਕਾਰਡ ਨੰਬਰ, ਮੇਰਾ ਮੋਬਾਈਲ ਨੰਬਰ ਅਤੇ ਰਜਿਸਟਰਾਂ ਦੇ ਵਿੱਚ ਮੇਰਾ ਐਡਰੈਸ ਮੌਜੂਦਾ ਸਾਰਾ ID ਪ੍ਰੂਫ ਮੇਰੇ ਦਰਜ ਹਨ। ਸੋ 8 ਤਰੀਕ ਨੂੰ ਮੈਂ ਪੰਜਾਬ ਵਾਪਸ ਆਇਆ। ਸੋ 11 ਤਰੀਕ ਨੂੰ ਥਾਣਾ ਛਾਟਾ ਦਾ ASI ਦਵਿੰਦਰ ਕੁਮਾਰ ਮੈਨੂੰ ਘਰੋਂ ਚੁੱਕ ਕੇ ਲੈ ਗਿਆ। ਸੋ ਉੱਥੇ ਜਾ ਕੇ ਮੈਨੂੰ ਪਤਾ ਲੱਗਾ ਕਿ ਮੇਰੇ ਖਿਲਾਫ 5/9/2017 ਨੂੰ ਜੋ FI ਦਰਜ ਕਰਾਈ ਗਈ ਹੈ ਸੋ ਉਹ ਬਿਲਕੁਲ ਹੀ ਝੂਠੀ ਸੀਗੀ। ਸੋ ਮੈਂ SHO ਸਾਹਿਬ ਨੂੰ ਜੋ ਕਿ ਬਲਜਿੰਦਰ ਸਿੰਘ ਕਲੇਰ ਸੀਗੇ ਉਸ ਟਾਈਮ ਦੇ, ਉਹਨਾਂ ਨੂੰ ਆਪਣਾ ਮੋਬਾਈਲ ਦਿੱਤਾ ਤਾਂ ਕਿ ਇਸ ਦੀ ਲੋਕੇਸ਼ਨ ਚੈੱਕ ਕੀਤੀ ਜਾਏ, ਕਿਉਂਕਿ ਜਿਸ ਟਾਈਮ ਦੇ ਮੇਰੇ ਤੇ FIR ਦਰਜ ਕੀਤੀ ਗਈ ਸੀ ਉਸ ਦੌਰਾਨ ਮੈਂ ਦਿੱਲੀ ਸੀਗਾ। ਸੋ SHO ਸਾਹਿਬ ਨੇ ਲਗਭਗ 1 ਘੰਟਾ ਮੋਬਾਈਲ ਦੀ ਲੋਕੇਸ਼ਨ ਚੈੱਕ ਕਰਨ ਤੋਂ ਬਾਅਦ, ਮੇਰੇ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਅਤੇ ਪਰਿਵਾਰ ਦੇ ਬੱਚਿਆਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਜਿੰਨੇ ਕਿ ਸਾਡੇ ਮੇਰੇ ਤੇ ਦੋਸ਼ ਲਾਏ ਗਏ ਸੀਗੇ, ਸੋ ਮੈਨੂੰ SHO ਸਾਹਿਬ ਕਹਿੰਦੇ ਕਿ ਤੁਸੀਂ ਘਰ ਜਾ ਸਕਦੇ ਹੋ। ਸੋ ਮੈਂ ਘਰ ਆ ਗਿਆ, 11 ਤਰੀਕ ਨੂੰ ਘਰ ਆ ਗਿਆ। 12 ਤਰੀਕ ਨੂੰ ਇਹ SGPC ਦੇ ਉੱਚ ਅਧਿਕਾਰੀਆਂ ਨੇ ਰਲ ਕੇ ਅਤੇ ਪ੍ਰਸ਼ਾਸਨ ਤੋਂ ਦਬਾਅ ਪਵਾ ਕੇ SHO ਸਾਹਿਬ ਤੇ ਮੇਰੇ ਤੇ 12 ਤਰੀਕ ਨੂੰ ਝੂਠਾ ਪਰਚਾ ਦਰਜ ਕਰਾਇਆ ਗਿਆ, ਜੋ ਕਿ ਬਿਲਕੁਲ ਗਲਤ ਸੀਗਾ। ਸੋ ਇਸ ਕੇਸ ਦੇ ਦੌਰਾਨ ਮੈਨੂੰ ਕਾਫੀ ਸੰਘਰਸ਼ ਕਰਨਾ ਪਿਆ। ਸੋ ਹਾਈ ਕੋਰਟ ਤੋਂ ਆਪਣਾ ਬੇਲ ਕਰਾਉਣੀ ਪਈ। ਦੱਸਣਾ ਚਾਹੂੰਗਾ ਕਿ ਇਸ ਦੇ ਚੱਲਦਿਆਂ ਜਦ ਕਿ ਮੈਂ ਦਿੱਲੀ ਗੁਰਦੁਆਰਾ ਸਾਹਿਬ ਤੋਂ ਆਪਣੇ ਪ੍ਰੂਫ ਲਿਆ ਕੇ ਰਜਿਸਟਰ ਦੀਆਂ ਐਂਟਰੀਆਂ ਦੀ ਫੋਟੋਕਾਪੀ ਲਿਆ ਕੇ ਇਨਕੁਆਇਰੀ ਲਗਾ ਦਿੱਤੀ। ਇਨਕੁਆਇਰੀ ਦੇ ਵਿੱਚ ਪੁਲਿਸ ਦਾ ਵੇਖੋ ਜੀ ਰਵੱਈਆ, ਉਹ ਕਹਿੰਦੇ ਜੀ ਜਿਹੜੀ ਤਰੀਕ ਦੀ ਅਸੀਂ FI ਦਰਜ ਕੀਤੀ ਸਾਡੇ ਕੋਲ ਉਹ ਤਰੀਕ ਗਲਤੀ ਨਾਲ ਲਿਖੀ ਗਈ। ਇਹਨਾਂ ਨੇ ਵਕੂਆ ਹੀ ਬਦਲ ਦਿੱਤਾ ਕਿਉਂਕਿ ਇਹ ਆਪਣੇ ਦੋਸ਼ੀਆਂ ਨੂੰ ਬਚਾਉਣ ਦੇ ਚੱਕਰ ਸੀਗਾ ਤਾਂ ਕਿ ਮੈਂ ਜੇਲ੍ਹ ਦੇ ਵਿੱਚ ਚਲੇ ਜਾਵਾਂ ਕਿ ਸਾਡੇ ਜਿਹੜੇ ਦੋਸ਼ੀ ਮੁਲਾਜ਼ਮ ਹੈ ਉਹਨਾਂ ਦੀਆਂ ਕਾਲੀਆਂ ਕਰਤੂਤਾਂ ਦੇ ਪਰਦੇ ਪੈ ਸਕਣ। ਸੋ ਮੈਂ ਦੱਸਣਾ ਚਾਹੂੰਗਾ ਸਮੁੱਚੇ ਸਿੱਖ ਪੰਥ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ, ਜੋ ਕਿ 328 ਸਰੂਪਾਂ ਦੀ ਇਹ ਬਦਵੀ ਕਰ ਸਕਦੇ ਆ, ਤੇ ਮੈਂ ਤੇ ਇਹਨਾਂ ਦੇ ਸਾਹਮਣੇ ਕੁਝ ਵੀ ਨਹੀਂ ਸੀਗਾ। ਸੋ ਇਹਨਾਂ ਨੇ ਬਹੁਤ ਵੱਡੀ ਇੱਕ ਸਾਜ਼ਿਸ਼ ਰਚ ਕੇ ਮੇਰੀਆਂ ਕੁਰਬਾਨੀਆਂ ਨੂੰ ਵੀ ਨਜ਼ਰਅੰਦਾਜ਼ ਕੀਤਾ ਅਤੇ ਮੇਰੇ ਬੱਚਿਆਂ ਦਾ ਭਵਿੱਖ ਰੋਲਿਆ। 2017 ਦੇ ਵਿੱਚ ਮੇਰੇ 2 ਬੇਟੇ ਜੋ ਕਿ +2 ਦੇ ਵਿੱਚ ਪੜ੍ਹ ਰਹੇ ਸਨ, ਉਹਨਾਂ ਨੂੰ ਵੀ ਪੁਲਿਸ ਵੱਲੋਂ ਧਮਕੀਆਂ ਮਿਲਦੀ ਰਹੀਆਂ ਕਿ ਤੁਹਾਨੂੰ ਅਸੀਂ ਜਾ ਕੇ ਥਾਣੇ 'ਚ ਲਟਕਾ ਦਾਂਗੇ, ਤੁਹਾਡੇ ਪਿਤਾ ਜੀ ਦੇ ਬਾਰੇ ਦੱਸੋ, ਜੋ ਕਿ ਉਸ ਸਮੇਂ ਮੈਂ ਭੱਜ ਦੌੜ ਕਰਕੇ ਆਪਣੀਆਂ ਹਾਈ ਕੋਰਟ ਸਾਹਿਬ ਵੱਲੋਂ ਮੈਂ ਬੇਲ ਦੀ ਐਪਲੀਕੇਸ਼ਨ ਲਾ ਕੇ ਬੇਲ ਹਾਸਲ ਕਰਨ ਦੇ ਚੱਕਰ ਸੀਗਾ। ਸੋ ਸਿੱਖ ਪੰਥ ਜਾਣਦਾ ਕਿ ਜੋ ਕਿ 17 ਤਰੀਕ ਨੂੰ ਜੋ ਕਿ ਗਿਆਨੀ ਹਰਪ੍ਰੀਤ ਸਿੰਘ ਜਿਹਨੂੰ ਕਹਿੰਦੇ ਸਿੱਖ ਪੰਥੀ ਸਰਮੌਰ ਸੁਪਰੀਮ ਪਾਵਰ ਮੰਨਦੇ ਹਾਂ, ਉਸਨੇ ਜੋ ਫੈਸਲਾ ਲਿਆ ਇੱਕ ਬਹੁਤ ਵੱਡਾ ਨਿਆਂ ਇਨਸਾਫੀ ਸਿੱਖ ਪੰਥ ਨਾਲ ਕੀਤੀ ਹੈ, ਜੋ ਕਿ ਇਹ ਰਟਿਆ ਰਟਾਇਆ ਫੈਸਲਾ ਬਾਦਲਾਂ ਦੇ ਕੋਲੋਂ ਆਇਆ, ਜੋ ਕਿ ਉਹਨੇ ਸਮੁੱਚੇ ਸਿੱਖ ਪੰਥ ਨੂੰ ਪੜ੍ਹ ਕੇ ਸੁਣਾਇਆ, ਜੋ ਕਿ ਇਹ ਫਿਰ ਵੀ ਆਪਣੇ ਮੌਜੂਦਾ ਕਮੇਟੀ ਦੇ ਸਾਰੇ ਦੋਸ਼ੀਆਂ ਨੂੰ ਬਚਾ ਕੇ ਅਤੇ ਛੋਟੇ ਮੁਲਾਜ਼ਮਾਂ ਦੇ ਉੱਤੇ ਜੋ ਇਹਨਾਂ ਨੇ ਇਲਜ਼ਾਮ ਲਾਤਾ ਕਿ ਜੋ ਕਿ ਗੁਰੂ ਗ੍ਰੰਥ ਸਾਹਿਬ ਦੀ ਭੇਟਾ ਸੀ ਇਹਨਾਂ ਨੇ ਆਪਣੀ ਜੇਬ 'ਚ ਪਾ ਲਈ ਆ। ਸੋ ਕਿ ਅਕਾਲ ਤਖਤ ਦੇ ਜਥੇਦਾਰ ਨੇ ਵੀ ਸਮੁੱਚੇ ਸਿੱਖ ਪੰਥ ਦੀਆਂ ਅੱਖਾਂ ਦੇ ਵਿੱਚ ਘਟਾ ਪਾਇਆ ਹੈ। ਹੁਣ ਤੁਸੀਂ ਫਿਰ ਇਨਸਾਫ ਕਿਤੇ ਕੋ ਲੋਗੇ? SGPC ਕੋ ਤੁਹਾਨੂੰ ਇਨਸਾਫ ਦੀ ਮੰਗ ਨਹੀਂ, ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹ ਤੁਹਾਨੂੰ ਲੱਗਦਾ ਕਿ ਇਨਸਾਫ ਨਹੀਂ ਦੇ ਸਕਦਾ, ਫਿਰ ਇਨਸਾਫ ਕਿਸ ਕੋਲੋਂ ਮੰਗਦੇ ਪਏ ਜੇ? ਸੋ ਵੇਖੋ ਜੀ, ਕੋਰਟ ਦੇ ਵਿੱਚ ਤੇ ਮੇਰਾ ਫੈਸਲਾ ਚੱਲਦਾ, ਉਹ ਤੇ ਜੱਜ ਸਾਹਿਬ ਜੋ ਪ੍ਰੂਫਾਂ ਦੇ ਆਧਾਰ ਤੇ ਸਬੂਤਾਂ ਦੇ ਆਧਾਰ ਤੇ ਫੈਸਲਾ ਤੇ ਕਰਨਾ ਹੀ ਹੈ। ਸੋ ਮੈਂ ਤੇ ਇਹੋ ਚਾਹੂੰਗਾ ਕਿ ਇਹਨਾਂ ਤੋਂ ਮੈਨੂੰ ਕੋਈ ਆਸ ਨਹੀਂ, ਨਾ ਮੈਂ ਇਹਨਾਂ ਤੋਂ ਕੋਈ ਇਨਸਾਫ ਦੀ ਉਮੀਦ ਕਰ ਸਕਦਾ।
ਸੋ ਮੈਂ ਸਮੁੱਚੇ ਸਿੱਖ ਭਾਈਚਾਰੇ ਨੂੰ ਬੇਨਤੀ ਕਰੂੰਗਾ ਤੇ ਸਿੱਖ ਜਥੇਬੰਦੀਆਂ ਨੂੰ ਬੇਨਤੀ ਕਰੂੰਗਾ ਕਿ ਇਹਨਾਂ ਨੇ ਮੇਰੇ ਤੇ ਬਹੁਤ ਅਤਿਆਚਾਰ ਕੀਤਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਪੰਥ ਦੀ ਮੈਨੂੰ ਸਹਾਇਤਾ ਮਿਲੇ ਤੇ ਮੈਂ ਖੁਦ ਇੱਕ SGPC ਦੇ ਮੈਂਬਰ ਦੇ ਤੌਰ ਤੇ ਆਪਣੇ ਇਲਾਕੇ 'ਚੋਂ SGPC ਦੇ ਇਲੈਕਸ਼ਨਾਂ ਦੇ ਵਿੱਚ ਖੜਾ ਹੋਣਾ ਚਾਹੁੰਦਾ। ਸਮੁੱਚੇ ਸਿੱਖ ਭਾਈਚਾਰੇ ਨੂੰ ਮੈਂ ਬੇਨਤੀ ਕਰੂੰਗਾ ਮੇਰਾ ਸਾਥ ਦਿਓ ਅਤੇ ਹੁਣ ਦੇ ਸਮੇਂ 'ਚ ਜੋ ਕਿ ਮੈਨੂੰ ਇਹਨਾਂ ਨੇ ਅਤਿਆਚਾਰ ਦੇ ਵਿੱਚ ਮੈਨੂੰ ਪੀੜਤ ਕੀਤਾ ਹੋਇਆ, ਸੋ ਇਸ ਦੇ ਵਿੱਚ ਮੈਂ ਸਮੁੱਚੇ ਸਿੱਖ ਭਾਈਚਾਰੇ ਨੂੰ, ਸਿੱਖ ਜਥੇਬੰਦੀ ਨੂੰ ਬੇਨਤੀ ਕਰਦਾ ਹਾਂ ਕਿ ਮੇਰੀ ਜੋ ਕੋਈ ਸਹਾਇਤਾ ਕਰਨੀ ਚਾਹੁੰਦਾ ਮੇਰੀ ਕੁਰਬਾਨੀਆਂ ਨੂੰ ਵੇਖ ਕੇ, ਮੇਰੇ ਪਰਿਵਾਰ ਦੀ ਕੁਰਬਾਨੀਆਂ ਨੂੰ ਵੇਖ ਕੇ, ਸੋ ਇਹਨਾਂ ਨੂੰ ਕਰਨੀ ਚਾਹੀਦੀ ਹੈ ਕਿਉਂਕਿ ਮੈਨੂੰ ਇਹਨਾਂ ਕੋਲੋਂ ਕੋਈ ਆਸ ਨਹੀਂ। ਇਹਨਾਂ ਨੇ ਜਿੰਨਾ ਰੱਜ ਕੇ ਮੈਨੂੰ ਪ੍ਰਤਾੜਿਤ ਕਰਨਾ ਸੀ, ਜਿੰਨਾ ਮੈਨੂੰ ਕੁਚਲਣਾ ਸੀ, ਇਹਨਾਂ ਨੇ ਰੱਜ ਕੇ ਕੁਚਲਿਆ। ਸੋ ਮੈਂ ਦੱਸਣਾ ਚਾਹੂੰਗਾ ਕਿ ਗੁਰਮਰਿਆਦਾ ਨੂੰ ਲੈ ਕੇ ਜੋ ਪਿੱਛੇ ਆਪਣੇ ਜਥੇਬੰਦੀਆਂ ਵੱਲੋਂ ਧਰਨੇ ਤੇ ਬੈਠੇ ਇੱਕ ਸਿੰਘ ਜਿਹੜਾ ਕਿ ਜਿਹਨੂੰ ਕਿ ਅਸੀਂ ਮਹਾਕਾਲ ਕਹਿ ਸਕਦੇ, ਮਹਾਕਾਲ ਰਖਵਾਰ ਹਮਾਰੋ ਦਾ ਇੱਕ ਦੁਮਾਲਾ ਛੱਡਿਆ ਜਾਂਦਾ, ਫਰਰਾ ਛੱਡਿਆ ਜਾਂਦਾ ਹੈ, ਉਸ ਫਰਰੇ ਵਾਲੇ ਸਿੰਘ ਦੀ ਇਹਨਾਂ ਨੇ ਰੱਜ ਕੇ ਮਤਲਬ ਕਿ ਕੁੱਟਮਾਰ ਕੀਤੀ, ਦਸਤਾਰ ਲਾਈ। ਸੋ ਮੈਂ ਦੱਸਣਾ ਚਾਹੂੰਗਾ ਕਿ ਜਿਹੜਾ ਦਿਲਬਾਗ ਸਿੰਘ ਆ ਉਸ ਦੇ ਵਿੱਚ ਵੀ ਉਹ ਮੇਨ ਦੋਸ਼ੀ ਆ ਪੱਗ ਲਾਉਣ ਦੇ ਵਿੱਚ, ਦਸਤਾਰ ਲਾਉਣ ਦੇ ਵਿੱਚ, ਕਿਉਂਕਿ ਜਿਹੜੀ ਉਸ ਗੁਰਸਿੱਖ ਦੇ ਵਿੱਚੋਂ ਸਿੰਘ ਨਿਹੰਗ ਸਿੰਘ ਦੇ ਵਿੱਚੋਂ ਕਿਰਪਾਨ ਖੋਈ ਗਈ ਹੈ ਉਹ ਵੀ ਦਿਲਬਾਗ ਸਿੰਘ ਨੇ ਹੀ ਖੋਈ ਹੈ, ਜੋ ਕਿ ਚੈੱਕਦਾਰ, ਮੋਟੇ ਚੈੱਕਦਾਰ ਸ਼ਰ ਦੇ ਵਿੱਚ ਤੇ ਪੀਲੀ ਪੱਗ ਦੇ ਵਿੱਚ ਕਿਰਪਾਨ ਲਹਿਰਾਉਂਦਾ ਵੀ ਉਹ ਨਜ਼ਰ ਆਇਆ ਖੋਹ ਕੇ ਉਹਦੇ ਕੋਲੋਂ। ਸੋ ਉਹਦੇ ਖਿਲਾਫ ਮੈਂ ਸਿੱਖ ਜਥੇਬੰਦੀਆਂ ਨੂੰ ਕਹੂੰਗਾ ਕਿ ਇਹਦੀਆਂ ਜਿਹੜੀਆਂ ਬੜੀਆਂ ਗੰਦੀਆਂ ਕਰਤੂਤਾਂ ਹੈ ਇਹਦੇ ਤੇ ਸਮੁੱਚਾ ਸਿੱਖ ਭਾਈਚਾਰਾ ਮੇਰੀ ਸਹਾਇਤਾ ਕਰੇ ਤਾਂ ਕਿ ਮੈਂ ਇਹਨਾਂ ਦੋਸ਼ੀਆਂ ਨੂੰ ਬਣਦੀ ਪ੍ਰਸ਼ਾਸਨ ਕੋਲੋਂ ਤੇ ਇਹਨਾਂ ਪ੍ਰਸ਼ਾਸਨ ਕੋਲ ਹੀ ਕਹੂੰਗਾ ਜਾਂ ਤੇ ਸਿੱਖ ਜਥੇਬੰਦੀਆਂ ਰਲ ਕੇ ਮੇਰਾ ਸਹਾਇਤਾ ਕਰਨ ਇਹਨੂੰ ਆਪਾਂ ਸਜ਼ਾ ਦੇ ਸਕੀਏ। ਸੋ ਇੰਨੀਆਂ ਬੇਨਤੀਆਂ ਨੂੰ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਇਹ ਸਿੰਘ ਨਰਿੰਦਰ ਸਿੰਘ ਕਾਲਾ ਜਿਨ੍ਹਾਂ ਜੋ ਕਿ SGPC ਤੋਂ ਕਾਫੀ ਸਤਾਏ ਹੋਏ ਨਜ਼ਰ ਆ ਰਹੇ ਆ। ਇਹਨਾਂ ਦਾ ਕਹਿਣਾ ਹੈ ਕਿ 1986 ਦੇ ਵਿੱਚ ਇਹਨਾਂ ਵੱਲੋਂ ਕਾਫੀ ਜਿਹੜੀ ਹੈ ਇਹਨਾਂ ਦੇ ਪਰਿਵਾਰ ਵੱਲੋਂ ਜਿਹੜੀ ਕੁਰਬਾਨੀ ਆ ਉਹ ਸਿੱਖ ਕੌਮ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਇਹਨਾਂ ਨੇ ਆਪਣੀ ਕੁਰਬਾਨੀ ਜਿਹੜੀ ਹੈ ਉਹ SGPC ਨੂੰ ਦੱਸੀ ਤੇ SGPC ਨੇ ਪਹਿਲਾਂ ਤਾਂ ਇਹਨਾਂ ਨੂੰ ਨੌਕਰੀ ਤੇ ਰੱਖ ਲਿਆ, ਉਸ ਤੋਂ ਬਾਅਦ ਚੋਂ ਕਈ ਗੰਭੀਰ ਇਲਜ਼ਾਮ ਲਗਾ ਕੇ ਇਹਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ, ਜਿਸ ਦੇ ਲਈ ਉਹ ਸੰਘਰਸ਼ ਲੰਬੇ ਸਮੇਂ ਤੋਂ ਕਰਦੇ ਆ ਰਹੇ। ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ SGPC ਤੋਂ ਇਨਸਾਫ ਦੀ ਉਹਨਾਂ ਨੂੰ ਹੁਣ ਕੋਈ ਕਿਰਨ ਦਿਖਾਈ ਨਹੀਂ ਦੇ ਰਹੀ, ਜਿਸ ਤੋਂ ਬਾਅਦ ਉਹਨਾਂ ਨੇ ਸਮੂਹ ਸਿੱਖ ਸੰਗਤ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ। ਤੇ ਨਾਲ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਪਿਛਲੇ ਉਸ ਦੌਰ 'ਚ 1986 ਦੇ ਵਿੱਚ ਇਹਨਾਂ ਨੇ ਕਾਫੀ ਜਿਹੜੀ ਹੈ ਕੁਰਬਾਨੀ ਹੈ ਇਹਨਾਂ ਦੇ ਪਰਿਵਾਰ ਵੱਲੋਂ ਦਿੱਤੀ ਗਈ ਸੀ ਸਿੱਖ ਕੌਮ ਨੂੰ ਬਚਾਉਣ ਲਈ, ਤਾਂ ਇਸ ਲਈ ਅਗਰ ਕੋਈ ਸਿੱਖ ਸੰਗਤ ਇਹਨਾਂ ਦੀ ਮਦਦ ਕਰਨੀ ਚਾਹਵੇ ਤਾਂ ਜ਼ਰੂਰ ਕਰੇ। ਕੈਮਰਾਮੈਨ ਜਤਿਨ ਕੁਮਾਰ ਦੇ ਨਾਲ ਮੁਕੇਸ਼ ਮਹਿਰਾ ਹਨੀ ਦਾ TV NRI ਅੰਮ੍ਰਿਤਸਰ। ਸੋ ਐਸਾ ਅੱਜ ਦੀਆਂ ਕੁਝ ਖਾਸ ਖਬਰਾਂ, ਹੋਰ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਕੈਨੇਡੀਅਨ ਮੀਡੀਆ ਦਾ TV NRI ਦੇ ਨਾਲ।